ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਪੱਖ ਦੀਆਂ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਜੀ ਪਰਮਮੀਤ ਜੀ ਚੰਡੀਗੜ੍ਹ ਤੋਂ ਤੇ ਸੀਪੀ ਸਿੰਘ ਜੀ ਚੰਡੀਗੜ੍ਹ ਤੋਂ। ਸਵਾਗਤ ਹੈ ਜੀ ਤੁਹਾਡਾ ਪੱਖ ਦੀਆਂ ਖਬਰਾਂ ਵਿੱਚ। ਥੈਂਕ ਯੂ ਕੁਲਵੀਰ ਜੀ। ਨਾਲ ਹੀ ਸ਼ਬਦੀਤ ਜੀ ਵੀ ਮੇਰੇ ਨਾਲ ਜੁੜ ਚੁੱਕੇ ਨੇ ਜੀ। ਸ਼ਬਦੀਤ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਅੱਜ ਜਿਸ ਮੁੱਦੇ ਦੇ ਉੱਪਰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਬਹੁਤ ਵਾਰ ਅਸੀਂ ਵੀ ਉਸ ਮੁੱਦੇ ਦੇ ਉੱਪਰ ਗੱਲਬਾਤ ਕਰ ਚੁੱਕੇ ਹਾਂ, ਸਾਰਾ ਮੀਡੀਆ ਵੀ ਉਹਦੇ ਉੱਪਰ ਗੱਲਬਾਤ ਕਰਦਾ। 30 ਸਾਲਾਂ ਤੋਂ ਪੰਜਾਬ ਦੇ ਵਿੱਚ ਸਿਆਸੀ ਧਿਰਾਂ ਵੀ ਉਹਦੇ ਉੱਪਰ ਜਿਹੜੀਆਂ ਆਪਣੀਆਂ ਰੋਟੀਆਂ ਸੇਕ ਰਹੀਆਂ ਜੀ। ਬਿਲਕੁਲ ਮੁੱਦਾ SYL ਦਾ ਅਭੈ ਚੌਟਾਲਾ ਵੱਲੋਂ ਉਹਦੀ ਪਾਰਟੀ INLD ਵੱਲੋਂ ਜਿਹੜਾ ਇੱਕ 23 ਤਰੀਕ ਦਾ ਪੰਜਾਬ ਨੂੰ ਧਮਕੀ ਦਿੱਤੀ ਗਈ ਸੀ ਕਿ ਉਹ ਆਪਣੇ ਵਰਕਰਾਂ ਦੇ ਨਾਲ ਅੰਬਾਲਾ ਤੋਂ ਚੱਲ ਕੇ ਜਿਹੜੇ ਹਨ ਉਹ ਕਪੂਰੀ ਪਿੰਡ ਆ ਕੇ ਜਿਹੜਾ ਨਹਿਰ ਦਾ ਜਿਹੜਾ ਕੰਮ ਪੰਜਾਬ ਸਰਕਾਰ ਵੱਲੋਂ 16 ਨਵੰਬਰ ਨੂੰ ਪਿਛਲੇ ਸਾਲ ਇੱਕ ਰੈਜ਼ੋਲੂਸ਼ਨ ਪਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਵਾਪਸ ਕਰਕੇ ਕੰਮ ਬੰਦ ਕਰਵਾ ਦਿੱਤਾ ਗਿਆ ਸੀਗਾ, ਉਹਨੂੰ ਦੁਬਾਰਾ ਜ਼ਮੀਨ ਦੀ ਪਟਾਈ ਸ਼ੁਰੂ ਕਰਨਗੇ। ਇਸ ਗੱਲ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਸਾਰਾ ਤਣਾਅ ਬਣਿਆ ਹੋਇਆ ਸੀ। ਪੰਜਾਬ ਦੀ ਸਾਰਾ ਜਿਹੜਾ ਪੁਲਿਸ ਤੰਤਰ ਤੇ ਜਿਹੜਾ ਸਰਕਾਰੀ ਤੰਤਰ ਹੈ ਉਹ ਇਸ ਜਿਹੜਾ ਦਿਨ ਸੀ ਜਿੱਦਣ ਉਹਨਾਂ ਨੇ ਆਉਣਾ ਸੀ ਉਸ ਦਿਨ ਨੂੰ ਜਿਹੜਾ ਹੈ ਉਹ ਸੁਰੱਖਿਅਤ ਤਰੀਕੇ ਦੇ ਨਾਲ ਨੇਪਰੇ ਚਾੜ੍ਹਨ ਵਾਸਤੇ ਜੱਦੋਜਹਿਦ ਕਰ ਰਿਹਾ ਸੀ। ਪੰਜਾਬ ਪੁਲਿਸ ਅਤੇ ਜਿਹੜੀਆਂ ਸੈਂਟਰਲ ਪੁਲਿਸ ਦੀਆਂ ਕੰਪਨੀਆਂ ਵੱਲੋਂ ਜਿਹੜਾ ਹੈ ਉਹ ਸ਼ੰਭੂ ਵਾਰੀਅਰ ਦੇ ਉੱਪਰ 10-10 ਫੁੱਟ ਦੇ ਬੈਰੀਕੇਡ ਵੀ ਲਗਾਏ ਗਏ ਸੀ ਔਰ ਡਰੋਨ ਵੀ ਜਿਹੜੇ ਉੱਥੇ ਉਡਾਏ ਗਏ ਤਾਂ ਕਿ ਜਿਹੜੀ ਦੂਰ ਤੱਕ ਹੈਗੀ ਸਿਚੁਏਸ਼ਨ ਨੂੰ ਵਾਚ ਕੀਤਾ ਜਾ ਸਕੇ। ਹੈਲੀਕਾਪਟਰ ਤੱਕ ਦਾ ਵੀ ਇਸਤੇਮਾਲ ਕੀਤਾ ਗਿਆ। ਹਰਿਆਣਾ ਪੁਲਿਸ ਵੱਲੋਂ ਵੀ ਜਿਹੜੀ ਹੈ ਉਹ ਇੱਕ ਆਪਾਂ ਕਹਿ ਸਕਦੇ ਹਾਂ ਅੰਸ਼ਕ ਤੌਰ 'ਤੇ ਆਪਣੀ ਹਾਜ਼ਰੀ ਲਗਵਾਈ ਗਈ ਕਿ ਉਹ ਵੀ ਨਹੀਂ ਚਾਹੁੰਦੀ ਕਿ ਕਿਸੇ ਤਰੀਕੇ ਦਾ ਬਾਰਡਰ ਦੇ ਉੱਪਰ ਕਨਫਲਿਕਟ ਹੋਵੇ, ਕਿਉਂਕਿ ਪੰਜਾਬ ਦੇ ਵਿੱਚੋਂ ਵੀ ਜੇ ਆਪਾਂ ਗੱਲ ਕਰੀਏ ਬੈਂਸ ਬ੍ਰਦਰਜ਼ ਦੀ ਤੇ ਦਲ ਖਾਲਸਾ ਦੀ, ਇਹਨਾਂ ਵੱਲੋਂ ਵੀ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਅਗਰ ਹਰਿਆਣੇ ਤੋਂ ਲੋਕ ਜਿਹੜੇ INLD ਦੇ ਵਰਕਰ ਹੈਗੇ ਅਗਰ ਪੰਜਾਬ ਵਿੱਚ ਬਣਨਗੇ ਤਾਂ ਉਹ ਜਵਾਬ ਉਹਨਾਂ ਨੂੰ ਜਿਹੜਾ ਹੈ ਪੰਜਾਬ ਦੇ ਵਿੱਚੋਂ ਵੀ ਦੇਣਗੇ। ਇਸ ਗੱਲ ਨੂੰ ਲੈ ਕੇ ਕਾਫੀ ਤਣਾਅ ਬਣਿਆ ਹੋਇਆ ਸੀ। ਹਾਲਾਂਕਿ ਜਿਹੜਾ ਸਿਆਸੀ ਧਿਰਾਂ ਦੇ ਬਹੁਤ ਜ਼ਿਆਦਾ ਇਨਵੋਲਵਮੈਂਟ ਕਰਕੇ ਇੱਕ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਸੀ ਕਿ ਸਿਰਫ ਇੱਕ ਸਿਆਸੀ ਡਰਾਮਾ ਹੋ ਕੇ ਨਿਬੜੇਗਾ, ਜਿਹੜਾ ਕਿ ਵਾਕਿਆ ਹੀ ਇਹ ਸਿਆਸੀ ਡਰਾਮਾ ਹੋ ਕੇ ਨਿਬੜਿਆ। ਅਭੈ ਚੌਟਾਲਾ ਵੱਲੋਂ ਅੰਬਾਲੇ ਤੋਂ ਚੱਲ ਕੇ ਜਦੋਂ ਸ਼ੰਭੂ ਬਾਰਡਰ ਤੱਕ ਆਏ ਤੇ ਹਰਿਆਣਾ ਪੁਲਿਸ ਵੱਲੋਂ ਕੋਈ ਖਾਸ ਪ੍ਰਤੀਕਰਮ ਨਹੀਂ ਦਿਖਾਇਆ ਗਿਆ ਉਹਨਾਂ ਨੂੰ ਪਿੱਛੇ ਰੁਕਣ ਦਾ, ਔਰ ਬਾਰਡਰ ਕ੍ਰਾਸ ਕਰਨ ਲੱਗਿਆ ਵੀ ਹਰਿਆਣਾ ਪੁਲਿਸ ਵੱਲੋਂ ਕੋਈ ਖਾਸ ਜਿਹੜਾ ਹੈ ਉਹਨਾਂ ਨੂੰ ਰੁਕਾਵਟ ਨਹੀਂ ਆਈ ਕਿ ਉਹ ਬਾਰਡਰ ਕ੍ਰਾਸ ਕਰ ਸਕਣ। ਪਰ ਬਾਰਡਰ ਦੇ ਕ੍ਰਾਸ ਕਰਨ ਵੇਲੇ ਉਹਨਾਂ ਨੂੰ ਜਿਹੜਾ ਹੈ ਦਫਾ 144 ਪੰਜਾਬ ਪੁਲਿਸ ਵੱਲੋਂ ਲਗਾਈ ਗਈ ਸੀ। ਉਹਨਾਂ ਦੇ 18-19 MLA ਤੇ ਨਾਲ ਅਭੈ ਚੌਟਾਲਾ ਤੇ ਉਹਨਾਂ ਦੇ ਕੁਝ ਵਰਕਰ ਜਿਹੜੇ 70-75 ਵਰਕਰ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡਰਾਮਾ ਬਹੁਤ ਵੱਡੇ ਪੱਧਰ ਤੇ ਹੋਇਆ। ਪੂਰੇ ਪੰਜਾਬ ਦੀ ਪੁਲਿਸ ਪ੍ਰਸ਼ਾਸਨ ਨੂੰ ਵਿਪਤਾ ਪਾ ਕੇ ਰੱਖੀ। ਪੂਰੇ ਪੰਜਾਬ ਦੇ ਵਿੱਚ ਇੱਕ ਜਿਹੜਾ ਹੈ ਉਹ ਤਣਾਅ ਵਾਲਾ ਮਾਹੌਲ ਬਣਾ ਕੇ ਰੱਖਿਆ ਅਭੈ ਚੌਟਾਲਾ ਨੇ, ਔਰ ਸਿਰਫ ਤੇ ਸਿਰਫ ਦੇਖਣ 'ਚ ਇੱਦਾਂ ਲੱਗ ਰਿਹਾ ਕਿ ਜਿੱਦਾਂ ਉਹ ਸਿਰਫ ਇੱਕ ਸਿਆਸਤ ਕਰਨੀ ਚਾਹੁੰਦੇ ਸੀ। ਪਰ ਇੱਕ ਗੱਲ ਇੱਥੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਘਟਨਾਕ੍ਰਮ ਹੋਇਆ ਉਹਦੇ ਨਾਲ ਦੋਨਾਂ ਸਟੇਟਾਂ ਦੇ ਵਿੱਚ ਇੱਕ ਵਾਰ ਦੁਬਾਰਾ ਤੋਂ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਖਲਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇ ਆਪਾਂ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਇਹ ਕੇਸ ਚੱਲ ਰਿਹਾ ਉਹਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਵੱਲੋਂ ਵੀ ਪੰਜਾਬ ਨੂੰ ਜਿਹੜਾ ਹੈ ਉਹ ਸਾਫ਼-ਸਾਫ਼ ਤੇ ਕਲੀਅਰ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਨਹਿਰ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਕਰਵਾਉਣਾ ਪਏਗਾ, ਕੰਸਟਰਕਸ਼ਨ ਜਿਹੜੀ ਹੈਗੀ ਆ ਉਹ ਸ਼ੁਰੂ ਕਰਵਾਉਣੀ ਪਏਗੀ। ਹਾਲਾਂਕਿ ਪੰਜਾਬ ਸਰਕਾਰ ਨੇ ਇਹ ਗੱਲ ਕੀ ਹੈ ਕਿਉਂਕਿ 16 ਨਵੰਬਰ ਨੂੰ ਅਸੈਂਬਲੀ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨਾਂ ਵਾਪਸ ਕਰ ਦਿੱਤੀਆਂ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਜ਼ਮੀਨਾਂ ਜਿਹੜੀਆਂ ਹਨ ਉਹ ਵਾਪਸ ਲਈਆਂ ਨਹੀਂ ਜਾ ਸਕਦੀਆਂ। ਜੇ ਆਪਾਂ ਬਾਕੀ ਪਾਰਟੀਆਂ ਦੀ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹਦੇ ਉੱਪਰ ਸਿਆਸਤ ਕਰਦਿਆਂ ਦੋਸ਼ ਜਿਹੜਾ ਹੈ ਉਹ ਅਕਾਲੀ ਦਲ ਦੇ ਉੱਪਰ ਲਾਇਆ ਤੇ ਇਹ ਵੀ ਗੱਲ ਕੀਤੀ ਹੈ ਕਿ ਅਕਾਲੀ ਦਲ ਤੇ ਅਭੈ ਚੌਟਾਲਾ ਰਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਦੁਬਾਰਾ ਮਿਲੀਟੈਂਸੀ ਦਾ ਦੌਰ ਆ ਸਕਦਾ। ਅਗਰ ਇਸ ਨਹਿਰ ਦੇ ਮੁੱਦੇ ਨੂੰ ਇਸੇ ਤਰੀਕੇ ਦੇ ਨਾਲ ਹਵਾ ਦਿੰਦੇ ਰਹੇ ਤਾਂ ਪੰਜਾਬ ਦੇ ਵਿੱਚ ਮਿਲੀਟੈਂਸੀ ਜਿਹੜੀ ਹੈਗੀ ਉਹ ਦੁਬਾਰਾ ਆ ਸਕਦੀ ਹੈ। ਆਮ ਆਦਮੀ ਤੋਂ ਭਗਵੰਤ ਮਾਨ ਨੇ ਬੜੇ ਹੀ ਜ਼ੋਰਦਾਰ ਤਰੀਕੇ ਦੇ ਨਾਲ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਕੋਲ ਕੋਈ ਪਾਣੀ ਨਹੀਂ ਹੈ ਤੇ ਪੰਜਾਬ ਦੇ ਕੋਲ ਪਾਣੀ ਨਹੀਂ ਹੈ ਇਸ ਕਰਕੇ ਅਸੀਂ ਜਿਹੜਾ ਹੈ ਪੰਜਾਬ ਦਾ ਪਾਣੀ ਕਿਸੇ ਨੂੰ ਨਹੀਂ ਦਿਆਂਗੇ। ਪੰਜਾਬ ਦੇ ਕੋਲ ਪਹਿਲਾਂ ਹੀ ਬਹੁਤ ਬੁਰੀ ਹਾਲਾਤ ਨੇ ਪਾਣੀ ਨੂੰ ਲੈ ਕੇ, ਪੀਣ ਦਾ ਪਾਣੀ ਨਹੀਂ ਹੈ। ਔਰ ਜੇ ਆਪਾਂ ਗੱਲ ਕਰੀਏ ਬੈਂਸ ਬ੍ਰਦਰਜ਼ ਦੀ, ਉਹਨਾਂ ਨੇ ਵੀ ਇਹਦੇ ਉੱਪਰ ਡਟ ਕੇ ਪਹਿਰਾ ਦੇਣ ਦੀ ਗੱਲ ਕੀਤੀ ਸੀ, ਲਲਕਾਰ ਰੈਲੀ ਕਰਨ ਦੀ ਗੱਲ ਕੀਤੀ ਸੀ, ਪਰ ਉਹਨਾਂ ਨੂੰ ਜਿਹੜਾ ਸ਼ੰਭੂ ਬਾਰਡਰ ਤੋਂ ਪਿੱਛੇ ਹੀ ਉਹਨਾਂ ਨੂੰ ਵੀ ਜਿਹੜਾ ਹੈ ਰੋਕ ਲਿਆ ਗਿਆ ਸੀ ਪੁਲਿਸ ਵੱਲੋਂ ਕਿ ਤਾਂ ਕਿ ਬਾਰਡਰ ਦੇ ਉੱਪਰ ਕੋਈ ਤਣਾਅ ਨਾ ਬਣ ਸਕੇ। ਗੱਲਬਾਤ ਕਾਫੀ ਦਿਨਾਂ ਤੋਂ ਚੱਲ ਰਹੀ ਸੀ
ਬਹੁਤ ਸਾਰੀਆਂ ਸਿਆਸੀ ਧਿਰਾਂ ਇਹ ਵੀ ਗੱਲ ਕਰ ਰਹੀਆਂ ਸੀਗੀਆਂ ਕਿ ਕਿਉਂਕਿ ਅਭੈ ਚੌਟਾਲਾ ਦਾ ਜਿਹੜਾ ਕੋਈ ਖਾਸ ਵਜੂਦ ਨਹੀਂ ਰਿਹਾ ਹਰਿਆਣੇ ਦੀ ਸਿਆਸਤ ਦੇ ਵਿੱਚ, ਉਹ ਆਪਣਾ ਜਿਹੜਾ ਹੈ ਦੁਬਾਰਾ ਪਾਰਟੀ ਨੂੰ ਖੜਾ ਕਰਨ ਵਾਸਤੇ ਆਪਣਾ ਵਜੂਦ ਲੱਭ ਰਿਹਾ। ਪਰ ਇੱਕ ਗੱਲ ਜਿਹੜੀ ਕੱਲ ਅਭੈ ਚੌਟਾਲਾ ਨੇ ਖਾਸ ਕਰਕੇ ਕਹੀ ਹੈ ਕਿ SYL ਦੇ ਮੁੱਦੇ ਦੇ ਉੱਪਰ ਸੰਘਰਸ਼ ਤੋਂ ਬਾਅਦ ਉਹ ਚੰਡੀਗੜ੍ਹ ਦਾ ਮੁੱਦਾ ਵੀ ਜਿਹੜਾ ਹੈ ਉਹਦੇ ਉੱਪਰ ਵੀ ਸੰਘਰਸ਼ ਕਰਨਗੇ। ਇੱਥੋਂ ਇੱਕ ਗੱਲ ਤੇ ਸਪਸ਼ਟ ਹੁੰਦੀ ਹੈ ਕਿ ਹਰਿਆਣਾ ਦੇ ਨਾਲ ਪੰਜਾਬ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੈਗੇ ਆ ਕਿ ਉਹ ਬਹੁਤ ਵਧੀਆ ਨਹੀਂ ਰਹਿਣ ਵਾਲੇ, ਔਰ ਜਿਹੜੀ ਵੀ ਸਰਕਾਰ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਵੀ ਨਵੀਂ ਸਰਕਾਰ ਹੁਣ ਆਏਗੀ ਉਹਦੇ ਵਾਸਤੇ ਇਹ ਇੱਕ ਬਹੁਤ ਹੀ ਚੁਣੌਤੀਪੂਰਨ ਵਿਸ਼ੇ ਹੋ ਜਾਣਗੇ, ਚੰਡੀਗੜ੍ਹ ਦਾ ਮਸਲਾ ਤੇ ਪਾਣੀਆਂ ਦਾ ਮਸਲਾ। ਗੱਲਬਾਤ ਸ਼ੁਰੂ ਕਰਾਂਗਾ ਸ਼ਬਦੀਪ ਜੀ ਤੋਂ। ਸ਼ਬਦੀਪ ਜੀ, ਪੂਰਾ ਕੱਲ ਜੋ ਡਰਾਮਾ ਹੋਇਆ ਸ਼ੰਭੂ ਬਾਰਡਰ ਦੇ ਉੱਪਰ, ਕੀ ਪ੍ਰਤੀਕਰਮ ਹੈ ਤੁਹਾਡਾ ਉਹਦੇ ਉੱਪਰ, ਕੀ ਸੋਚਦੇ ਹੋ ਤੁਸੀਂ ਉਹਦੇ ਬਾਰੇ? ਕੁਲਬੀਰ ਜੀ, ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਸਿਆਸੀ ਨੋਟੰਕੀ ਕੀਤੀ ਗਈ ਅਜੇ ਚੌਟਾਲਾ ਦੀ ਪਾਰਟੀ ਵੱਲੋਂ ਉਹਨਾਂ ਦੀ ਅਗਵਾਈ ਦੇ ਵਿੱਚ, ਇਹਦਾ ਇੱਕ ਜਿਹੜੀ ਸਾਰਥਕ ਪੱਖ ਇਹ ਰਿਹਾ ਕਿ ਸਾਰਾ ਕੁਝ ਸ਼ਾਂਤੀਪੂਰਵਕ ਸਾਡੇ ਸਾਹਮਣੇ ਖਤਮ ਹੁੰਦਾ ਨਜ਼ਰ ਆਇਆ। ਸਾਨੂੰ ਜਿਸ ਕਿਸਮ ਦੇ ਖਤਰੇ ਨਜ਼ਰ ਆਉਣ ਲੱਗ ਪਏ ਸੀ ਪੰਜਾਬ ਦੇ ਵਿੱਚ ਵੀ ਤੇ ਹਰਿਆਣੇ ਦੇ ਵਿੱਚ ਵੀ ਆਮ ਲੋਕਾਂ ਨੂੰ, ਅਸੀਂ ਕਹਿ ਸਕਦੇ ਹਾਂ ਕਿ ਇੱਕ ਵਾਰ ਤਾਂ ਖਤਰਾ ਜ਼ਰੂਰ ਟਲ ਗਿਆ, ਪਰ ਇੱਕ ਜਿਹੜੀ ਇਹਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਲੋਕਾਂ ਦੇ ਮਨਾਂ ਅੰਦਰ ਇੱਕ ਵਾਰ ਫੇਰ ਪੰਜਾਬੀ ਤੇ ਹਰਿਆਣਵੀ ਹੋਣ ਦਾ ਜਿਹੜਾ ਅਹਿਸਾਸ ਹੈ ਉਹਨੂੰ ਜਗਾਏ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਜਿਹੜੀ ਅਗਲੀ ਗੱਲ ਸਾਡੇ ਸਾਹਮਣੇ ਬਹੁਤ ਮਹੱਤਵਪੂਰਨ ਹੈ, ਉਹਨੂੰ ਸਾਨੂੰ ਨੋਟ ਜ਼ਰੂਰ ਕਰਨਾ ਚਾਹੀਦਾ ਹੈ ਕਿ ਇਸ ਨੋਟੰਕੀ ਦੇ ਵਿੱਚ ਪੰਜਾਬ ਦਾ ਕੀ ਰੋਲ ਰਿਹਾ ਤੇ ਹਰਿਆਣਾ ਦੀ ਸਰਕਾਰ ਦਾ ਕੀ ਰੋਲ ਰਿਹਾ। ਜੇ ਅਸੀਂ ਹਰਿਆਣਾ ਦੀ ਸਰਕਾਰ ਦੇ ਰੋਲ ਨੂੰ ਦੇਖੀਏ ਤੇ ਜਿਸ ਤਰੀਕੇ ਦੇ ਨਾਲ ਆਸਾਨੀ ਨਾਲ ਉਹਨਾਂ ਨੇਤਾਵਾਂ ਨੂੰ, ਉਹਨਾਂ ਲੋਕਾਂ ਨੂੰ ਅੱਗੇ ਜਾਣ ਦਾ ਮੌਕਾ ਦਿੱਤਾ ਗਿਆ, ਹਰਿਆਣਾ ਦੀ ਪੁਲਿਸ ਵੱਲੋਂ ਕੋਈ ਬਹੁਤ ਵੱਡਾ ਕੋਈ ਟਕਰਾਅ ਨਹੀਂ ਆਇਆ, ਕੋਈ ਬਹੁਤ ਵੱਡੀ ਸਰਕਾਰ ਵੱਲੋਂ ਕੋਈ ਹਿੰਮਤ ਨਹੀਂ ਕੀਤੀ ਗਈ, ਹਰਿਆਣਵੀ ਪੁਲਿਸ ਵੱਲੋਂ ਕੋਈ ਇੰਨਾ ਜ਼ਬਰਦਸਤ ਵਿਰੋਧ ਨਹੀਂ ਕੀਤਾ ਗਿਆ ਅੱਗੇ ਜਾਣ ਦਾ। ਪਤਾ ਨਹੀਂ ਅੰਦਰ ਖਾਤੇ ਸ਼ਾਇਦ ਪੁਲਿਸ ਦੇ ਵੱਡੇ ਅਫਸਰਾਂ ਨਾਲ ਗੱਲ ਵੀ ਕਰ ਲਈ ਗਈ ਹੋਵੇ ਚੌਟਾਲਾ ਵੱਲੋਂ, ਸ਼ਾਇਦ ਇਸ ਕਰਕੇ ਵੀ ਇਦਾਂ ਦੀ ਗੱਲ ਵਾਪਰੀ ਹੋਵੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ BJP ਦੀ ਸਰਕਾਰ ਨੇ ਕੋਸ਼ਿਸ਼ ਇਹ ਕੀਤੀ ਕਿ ਉਹ ਪੰਜਾਬ ਦੇ ਏਰੀਆ ਦੇ ਵਿੱਚ ਸ਼ਾਮਲ ਹੋ ਜਾਣ, ਉੱਥੇ ਪਹੁੰਚ ਜਾਣ ਤੇ ਜੇ ਕੋਈ ਕਾਰਵਾਈ ਹੋਵੇ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੋਵੇ ਤਾਂ ਉਹ ਪੰਜਾਬ ਦੇ ਸਿਰ ਪਵੇ, ਨਾ ਕਿ BJP ਦੇ ਸਿਰ ਪਵੇ। ਹਾਲਾਂਕਿ ਜ਼ਿੰਮੇਵਾਰੀ ਅਮਨ ਕਾਨੂੰਨ ਦੇ ਲਿਹਾਜ਼ ਨਾਲ, ਜਿਵੇਂ ਸੁਪਰੀਮ ਕੋਰਟ ਨੇ ਵੀ ਹਦਾਇਤ ਕੀਤੀ ਸੀ, ਸਭ ਤੋਂ ਪਹਿਲਾਂ ਲਾਜ਼ਮੀ ਤੌਰ ਤੇ ਅੰਬਾਲੇ ਤੋਂ ਸ਼ੰਭੂ ਬਾਰਡਰ ਵੱਲ ਆਉਂਦੇ ਲੋਕਾਂ ਨੂੰ ਰੋਕਣਾ ਬੇਸਿਕ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ, ਹਰਿਆਣਾ ਪੁਲਿਸ ਦੀ ਸੀ, ਹਰਿਆਣਾ ਪ੍ਰਸ਼ਾਸਨ ਦੀ ਸੀ, ਜਿਹਨੂੰ ਬਿਲਕੁਲ ਵੀ ਨਹੀਂ ਨਿਭਾਇਆ ਗਿਆ। ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਗੱਲ ਹੈ। ਇਹ ਸੱਚਮੁੱਚ ਸਿਆਸੀ ਨਾਟਕ ਹੈ। ਇਹਦਾ ਅਹਿਸਾਸ ਇਸ ਗੱਲ ਤੋਂ ਵੀ ਹੋ ਜਾਂਦਾ ਕਿ ਜਦੋਂ ਕੁਝ ਵਰਕਰ ਇੱਕਦਮ ਬੈਰੀਅਰ ਪਾਰ ਕਰਕੇ ਅੱਗੇ ਆ ਗਏ, ਹਰਿਆਣੇ ਦੀ ਸਰਹੱਦ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਪਾਰ ਕਰ ਲਿਆ, ਤਾਂ ਉਸੇ ਵੇਲੇ ਇੱਕ ਅਨਾਉਂਸਮੈਂਟ ਕੀਤੀ ਗਈ ਕਿ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹ ਉੱਥੇ ਹੀ ਰਹਿ ਜਾਣ, ਜਿਹੜੇ MLAs ਨੇ ਉਹ ਉੱਥੇ ਹੀ ਰਹਿ ਜਾਣ, ਜਿਹੜੇ MP ਨੇ ਚੁਣੇ ਹੋਏ ਉਹ ਉੱਥੇ ਰਹਿ ਜਾਣ, ਜਿਹੜੇ ਸਟੇਟ ਦੇ ਨੇਤਾ ਨੇ ਉਹ ਉੱਥੇ ਹੀ ਰਹਿ ਜਾਣ, ਪਰ ਜਿਹੜੇ ਕਾਰਕੁਨ ਅੱਗੇ ਚਲੇ ਗਏ ਨੇ ਉਹ ਕਿਰਪਾ ਕਰਕੇ ਵਾਪਸ ਆ ਜਾਣ। ਤੇ ਜੋ ਹੀ ਕਾਰਕੁਨ ਵਾਪਸ ਗਏ ਉਦੋਂ ਬਾਕੀ ਦੇ ਬਚੇ ਹੋਏ ਨੇਤਾਵਾਂ ਨੇ ਗ੍ਰਿਫਤਾਰੀਆਂ ਦੇ ਦਿੱਤੀਆਂ, ਜਿਹਦੇ ਤੋਂ ਜ਼ਾਹਰ ਹੋ ਗਿਆ ਕਿ ਇਹ ਸੱਚਮੁੱਚ ਇੱਕ 100% ਦੀ ਪੋਲੀਟੀਕਲ ਨੋਟੰਕੀ ਸੀ। ਪਰ ਪੋਲੀਟੀਕਲ ਨੋਟੰਕੀ ਦਾ ਇੱਕ ਸ਼ਾਂਤੀਪੂਰਵਕ ਐਂਡ ਹੋ ਗਿਆ। ਇਸ ਗੱਲ ਲਈ ਅਸੀਂ ਲਾਜ਼ਮੀ ਤੌਰ ਦੇ ਉੱਤੇ ਇੱਕ ਤਸੱਲੀ ਪ੍ਰਗਟ ਕਰ ਸਕਦੇ ਹਾਂ। ਪਰ ਅਗਲਾ ਸਵਾਲ ਸਾਡਾ ਇਹ ਹੈ ਕਿ ਜਿਸ ਕਿਸਮ ਦੇ ਬਿਆਨ ਸਾਡੇ ਪੋਲੀਟੀਕਲ ਨੇਤਾਵਾਂ ਨੇ ਪੰਜਾਬ ਦੇ ਵਿੱਚੋਂ ਦਿੱਤੇ ਨੇ, ਜਾਂ ਜਿਸ ਕਿਸਮ ਦੇ ਬਿਆਨ ਵੱਖ-ਵੱਖ ਸੁਰਾਂ ਦੇ ਵਿੱਚ ਸਾਹਮਣੇ ਆਏ ਨੇ, ਮੇਰਾ ਖਿਆਲ ਆਪਾਂ ਅਗਲੀ ਗੱਲ ਉਸ ਨੁਕਤੇ ਦੇ ਉੱਤੇ ਅੱਗੇ ਜਾ ਕੇ ਕਰਾਂਗੇ। ਪੋਲੀਟੀਕਲ ਜਿਹੜੀ ਬਿਆਨਬਾਜ਼ੀ ਹੋਈ ਹੈ ਤੇ ਫੌਰੀ ਤੌਰ ਦੇ ਉੱਤੇ ਮੇਰਾ ਖਿਆਲ ਸਭ ਨੂੰ ਜੋ ਘਟਨਾਕ੍ਰਮ ਵਾਪਰਿਆ ਉਹਦੇ ਉੱਤੇ ਕਮੈਂਟ ਦੇ ਲੈਣ ਦੇਣਾ ਚਾਹੀਦਾ ਜੀ। CP ਸਿੰਘ ਜੀ, ਆਪਾਂ ਦੇਖੀਏ ਤੇ ਪੂਰੇ ਦਾ ਪੂਰਾ ਜਿਹੜਾ ਇਹ ਸਿਆਸੀ ਉੱਥੇ ਨਾਟਕ ਖੇਡਿਆ ਗਿਆ, ਉਹਦੇ ਵਿੱਚ ਸਿੰਬੋਲਿਕ ਤੌਰ ਦੇ ਉੱਪਰ ਹਰਿਆਣੇ ਵਾਲੇ ਪਾਸੇ ਹੀ ਜਿਹੜੇ ਉਹਨਾਂ ਦੇ ਅਭੈ ਚੌਟਾਲਾ ਦੀ ਪਾਰਟੀ ਦੇ ਵਰਕਰ ਸੀ, ਉਹਨਾਂ ਨੇ ਜਿਹੜਾ ਹਰਿਆਣੇ ਵਾਲੇ ਪਾਸੇ ਹੀ ਜਿਹੜੀ ਹੈਗੀ ਸੜਕ ਪੱਟ ਕੇ, ਮਿੱਟੀ ਪੱਟ ਕੇ ਜਿਹੜਾ ਹੈ ਸਿੰਬੋਲਿਕ ਤੌਰ ਦੇ ਉੱਪਰ ਇਹ ਵੀ ਗੱਲ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਨਹਿਰ ਦੀ ਪਟਾਈ ਦਾ ਕੰਮ ਜਿਹੜਾ ਹੈ ਉਹਨਾਂ ਨੇ ਸ਼ੁਰੂ ਕਰ ਦਿੱਤਾ। ਕੀ ਲੱਗਦਾ ਤੁਹਾਨੂੰ? ਕੁਲਬੀਰ ਜੀ, ਜਿੱਦਾਂ ਦੀਆਂ ਹਰਕਤਾਂ ਕੱਲ ਉੱਥੇ ਉਹਨਾਂ ਨੇ ਕੀਤੀਆਂ, ਜਿੰਨੇ ਉਹਨਾਂ ਦੇ INLD ਦੇ ਵਰਕਰਸ ਉੱਥੇ ਆਏ ਹੋਏ ਸੀਗੇ,
ਜੋ ਉਹਨਾਂ ਨੇ ਉੱਥੇ ਨਾਅਰੇਬਾਜ਼ੀ ਕੀਤੀ ਹੈ, ਉਹ ਤੋਂ ਇੱਕ ਚੀਜ਼ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਇਹ ਸਾਰੇ ਦਾ ਸਾਰਾ ਪੋਲੀਟੀਕਲ ਡਰਾਮਾ ਸੀਗਾ। The ਕਿਉਂਕਿ person you are speaking with has put your call on hold. Please stay ਨਾ on the ਹੁੰਦਾ line. आप जिस व्यक्ति से बात कर रहे हैं उसने आपकी कॉल को होल्ड पे जी, रखा सीपी जी। है। कृपया लाइन पर बने रहें। ਤੁਸੀਂ सीपी जिस जी। व्यक्ति ਨਾਲ ਗੱਲ ਕਰ ਰਹੇ ਹੋ ਮੇਰਾ ਜੀ, ਖਿਆਲ ਮੈਂ ਮੇਰਾ ਖਿਆਲ ਕੋਈ ਹਾਂਜੀ ਜੀ ਸੀ ਜੀ ਕੰਟੀਨਿਊ ਜੀ। ਸਾਰੇ ਦਾ ਸਾਰਾ ਜੋ ਕੱਲ ਉੱਥੇ ਵਾਪਰਿਆ ਹੈ, ਮੈਂ ਦੁਬਾਰਾ ਰਿਪੀਟ ਕਰਦਾ ਕਿ ਸਾਰਾ ਇੱਕ ਪੋਲੀਟੀਕਲ ਡਰਾਮਾ ਦੀ ਸ਼ੇਪ ਦੇ ਵਿੱਚ ਸਾਰਿਆਂ ਨੂੰ ਦਿਖਿਆ। ਔਰ ਬਿਲਕੁਲ ਜਿਸ ਤਰ੍ਹਾਂ ਦੀ ਉੱਥੇ ਨਾਅਰੇਬਾਜ਼ੀ ਹੋਈ, ਜਿਸ ਤਰ੍ਹਾਂ ਦੀ ਉੱਥੇ ਹੁੱਲੜਬਾਜ਼ੀ ਉਹਨਾਂ ਨੇ ਆਇਰਲੈਂਡ ਦੇ ਵਰਕਰਸ ਨੇ ਉੱਥੇ ਕੀਤੀ, ਇਸ ਕਰਕੇ ਸਾਰੇ ਦੇ ਸਾਰੇ ਨੂੰ ਅਸੀਂ ਪੋਲੀਟੀਕਲ ਡਰਾਮਾ ਹੀ ਕਵਾਂਗੇ। ਕਿਉਂਕਿ ਜੇ ਪੋਲੀਟੀਕਲ ਡਰਾਮਾ ਨਾ ਹੁੰਦਾ ਤਾਂ ਇਹ ਵਾਲੀ ਚੀਜ਼ 50 ਸਾਲ ਤੋਂ ਚੱਲ ਰਹੀ ਹੈ ਕੁਲਵੀਰ ਜੀ, ਇਸ ਨੂੰ ਬੈਠ ਕੇ ਗੱਲਬਾਤ ਕਰਕੇ ਨਜਿੱਠਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਸਾਰੀਆਂ ਪਾਰਟੀਆਂ ਚਾਹੇ ਉਹ ਕੋਈ ਹੋਵੇ ਇਸ ਦੇ ਉੱਪਰ ਪੋਲਿਟਿਕਸ ਖੇਲ ਰਹੀਆਂ ਔਰ ਇਹ ਚੀਜ਼ ਕੱਲ ਕਲੀਅਰ ਹੋ ਚੁੱਕੀ ਹੈ। ਈਵਨ ਕਿ ਤੁਸੀਂ ਦੇਖੋ ਕਿ ਉਹਨਾਂ ਨੇ 27 ਤਰੀਕ ਤੱਕ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਜਿਹੜਾ ਲੈ ਲਿਆ, ਜਿਹੜੇ ਵਰਕਰ ਪਲੱਸ ਜਿਹੜੇ ਉਹਨਾਂ ਦੇ ਮੋਤਬਰ ਬੰਦੇ ਵੀ ਸੀਗੇ ਜਿਨ੍ਹਾਂ ਵਿੱਚ ਅਭੈ ਚੌਟਾਲਾ ਵੀ ਸ਼ਾਮਿਲ ਹੈ, ਉਹਨਾਂ ਨੂੰ ਅਰੈਸਟ ਕੀਤਾ। ਅਰੈਸਟ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਕਿਉਂਕਿ ਕੱਲ ਔਰ 3 ਦਿਨ ਦੀਆਂ ਛੁੱਟੀਆਂ ਸੀਗੀਆਂ, ਇਸ ਕਰਕੇ ਉਹਨਾਂ ਨੂੰ ਜਿਹੜਾ ਪੋਲੀਟੀਕਲ ਡਰਾਮੇ ਦੇ ਤਹਿਤ ਕਹਿ ਲਓ ਜਾਂ ਇੱਕ ਨਿਊਸੈਂਸ ਕ੍ਰੀਏਟ ਕਰਨ ਦੇ ਉਹਦੇ ਵਿੱਚ ਅਰੈਸਟ ਕਰ ਲਿੱਤਾ ਗਿਆ ਸੀਗਾ। ਬਾਕੀ ਜੇ ਅਸੀਂ ਗੱਲ ਕਰੀਏ ਹਰਿਆਣੇ ਦੇ ਕੋਲ ਕਿਸ ਤਰ੍ਹਾਂ ਪਾਣੀ ਆਉਣਾ ਚਾਹੀਦਾ, ਕਿਸ ਤਰ੍ਹਾਂ ਨਹੀਂ ਆਉਣਾ ਚਾਹੀਦਾ, ਕੰਜ਼ੈਕਟਿਵ ਡਿਬੇਟਸ ਦੇ ਵਿੱਚ ਆਪਾਂ ਗੱਲ ਕਰਾਂਗੇ, ਬਟ ਓਵਰਆਲ ਜਿਹੜਾ ਸੀਗਾ ਇਹ ਪੋਲੀਟੀਕਲ ਡਰਾਮਾ ਹੀ ਸੀਗਾ। ਹਾਂ, ਪ੍ਰਮੀਤ ਜੀ ਮੇਰੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਤੋਂ। ਪ੍ਰਮੀਤ ਜੀ, ਓਵਰਆਲ ਪ੍ਰੈਕਟੀਕਲ ਡਰਾਮਾ ਸੀ, ਆਪਣੇ ਸਾਰੇ ਪੈਨਲਿਸਟ ਇਸ ਗੱਲ ਦੇ ਉੱਪਰ ਸਹਿਮਤ ਨੇ। ਜਿਸ ਤਰੀਕੇ ਦੇ ਨਾਲ ਸ਼ਬਦੀਪ ਜੀ ਨੇ ਥੋੜ੍ਹਾ ਜਿਹਾ ਛੂਹਿਆ ਵੀ ਹੈ ਕਿ ਹਰਿਆਣਾ ਦੇ ਵੱਲੋਂ ਬਿਲਕੁਲ ਵੀ ਹਰਿਆਣਾ ਸਰਕਾਰ ਵੱਲੋਂ ਉਹਨਾਂ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਉਹਨਾਂ ਨੂੰ ਰੋਕਿਆ ਜਾਵੇ, ਉਹਨਾਂ ਨੂੰ ਪੂਰਾ ਇੱਕ ਸਿਰਫ ਸਿੰਬੋਲਿਕ ਤੌਰ ਦੇ ਉੱਪਰ ਜਿਹੜਾ ਹੈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਔਰ ਥੋੜ੍ਹੇ ਜਿਹੇ ਕੋਸ਼ਿਸ਼ ਦੇ ਨਾਲ ਹੀ ਜਿਹੜੇ ਉਹ ਸਾਰੇ ਉਹਨਾਂ ਦੇ ਵਰਕਰ ਸੀ ਔਰ ਇਨਕਲੂਡਿੰਗ ਉਹਨਾਂ ਦੇ MLA ਤੇ ਨਾਲ ਅਭੈ ਚੌਟਾਲਾ ਜਿਹੜੇ ਸੀ, ਉਹ ਬੈਰੀਕੇਡ ਜਿਹੜੇ ਹਰਿਆਣਾ ਵੱਲੋਂ ਲਗਾਏ ਗਏ ਸੀ ਉਹਨਾਂ ਨੂੰ ਕ੍ਰਾਸ ਕਰਕੇ ਉਹ ਬਾਰਡਰ ਦੇ ਉੱਪਰ ਆ ਗਏ ਸਨ। ਬੀਜੇਪੀ ਜਿਹੜੀ ਹੈ ਉਹਦੇ ਵੱਲੋਂ ਵੀ ਕੁਝ ਲੋਕਾਂ ਨੇ ਬਿਆਨਬਾਜ਼ੀ ਕੀਤੀ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਹਰਿਆਣਾ ਨੂੰ ਨਹੀਂ ਦਿੱਤਾ ਜਾਏਗਾ, ਪੰਜਾਬ ਦੇ ਵਿੱਚ ਪਾਣੀ ਦੀ ਆਪਣੇ ਕੋਲ ਬਹੁਤ ਘਾਟ ਹੈਗੀ ਆ। ਕੀ ਲੱਗ ਰਿਹਾ ਤੁਹਾਨੂੰ ਕਿ ਬੀਜੇਪੀ ਜਿਸ ਤਰੀਕੇ ਦੇ ਨਾਲ ਸਾਨੂੰ ਸ਼ੁਰੂ ਦੇ ਵਿੱਚ ਲੱਗ ਰਿਹਾ ਸੀਗਾ ਕਿ ਇਹ ਪੂਰੇ ਐਪੀਸੋਡ ਦੇ ਵਿੱਚ ਬੀਜੇਪੀ ਨੂੰ ਨੁਕਸਾਨ ਜ਼ਰੂਰ ਹੋਵੇਗਾ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਹੋਵੇ, ਕੀ ਲੱਗ ਰਿਹਾ ਤੁਹਾਨੂੰ ਕਿ ਬੀਜੇਪੀ ਨੇ ਆਪਣੇ ਆਪ ਨੂੰ ਬੜੇ ਆਪਾਂ ਕਹਿ ਸਕਦੇ ਹਾਂ ਕਿ ਬੜੇ ਸ਼ਾਤਰ ਤਰੀਕੇ ਦੇ ਨਾਲ ਇਹਦੇ ਜਿਹੜਾ ਡੈਮੇਜ ਹੋਣ ਵਾਲਾ ਸੀ ਉਹਨਾਂ ਦੀ ਪਾਰਟੀ ਨੂੰ ਹਰਿਆਣਾ ਦੇ ਵਿੱਚ ਉਹਦੇ 'ਚ ਬਚਾ ਲਿਆ? ਪ੍ਰਮੀਤ ਜੀ, ਹੈਲੋ, ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਜੀ ਜੀ। ਭਾਜੀ ਕੁਐਸਚਨ ਰਿਪੀਟ ਕਰ ਦਿਓ, ਤੁਹਾਡੀ ਆਵਾਜ਼ ਨਹੀਂ ਮੈਨੂੰ ਪ੍ਰੋਪਰ ਆ ਰਹੀ ਸੀ। ਪ੍ਰਮੀਤ ਜੀ, ਅਸੀਂ ਗੱਲਬਾਤ ਇਹੀ ਕਰ ਰਹੇ ਕਿ ਜਿਹੜਾ ਕੱਲ ਪੋਲੀਟੀਕਲ ਪੂਰਾ ਉੱਥੇ ਡਰਾਮਾ ਹੋਇਆ ਉਹਦੇ ਵਿੱਚ ਜੇ ਆਪਾਂ ਬੀਜੇਪੀ ਦਾ ਰੋਲ ਦੇਖੀਏ, ਹਰਿਆਣਾ ਬੀਜੇਪੀ ਦਾ, ਹਰਿਆਣਾ ਸਰਕਾਰ ਦਾ, ਹਰਿਆਣਾ ਪੁਲਿਸ ਦਾ, ਤੇ ਉਹਨਾਂ ਨੇ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਕਿ ਇਹ ਲੋਕ ਜਿਹੜੇ ਹੈਗੇ ਨੇ ਉਹ ਪੰਜਾਬ ਦੇ ਬਾਰਡਰ ਤੱਕ ਪਹੁੰਚ ਜਾਣ। ਹਾਲਾਂਕਿ ਉਹਨਾਂ ਦਾ ਪਹਿਲਾ ਫਰਜ਼ ਬਣਦਾ ਸੀਗਾ ਕਿ ਉਹ ਜਿਹੜਾ ਹਰਿਆਣੇ ਵੱਲੋਂ ਇਹਨਾਂ ਲੋਕਾਂ ਨੂੰ ਪੰਜਾਬ ਵੱਲ ਨਾ ਆਉਣ ਦਿੰਦੇ, ਪਰ ਬੀਜੇਪੀ ਨੇ ਸ਼ਾਇਦ ਆਪਣੇ ਆਪ ਨੂੰ ਪੋਲੀਟੀਕਲ ਤੌਰ ਦੇ ਉੱਪਰ ਬਚਾਉਣ ਵਾਸਤੇ ਤਾਂ ਕਿ ਉਹਨਾਂ ਨੂੰ ਕੋਈ ਡੈਮੇਜ ਨਾ ਹੋਵੇ, ਹਰਿਆਣੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਬੀਜੇਪੀ ਦੇ ਖਿਲਾਫ ਜਿਹੜੀ ਹੈਗੀ ਕੋਈ ਗੱਲ ਨਾ ਜਾਵੇ, ਇਸ ਕਰਕੇ ਉਹਨਾਂ ਨੇ ਜਿਹੜਾ ਸੀ ਅਭੈ ਚੌਟਾਲਾ ਤੇ ਉਹਨਾਂ ਦੇ ਵਰਕਰਾਂ ਨੂੰ ਪੰਜਾਬ ਦੇ ਬਾਰਡਰ ਤੱਕ ਪਹੁੰਚ ਲੈਣ ਦਿੱਤਾ। ਭਾਜੀ ਇਹਦੇ ਵਿੱਚ ਮੈਂ ਇੱਕ ਚੀਜ਼ ਕਲੀਅਰ ਕਰਨੀ ਚਾਹੂੰਗਾ ਕਿ ਇਹਦੇ ਆਪਾਂ ਬੀਜੇਪੀ ਦੀ ਜਿਹੜੀ ਗਵਰਨਮੈਂਟ ਆ ਔਰ ਪੁਲਿਸ ਆ ਉਹਨੂੰ ਅਲੱਗ-ਅਲੱਗ ਕਰਕੇ ਦੇਖਦੇ ਹਾਂ। ਭਾਜੀ ਪੁਲਿਸ ਦਾ ਸਿਸਟਮ ਇੱਕ ਇਹ ਹੁੰਦਾ ਕਿ ਪੁਲਿਸ ਕਦੇ ਵੀ ਤੁਹਾਨੂੰ ਉੱਥੇ ਜਾਣ ਤੋਂ ਨਹੀਂ ਰੋਕੇਗੀ, ਕਿਉਂਕਿ ਉਹਨਾਂ ਨੇ ਪੰਜਾਬ ਦੇ ਬਾਰਡਰ ਦੇ ਵਿੱਚ ਐਂਟਰ ਕਰਨਾ ਸੀ, ਇਸ ਕਰਕੇ ਪੰਜਾਬ ਪੁਲਿਸ ਦਾ ਕੰਮ ਸੀ ਉਹਨਾਂ ਨੂੰ ਰੋਕਣਾ। ਹਰਿਆਣਾ ਪੁਲਿਸ ਨੇ ਉਹਨਾਂ ਨੂੰ ਅੰਬਾਲੇ ਤੋਂ ਦੇਵੀ ਨਗਰ ਤੱਕ ਦੀ ਜਿਹੜੀ ਪਰਮਿਸ਼ਨ ਦਿੱਤੀ ਹੋਈ ਸੀ, ਉਹ ਦੇਵੀ ਨਗਰ ਤੱਕ ਗਏ। ਉਸ ਤੋਂ ਬਾਅਦ ਪੁਲਿਸ ਜਿਹੜੀ ਉਹਨਾਂ ਦੇ ਨਾਲ ਚੱਲਦੀ ਗਈ ਤਾਂ ਕਿ ਉੱਥੇ ਕਿਸੇ ਕਿਸਮ ਦਾ ਲਾਅ ਐਂਡ ਆਰਡਰ ਦਾ ਜਾਂ ਕੋਈ ਐਂਟੀ ਸੋਸ਼ਲ ਐਲੀਮੈਂਟ, ਕੋਈ ਸ਼ਰਾਰਤੀ ਜਿਹੜੇ ਲੋਕ ਨੇ ਉਹ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਾਲ ਖਰਾਬ ਕਰਦੇ। ਇੱਕ ਪੁਲਿਸ ਦਾ ਇੱਕ ਜਿਹੜਾ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਦਾ ਇੱਕ ਸਿਸਟਮ ਹੁੰਦਾ, ਉਹਦਾ ਇਹ ਹਿੱਸਾ ਹੈਗਾ ਕਿ ਪੁਲਿਸ ਉਹਨਾਂ ਨੂੰ ਜਾਣ ਦਿੰਦੀ ਹੈ। ਜਿਸ ਸਟੇਟ ਦੇ ਵਿੱਚ ਉਹ ਰੈਲੀ ਕਰ ਰਹੇ ਨੇ, ਜਿਵੇਂ ਹਰਿਆਣਾ 'ਚ ਰੈਲੀ ਕਰ ਰਹੇ ਸੀ, ਤਾਂ ਹਰਿਆਣਾ ਪੁਲਿਸ ਉਹਨਾਂ ਨੂੰ ਬਾਰਡਰ ਤੇ ਜਾਣ ਤੋਂ ਨਹੀਂ ਰੋਕੇਗੀ, ਪੰਜਾਬ ਪੁਲਿਸ ਉਹਨਾਂ ਨੂੰ ਬਾਰਡਰ ਤੇ ਅੰਦਰ ਆਉਣ ਤੋਂ ਰੋਕੇਗੀ। ਪਰ ਪ੍ਰਮੀਤ ਜੀ, ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ। ਜਦ ਉਹਨਾਂ ਦੀ ਥ੍ਰੈਟ ਕੀ ਸੀਗੀ, ਪੁਲਿਸ ਕੀ ਸਿਰਫ ਇਹੀ ਦੇਖੇਗੀ ਕਿ ਉਹ ਰੈਲੀ ਕਰਨ ਜਾ ਰਹੇ ਨੇ, ਪੁਲਿਸ ਨੂੰ ਇਹ ਵੀ ਤਾਂ ਪਤਾ ਸੀਗਾ ਕਿ ਬਾਰਡਰ ਕ੍ਰਾਸ ਕਰਕੇ ਦੂਸਰੀ ਸਟੇਟ ਦੇ ਵਿੱਚ ਬਣਨ ਜਾ ਰਹੇ ਨੇ ਔਰ ਉਹਦਾ ਜਿਹੜਾ ਹੈਗਾ ਜਿਹੜਾ ਕੋਈ ਵੀ ਨੁਕਸਾਨ ਹੋ ਸਕਦਾ। ਬਿਲਕੁਲ ਹੋ ਸਕਦਾ ਜੀ, ਇਸੇ ਕਰਕੇ ਪੁਲਿਸ ਜਿਹੜੀ ਆ ਉਹ ਜੋ ਇੱਕ ਮਤਲਬ
ਅਨਫੋਰਚੂਨੇਟਲੀ ਸਾਡੇ ਪੁਲਿਸ ਸਿਸਟਮ ਦਾ ਇੱਕ ਹਿੱਸਾ ਹੈ ਕਿ ਪੁਲਿਸ ਸਿਰਫ ਆਪਣੇ ਇਲਾਕੇ ਦੇ ਵਿੱਚ ਲਾਅ ਐਂਡ ਆਰਡਰ ਮੇਨਟੇਨ ਕਰਨਾ ਚਾਹੁੰਦੀ ਹੈ। ਉਹ ਉਹਨਾਂ ਨੂੰ ਹੁੰਦਾ ਕਿ ਜੋ ਵੀ ਅਗਰ ਕੁਝ ਹੋਣਾ ਤਾਂ ਦੂਸਰੇ ਇਲਾਕੇ 'ਚ ਹੋਵੇ, ਔਰ ਇਸੇ ਕਰਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਜ਼ਿਆਦਾ ਸ਼ਿੱਦਤ ਨਾਲ ਰੋਕਿਆ ਇੰਸਟੈਡ ਆਫ ਹਰਿਆਣਾ ਪੁਲਿਸ। ਦੂਸਰੀ ਗੱਲ ਤਾਂ ਵੀ ਆ ਗਈ ਜਿਹੜੀ ਬੀਜੇਪੀ ਗਵਰਨਮੈਂਟ ਜਿਹੜੀ ਆ ਉਹ ਇਸ ਮਾਮਲੇ 'ਚ ਬੈਕਫੁੱਟ ਤੇ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਹੈ, ਹਰਿਆਣਾ 'ਚ ਵੀ ਬੀਜੇਪੀ ਹੈ ਔਰ ਸੈਂਟਰ ਦੇ ਵਿੱਚ ਵੀ ਬੀਜੇਪੀ ਹੈ। ਤਾਂ ਕਿਤੇ ਨਾ ਕਿਤੇ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਬੜੇ ਬਚ ਕੇ ਬਿਆਨ ਦੇ ਰਹੇ ਨੇ। ਉਹਨਾਂ ਨੂੰ 2019 ਵੀ ਨਜ਼ਰ ਆ ਰਿਹਾ। ਬਿਨਾਂ ਕਿਸੇ ਸ਼ੱਕ ਤੋਂ ਮੈਂ ਇਹ ਗੱਲ ਕਹਿ ਸਕਦਾ ਕਿ ਅਬੇ ਚੌਟਾਲਾ ਇਨੈਲੋ ਜਿਹੜੀ ਹੈਗੀ ਆ ਉਹਦੇ ਜਿਹੜੇ ਪਾਰਟੀ ਦੇ ਜਿਹੜੇ ਮੁਖੀ ਹੈਗੇ ਨੇ ਉਹ ਵੀ ਹੁਣੇ ਤੋਂ ਹੀ 2017 ਤੋਂ ਹੀ 2019 ਦੀ ਤਿਆਰੀ ਕਰ ਰਹੇ ਨੇ। ਇਸੇ ਕਰਕੇ ਉਹਨਾਂ ਨੇ ਚੰਡੀਗੜ੍ਹ ਦੇ ਪਾਣੀਆਂ ਦਾ ਮੁੱਦਾ ਲਿਆ, ਇਸੇ ਕਰਕੇ ਬਾਕੀ ਮੁੱਦਾ ਲਿਆ। ਔਰ ਕੱਲ ਵੀ ਮੈਂ ਡਿਬੇਟ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਹਰਿਆਣਾ ਦੀਆਂ ਪੋਲੀਟੀਕਲ ਪਾਰਟੀਆਂ ਵੀ ਇਨੈਲੋ ਦੇ ਨਾਲ ਨਹੀਂ ਚੱਲ ਰਹੀਆਂ, ਜਦਕਿ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਜਿੱਥੇ ਸੂਬੇ ਦੇ ਹਿੱਤ ਦੀ ਗੱਲ ਹੁੰਦੀ ਹੈ ਤਾਂ ਸਾਰੀਆਂ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਨੇ। ਬੀਜੇਪੀ ਗਵਰਨਮੈਂਟ ਜਿਹੜੀ ਹੈ ਉਹ ਬਿਨਾਂ ਦਿੱਲੀ ਦੀ ਹਾਈ ਕਮਾਂਡ ਦੇ ਇਸ਼ਾਰੇ ਤੋਂ ਕੁਛ ਵੀ ਕੋਈ ਜਿਹੜਾ ਬਿਆਨ ਨਹੀਂ ਦੇਣਾ ਚਾਹੁੰਦੀ। ਔਰ ਜਿੱਥੇ ਤੱਕ ਮੇਰੇ ਭਰੋਸੇ ਸੂਤਰਾਂ ਦਾ ਸਵਾਲ ਹੈ, ਉਹਨਾਂ ਨੇ ਜੋ ਮੈਨੂੰ ਦੱਸਿਆ ਉਹ ਇਹ ਹੈ ਕਿ ਕਿਉਂਕਿ ਯੂਪੀ ਦੇ ਵਿੱਚ ਇਲੈਕਸ਼ਨਾਂ ਚੱਲ ਰਹੀਆਂ ਨੇ ਤਾਂ ਉੱਪਰੋਂ ਇਹਨਾਂ ਨੂੰ ਬਿਲਕੁਲ ਸਖਤ ਹਦਾਇਤਾਂ ਨੇ ਕਿ ਕੋਈ ਵੀ ਬੀਜੇਪੀ ਦਾ ਲੀਡਰ SYL ਇਸ਼ੂ ਤੇ ਕਿਸੇ ਵੀ ਕਿਸਮ ਦਾ ਬਿਆਨ ਨਹੀਂ ਦੇਗਾ। ਸੋ ਕੰਕਲੂਜਨ ਆਪਾਂ ਇਹ ਕਰ ਸਕਦੇ ਹਾਂ ਕਿ ਬੀਜੇਪੀ ਜਿਹੜੀ ਆ ਉਸ ਟਾਈਮ ਬਹੁਤ ਸੇਫ ਗੇਮ, ਬਹੁਤ ਆਪਣੇ ਆਪ ਨੂੰ ਇੱਕ ਇਸ ਹਿਸਾਬ ਨਾਲ ਚੱਲ ਰਹੀ ਹੈ ਕਿ ਕੋਈ ਗੱਲ ਨਹੀਂ, ਠੀਕ ਹੈ, ਜੋ ਹੋ ਰਿਹਾ ਦੇਖੀ ਜਾਏਗੀ। ਉਹ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਜਿਹੜਾ ਹੈਗਾ ਉਹ ਜ਼ਿਆਦਾ ਹੈਗਾ ਕਿ ਲਾਅ ਐਂਡ ਆਰਡਰ ਸੂਬੇ ਦਾ ਖਰਾਬ ਨਾ ਹੋਵੇ ਔਰ ਇਨੈਲੋ ਕਿਤੇ ਜ਼ਿਆਦਾ ਮਾਈਲੇਜ ਨਾ ਲੈ ਜਾਵੇ। ਇਨੈਲੋ ਨੇ ਜਦ ਤੱਕ ਪੂਰੀ ਤਰ੍ਹਾਂ ਸਿਰਫ ਇੱਕ ਕੱਲ ਮੈਂ ਉਹਨੂੰ ਅਗਰ ਕਹੂੰਗਾ ਤਾਂ ਸਿਆਸੀ ਦਿਖਾਵਾ ਕੀਤਾ। ਸਮਹਾਉ ਸਾਰੀ ਗੇਮ ਪਲਾਨ ਲੱਗ ਰਹੀ ਸੀ, ਸਾਰਾ ਦਿਨ ਬਹੁਤ ਹੋ ਹੱਲਾ ਹੋਇਆ, ਬਾਬਰ ਵਾਲੇ ਬਹੁਤ ਉੱਤੇ, ਪਰ ਸ਼ਾਮ ਨੂੰ ਬੜੇ ਜਿਸ ਤਰ੍ਹਾਂ ਬੜੀ ਆਸਾਨੀ ਦੇ ਨਾਲ ਇਹ ਸਾਰਾ ਕੁਝ ਦਿਖਦਾ ਨਜ਼ਰ ਆਇਆ। ਇਹਦੇ 'ਚ ਇੱਕ ਭਾਜੀ ਕਾਨੂੰਨੀ ਪੱਖ ਇਹ ਹੈਗਾ ਕਿ ਕਿਉਂਕਿ ਸੁਪਰੀਮ ਕੋਰਟ ਦੇ ਨੇ ਇਹ ਕਿਹਾ ਸੀ ਕਿ ਇਹਨੂੰ ਸਟੇਟਸ ਕੋ ਰੱਖਿਆ ਜਾਵੇ, ਤਾਂ ਕਿਤੇ ਨਾ ਕਿਤੇ ਇਨੈਲੋ ਦੇ ਜਿਹੜੇ ਲੀਡਰ ਸੀ ਉਹਨਾਂ ਨੂੰ ਪਤਾ ਸੀ ਕਿ ਜੇ ਉਹ ਨਹਿਰ ਦੀ ਖੁਦਾਈ ਸੱਚਮੁੱਚ ਕਰਨਗੇ ਤਾਂ ਉਹ ਕੰਟੈਂਪਟ ਆਫ ਕੋਰਟ ਵੀ ਉਹਨਾਂ ਦੇ ਉੱਪਰ ਲੱਗ ਸਕਦਾ। ਉਹ ਉਸ ਚੀਜ਼ ਤੋਂ ਵੀ ਕਿਤੇ ਨਾ ਕਿਤੇ ਉਹ ਬੜੇ ਤਰੀਕੇ ਨਾਲ, ਬੜੀ ਸਫਾਈ ਨਾਲ ਉਹ ਸਾਈਡ ਤੇ ਬਚ ਕੇ ਨਿਕਲ ਗਏ। ਜੀ ਆਪਾਂ ਜੇ ਗੱਲ ਕਰੀਏ ਪੰਜਾਬ ਦੇ ਜਿਹੜੇ ਪੋਲੀਟੀਕਲ ਲੋਕ ਹੈਗੇ ਆ ਉਹਨਾਂ ਦੇ ਬਿਆਨਾਂ ਦੀ, ਤਾਂ ਇੱਕ ਬਿਆਨ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਇਸ ਵਾਰ ਸ਼ੁਰੂ ਹੋ ਗਿਆ ਸੀਗਾ। ਕਾਫੀ ਸਾਲਾਂ ਤੋਂ ਆਪਾਂ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਹੋਈ ਆ, ਪਰ ਇਸ ਵਾਰ ਦੀ ਇਲੈਕਸ਼ਨ ਤੋਂ 3-4 ਮਹੀਨੇ ਜਾਂ 6 ਮਹੀਨੇ ਪਹਿਲਾਂ ਹੌਲੀ ਹੌਲੀ ਇਹ ਸੁਰ ਨਿਕਲਣੇ ਸ਼ੁਰੂ ਹੋ ਗਏ ਸੀ ਕਿ ਪੰਜਾਬ ਦੇ ਵਿੱਚ ਦੁਬਾਰਾ ਮਿਲੀਟੈਂਸੀ ਆ ਸਕਦੀ ਹੈ, ਦੁਬਾਰਾ ਟੈਰਰਿਜ਼ਮ ਆ ਸਕਦਾ ਹੈ। ਘਟਨਾਵਾਂ ਵੀ ਜਿਹੜੀਆਂ ਹੈਗੀਆਂ, ਜਿੰਨੀਆਂ ਵੀ ਹੋਈਆਂ, ਬੇਅਦਬੀ ਦੀਆਂ ਘਟਨਾਵਾਂ ਕਹਿ ਲਓ ਜਾਂ ਉਸ ਤੋਂ ਬਾਅਦ ਹੋਰ ਕੁਝ ਘਟਨਾਵਾਂ ਹੋਈਆਂ ਜਿਨ੍ਹਾਂ ਨੂੰ ਅਕਸਰ ਜਿਹੜੀ ਮੌਜੂਦਾ ਸਰਕਾਰ ਪੰਜਾਬ ਦੀ ਅਕਾਲੀ ਦਲ ਤੇ ਬੀਜੇਪੀ ਉਹ ਜਿਹੜੀ ਹੈ ਉਹ ਟੈਰਰਿਜ਼ਮ ਨਾਲ ਜੋੜ ਕੇ ਦਿਖਾਲਣ ਦੀ ਕੋਸ਼ਿਸ਼ ਕਰਦੀ ਰਹੀ ਆ। ਔਰ ਜਦੋਂ ਤੋਂ ਇਸ ਮੁੱਦੇ ਦੇ ਉੱਪਰ ਗੱਲ ਹੋਣੀ ਸ਼ੁਰੂ ਹੋਈ ਹੈ, ਕੱਲ ਕੈਪਟਨ ਸਾਹਿਬ ਦਾ ਵੀ ਬਿਆਨ ਆ ਗਿਆ ਕਿ ਅਗਰ ਨਹਿਰ ਦਾ ਕੰਮ ਦੁਬਾਰਾ ਸ਼ੁਰੂ ਹੋਇਆ, ਅਗਰ ਨਹਿਰ ਜਿਹੜੀ ਹੈਗੀ ਆ ਉਹਦੇ ਉੱਪਰ ਦੁਬਾਰਾ ਸਰਕਾਰ ਵੱਲੋਂ ਪ੍ਰੈਸ਼ਰ ਪਾ ਕੰਮ ਕਰਵਾਇਆ ਗਿਆ ਤਾਂ ਪੰਜਾਬ ਦੇ ਵਿੱਚ ਮਿਲੀਟੈਂਸੀ ਆ ਸਕਦੀ ਹੈ। ਮੈਂ ਆਪਣੇ ਸਾਥੀ ਪੈਨਲਿਸਟਾਂ ਤੋਂ ਜਾਣਨਾ ਚਾਹਾਂਗਾ, ਕਿਉਂਕਿ ਜੇ ਆਪਾਂ ਪੁਰਾਣਾ ਜਿਹੜਾ ਇਤਿਹਾਸ ਹੈ ਇਸ ਨਹਿਰ ਦਾ ਅਗਰ ਉਹਦੇ ਉੱਪਰ ਨਿਗਾਹ ਮਾਰੀਏ ਤਾਂ ਇੱਕ ਗੱਲ ਤੇ ਜਿਹੜੀ ਹੈਗੀ ਆ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪੰਜਾਬ ਦੇ ਵਿੱਚ ਖੂਨ ਡੁੱਲਣਾ ਸ਼ੁਰੂ ਹੋਇਆ ਸੀ ਉਹ ਇਸ ਨਹਿਰ ਦੇ ਉੱਪਰੋਂ ਜਿਹੜਾ ਹੈ ਉਹਦੀ ਸ਼ੁਰੂਆਤ ਵੀ ਹੋਈ ਸੀ। ਔਰ ਇੱਕ ਲੰਮਾ ਇਤਿਹਾਸ ਰਿਹਾ ਨਹਿਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਸੰਘਰਸ਼ ਦਾ, ਔਰ ਉਸ ਸੰਘਰਸ਼ ਦੇ ਵਿੱਚ ਜਿਹੜੇ ਗਰਮ ਦਲ ਦੇ ਲੋਕ ਸੀ ਉਹਨਾਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦਾ। ਜਿਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਇਸ ਗੱਲ ਨੂੰ ਬਾਰ-ਬਾਰ ਰੱਖ ਰਹੇ ਨੇ ਔਰ ਜਿਹੜੀ ਪੰਜਾਬ ਸਰਕਾਰ ਸੀ ਔਰ ਬਾਦਲ ਵੀ ਬਾਰ-ਬਾਰ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਮਿਲੀਟੈਂਸੀ ਦੁਬਾਰਾ ਆ ਸਕਦੀ ਹੈ, ਮੇਰੇ ਸਾਥੀ ਪੈਨਲਿਸਟ ਕਿੰਨਾ ਕੁ ਸਹਿਮਤ ਨੇ ਕਿ SYL ਨਹਿਰ ਦਾ ਮੁੱਦਾ ਅਗਰ ਦੁਬਾਰਾ ਇਸ ਵਾਰ ਸਾਹਮਣੇ ਉੱਭਰਿਆ, ਕਿਉਂਕਿ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਆਰਡਰ ਕਰ ਰਿਹਾ, ਮੈਨੂੰ ਨਹੀਂ ਲੱਗਦਾ ਕਿ ਬਹੁਤੀ ਦੇਰ ਇਹ ਮੁੱਦਾ ਹੁਣ ਸ਼ਾਂਤ ਰਹਿਣ ਵਾਲਾ। ਭਾਵੇਂ ਕਿ ਪੰਜਾਬ ਸਰਕਾਰ ਨੇ ਆਪਣੀ ਜਿਹੜੀ ਹੈਗੀ ਆ ਅਸਮਰਥਾ ਜਤਾਈ ਹੈ ਕਿ ਅਸੀਂ ਕਿਸਾਨਾਂ ਤੋਂ ਜ਼ਮੀਨਾਂ ਹੁਣ ਵਾਪਸ ਨਹੀਂ ਲੈਣੀਆਂ, ਅਸੀਂ ਉਹਨਾਂ ਨੂੰ ਜ਼ਮੀਨਾਂ ਵਾਪਸ ਦੇ ਚੁੱਕੇ ਹਾਂ। ਇਸ ਕਰਕੇ ਮੇਰਾ ਖਿਆਲ ਹੈ ਇਹ ਮੁੱਦਾ ਜਿਹੜਾ ਹੋਰ ਪਚੀਦਾ ਹੋ ਗਿਆ, ਹੋਰ ਗੁੰਝਲਦਾਰ ਹੋ ਜਾਵੇਗਾ। ਪਰ ਅਗਰ ਇਹ ਮੁੱਦਾ ਇਸੇ ਤਰੀਕੇ ਦੇ ਨਾਲ ਗਰਮ ਰਿਹਾ ਤਾਂ ਕੀ ਮੇਰੇ ਸਾਥੀ ਪੈਨਲਿਸਟਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਦੁਬਾਰਾ ਮਿਲੀਟੈਂਸੀ ਦਾ ਦੌਰ ਆ ਸਕਦਾ, ਜਾਂ ਸਿਰਫ ਸਿਆਸੀ ਲੋਕ ਇਸ ਮੁੱਦੇ ਨੂੰ ਉਸ ਲੈਵਲ ਤੱਕ ਲਿਜਾਣਾ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਜਿਹੜਾ ਹੈ ਉਹ ਪੈਦਾ ਕੀਤਾ ਜਾ ਸਕੇ? ਕੁਲਬੀਰ ਜੀ, ਜੇ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿਓ ਮੈਂ ਗੱਲ ਸ਼ੁਰੂ ਕਰ ਦਿਆਂ। ਜੀ ਸਰਦੀਪ ਜੀ, ਤੁਹਾਡੇ ਤੋਂ ਸ਼ੁਰੂ ਕਰਾਂਗਾ ਜੀ। ਕੁਲਬੀਰ ਜੀ, ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ
ਕਿ ਵਾਪਸ ਜਿਹੜੀ ਆ ਉਹ ਦਹਿਸ਼ਤਗਰਦੀ ਪਰਤ ਰਹੀ ਹੈ, ਤਾਂ ਮੈਨੂੰ ਲੱਗਦਾ ਇਸ ਗੱਲ ਨੂੰ ਤਾਂ ਥੋੜਾ ਜਿਹਾ ਵਧਾ ਚੜਾ ਕੇ ਪੇਸ਼ ਕੀਤੇ ਜਾਣ ਵਾਲੀ ਗੱਲ ਕਿਹਾ ਜਾਏਗਾ, ਕਿਉਂਕਿ ਪੰਜਾਬ ਦੇ ਵਿੱਚ ਘੱਟੋ ਘੱਟ ਉਸ ਦੌਰ ਤੋਂ ਸਿੱਖੇ ਹੋਏ ਲੋਕ, ਉਸ ਦੌਰ ਦੇ ਸਬਕ ਲੋਕ ਹਾਲੇ ਆਪਣੇ ਮਨਾਂ ਚੋਂ ਭੁੱਲੇ ਨਹੀਂ ਗਏ, ਔਰ ਲੋਕਾਂ ਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੋ ਚੁੱਕਾ ਵਾ ਪੰਜਾਬ ਦੇ ਲੋਕਾਂ ਨੂੰ ਕਿ ਉਸ ਰਸਤੇ ਦੇ ਵਿੱਚੋਂ ਸਾਨੂੰ ਕੋਈ ਵੀ ਪ੍ਰਾਪਤੀ ਨਹੀਂ ਹੋਈ, ਉਸ ਰਸਤੇ ਦੇ ਰਾਹੀਂ ਪੰਜਾਬ ਦਾ ਨੁਕਸਾਨ ਜ਼ਿਆਦਾ ਹੋਇਆ ਔਰ ਫਾਇਦਾ ਸਾਨੂੰ ਜ਼ੀਰੋ ਵੀ ਨਹੀਂ ਉਹਦੇ ਚ ਹੋ ਸਕਿਆ। ਇਸ ਗੱਲ ਦਾ ਅਹਿਸਾਸ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਗਹਿਰੀ ਤਰ੍ਹਾਂ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਅਸੀਂ ਲਾ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਸੋ ਕਾਲਡ ਪੰਥਕ ਜਥੇਬੰਦੀਆਂ ਨੂੰ, ਸੋ ਕਾਲਡ ਆਪਣੇ ਆਪ ਨੂੰ ਪੰਜਾਬ ਦੇ ਜਿਹੜੇ ਸਿੱਖ ਸੰਘਰਸ਼ ਦੇ ਆਪਣੇ ਆਪ ਨੂੰ ਵਾਰਸ ਕਹਿੰਦੇ ਨੇ, ਮੈਂ ਤਾਂ ਸੋ ਕਾਲਡ ਸਿੱਖ ਸੰਘਰਸ਼ੀ ਉਹਨੂੰ ਕਹਾਂਗਾ, ਉਹਦੇ ਨਾਲ ਕਿਸੇ ਨੇ ਵੀ ਆਪਣੇ ਆਪ ਨੂੰ ਜੋੜਨ ਦਾ ਬਹੁਤ ਜ਼ਿਆਦਾ ਯਤਨ ਨਹੀਂ ਕੀਤਾ। ਇਹਦੇ ਤੋਂ ਇੱਕ ਗੱਲ ਤਾਂ ਜ਼ਾਹਰ ਹੈ ਕਿ ਪੰਜਾਬ ਦੇ ਲੋਕ ਉਸ ਦੌਰ ਨੂੰ ਵਾਪਸ ਵੇਖਣਾ ਪਸੰਦ ਨਹੀਂ ਕਰਦੇ। ਪਰ ਜਿਸ ਤਰੀਕੇ ਦਾ ਬਿਹੇਵ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਪਾਣੀਆਂ ਦੇ ਸਵਾਲ ਦੇ ਉੱਤੇ ਕੀਤਾ ਜਾ ਰਿਹਾ, ਉਹਦੇ ਤੋਂ ਇੱਕ ਗੱਲ ਤੈਅ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਲੋਕਾਂ ਅੰਦਰ ਇੱਕ ਤਣਾਅ ਜ਼ਰੂਰ ਪੈਦਾ ਹੋਏਗਾ, ਔਰ ਉਸ ਤਣਾਅ ਦੇ ਮੱਦੇਨਜ਼ਰ ਹਰਿਆਣਾ ਤੇ ਪੰਜਾਬ ਦੇ ਵਿੱਚ ਇਦਾਂ ਦੀਆਂ ਕੁਝ ਘਟਨਾਵਾਂ ਜ਼ਰੂਰ ਵਾਪਰ ਸਕਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਜਾਟ ਅੰਦੋਲਨ ਦੇ ਰੰਗ ਵਿੱਚ ਰੰਗੀਆਂ ਹੋਈਆਂ, ਜਿੱਦਾਂ ਦੀਆਂ ਜਾਟ ਅੰਦੋਲਨ ਵੇਲੇ ਇਹ ਘਟਨਾਵਾਂ ਵਾਪਰੀਆਂ ਸੀ। ਹਾਲਾਂਕਿ ਉਦੋਂ ਸਾਰਾ ਅੰਦੋਲਨ ਹਰਿਆਣੇ ਤੱਕ ਸੀਮਿਤ ਸੀ, ਪਰ ਫਿਰ ਵੀ ਉਦੋਂ ਲੋਕ ਕੁਝ ਨਿਸ਼ਾਨਾ ਬਣ ਗਏ ਸੀ ਜਾਟ ਅੰਦੋਲਨ ਦੇ ਕਾਰਕੁਨਾਂ ਦਾ। ਏਦਾਂ ਦੀਆਂ ਕੁਝ ਘਟਨਾਵਾਂ ਦੀ ਸੰਭਾਵਨਾ ਲਾਜ਼ਮੀ ਤੌਰ ਤੇ ਬਣ ਸਕਦੀ ਹੈ ਕਦੇ ਨਾ ਕਦੇ, ਜੇ ਇਸੇ ਤਰ੍ਹਾਂ ਹੀ ਮਾਮਲਾ ਅੱਗੇ ਚਲਾ ਗਿਆ। ਦੂਜੀ ਗੱਲ ਕੁਲਵੀਰ ਜੀ, ਮੈਂ ਇਹ ਕਹਾਂਗਾ ਕਿ ਇਸ ਗੱਲ ਨੂੰ ਵੀ ਅਸੀਂ ਥੋੜਾ ਜਿਹਾ ਐਗਜ਼ਰੇਟ ਕਰ ਦਿੰਦੇ ਹਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਸਿਰਫ ਤੇ ਸਿਰਫ ਪਾਣੀਆਂ ਦੇ ਸਵਾਲ ਦੇ ਉੱਤੇ ਆਈ ਸੀ। ਇਹ ਗੱਲ ਇੰਨੀ ਸਿੰਪਲ ਨਾ ਅਸੀਂ ਕਰੀਏ, ਇਹ ਮੁੱਦਾ ਵੀ ਬੇਸਿਕ ਮੁੱਦਾ ਉਸ ਤਰੀਕੇ ਦੇ ਨਾਲ ਨਹੀਂ ਬਣਦਾ। ਜੇ ਅਸੀਂ ਰਿਐਲਿਟੀ ਦੇਖੀਏ ਪੰਜਾਬ ਦੇ ਇਤਿਹਾਸ ਦੀ, ਪਾਣੀਆਂ ਦੇ ਸਵਾਲ ਦੇ ਉੱਤੇ ਛਿੜਨ ਵਾਲੇ ਸੰਘਰਸ਼ ਦੀ, ਜਦੋਂ ਕਪੂਰੀ ਦੇ ਵਿੱਚ ਇੰਦਰਾ ਗਾਂਧੀ ਨੇ ਇਸੇ ਨਹਿਰ ਦਾ ਟੱਕ ਲਾਇਆ ਸੀ, ਤਾਂ ਉਸ ਟੱਕ ਲਾਉਣ ਵੇਲੇ ਪੰਜਾਬ ਦੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਉਹਨਾਂ ਦਾ ਸਮਰਥਨ ਕਰ ਰਹੀ ਸੀ। ਪਾਣੀਆਂ ਦੇ ਸਵਾਲ ਦੇ ਉੱਤੇ ਸਿਰਫ ਤੇ ਸਿਰਫ ਦੋ ਪਾਰਟੀਆਂ ਲੜਾਈ ਲੜ ਰਹੀਆਂ ਸੀ, ਜਿਨ੍ਹਾਂ ਦੇ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਸੀ, ਉਦੋਂ ਕੋਈ ਬਾਦਲ ਸ਼ਾਦਲ ਇੰਜ ਅਲੱਗ ਕਰਕੇ ਅਕਾਲੀ ਦਲ ਨਹੀਂ ਸੀ ਹੋਇਆ ਕਰਦਾ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੀ, ਦੂਜੇ ਪਾਸੇ ਉਹਦੇ ਨਾਲ CPIM ਸੀ, ਤੇ ਤੀਜੇ ਪਾਸੇ ਜੇ ਅਸੀਂ ਦੇਖ ਲਈਏ ਤਾਂ ਕਾਂਗਰਸ ਤੇ ਈਵਨ CPI ਜਿਹੜੀ ਕਮਿਊਨਿਸਟਾਂ ਦੀ ਦੂਸਰੀ ਪਾਰਟੀ ਹੈ, ਜਿਹੜੀ ਥੋੜੀ ਪ੍ਰੋ ਕਾਂਗਰਸ ਚੱਲਦੀ ਸੀ, ਉਹ ਵੀ ਪਾਣੀਆਂ ਦੇ ਸਵਾਲ ਦੇ ਉੱਤੇ ਪੰਜਾਬ ਦੀ ਲੜਾਈ ਨਹੀਂ ਸੀ ਲੜ ਰਹੀ। ਜੇ ਅਸੀਂ ਲੈਫਟ ਦੇ ਨਕਸਲੀ ਵਿੰਗਾਂ ਦੀ ਵੀ ਗੱਲ ਕਰੀਏ ਤਾਂ ਉਹਨਾਂ ਚੋਂ ਵੀ ਕੋਈ ਉਸ ਪਾਣੀਆਂ ਦੀ ਲੜਾਈ ਦੇ ਸ਼ਬਦੀਪ ਜੀ, ਇਹ ਤਾਂ ਸਿਆਸੀ ਲੜਾਈ ਹੋ ਗਈ ਜੀ। ਗੱਲ ਤੇ ਲੜਾਈ ਜਿਹੜੀ ਲੋਕਾਂ ਵੱਲੋਂ ਵਿਨ ਦਿੱਤੀ ਗਈ ਸੀ, ਕਿਤੇ ਨਾ ਕਿਤੇ ਉਹ ਬਹੁਤ ਵੱਡਾ ਕਾਰਨ ਰਿਹਾ ਉਹ। ਨਹੀਂ, ਮੈਂ ਤੁਹਾਨੂੰ ਇਹ ਕਹਿ ਰਿਹਾ, ਮੈਨੂੰ ਗੱਲ ਨੂੰ ਕੰਪਲੀਟ ਕਰਨ ਦਿਓ, ਉਹਦੇ ਚ ਬਿਲਕੁਲ ਕਲੀਅਰ ਹੋ ਜਾਏਗੀ ਤੁਹਾਡੀ ਗੱਲ, ਜਿਹੜਾ ਤੁਸੀਂ ਖਦਸ਼ਾ ਪ੍ਰਗਟ ਕਰ ਰਹੇ ਹੋ। ਜਦੋਂ ਇਹ ਲੜਾਈ ਚੱਲ ਰਹੀ ਸੀ, ਐਨ ਇਸੇ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਨਕ ਨਿਵਾਸ ਦੇ ਵਿੱਚ ਚਲੇ ਗਏ ਸੀ, ਔਰ ਉਸੇ ਵੇਲੇ ਜਦੋਂ 78 ਦੀਆਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਅਹਿਸਾਸ ਹੋਇਆ ਕਿ ਜਿਸ ਸੰਤ ਭਿੰਡਰਾਂ ਵਾਲੇ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਕਾਂਗਰਸ ਨੇ ਯਤਨ ਕੀਤੇ ਸੀ, ਜਿਸ ਸੰਤ ਭਿੰਡਰਾਂ ਵਾਲੇ ਨੂੰ ਸ਼੍ਰੋਮਣੀ ਕਮੇਟੀ ਚੋਣ ਦੇ ਵਿੱਚ ਅਸੀਂ ਮਾਤ ਦੇ ਦਿੱਤੀ ਸੀ, ਉਹ 78 ਦੀਆਂ ਘਟਨਾਵਾਂ ਤੋਂ ਬਾਅਦ ਇੱਕ ਵਾਰ ਦੁਬਾਰਾ ਸਪੇਸ ਲੈਣ ਦੇ ਯਤਨ ਕਰ ਰਹੇ ਨੇ, ਤੇ ਸਿੱਖ ਭਾਈਚਾਰਾ ਉਹਨਾਂ ਦੇ ਪਿੱਛੇ ਲੱਗ ਸਕਦਾ। ਐਨ ਉਦੋਂ ਕਪੂਰੀ ਦੇ ਮੋਰਚੇ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਲੌਂਗੋਵਾਲ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਡਿਕਟੇਟਰ ਥਾਪਦੇ ਹੋਏ ਇੱਕ ਮੋਰਚੇ ਸੀ, ਜਿਹਦੇ ਵਿੱਚ ਇੱਕ ਮੰਗ ਪਾਣੀਆਂ ਦੀ ਵੀ ਰੱਖੀ ਗਈ ਸੀ। ਪਰ ਜੇ ਰਿਐਲਿਟੀ ਦੇਖੀ ਜਾਵੇ ਤਾਂ ਅਕਾਲੀ ਦਲ ਨੇ ਪਾਣੀਆਂ ਦੀ ਲੜਾਈ ਛੱਡ ਕੇ ਸੰਤ ਭਿੰਡਰਾਂ ਵਾਲੇ ਦੇ ਉਭਾਰ ਦੇ ਖਿਲਾਫ ਇੱਕ ਧਰਮ ਯੁੱਧ ਮੋਰਚਾ ਛੇੜ ਦਿੱਤਾ ਗਿਆ ਸੀ, ਜਿਹੜਾ ਤਕਨੀਕੀ ਤੌਰ ਦੇ ਉੱਤੇ ਕੇਂਦਰ ਦੀ ਸਰਕਾਰ ਸੀ ਖਿਲਾਫ ਸੀ, ਪਰ ਪ੍ਰੈਕਟੀਕਲੀ ਉਹਨਾਂ ਦੀ ਅਪਰੋਚ ਸੀ ਸੰਤ ਭਿੰਡਰਾਂ ਵਾਲੇ ਜਿਹੜੀ ਸਪੇਸ ਲੈ ਰਹੇ ਨੇ, ਉਹ ਸਪੇਸ ਉਹਨਾਂ ਨੂੰ ਨਾ ਲੈਣ ਦਿੱਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਇੱਕ ਤਰ੍ਹਾਂ ਨਾਲ ਕਪੂਰੀ ਮੋਰਚੇ ਨੂੰ ਛੱਡ ਕੇ ਪਾਣੀਆਂ ਦੀ ਲੜਾਈ ਦੇ ਨਾਲ ਮੈਂ ਕਹਾਂਗਾ ਗਦਾਰੀ ਕਰ ਚੁੱਕਾ ਸੀ ਜਦੋਂ ਇਹ ਮੋਰਚਾ ਲੱਗਾ। ਇਸ ਕਰਕੇ ਅਸੀਂ ਐਦਾਂ ਨਹੀਂ ਕਹਿ ਸਕਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ
ਇਸ ਮੁੱਦੇ ਦੇ ਉੱਤੇ ਬਹੁਤ ਵੱਡੀ ਲੜਾਈ ਚੱਲ ਰਹੀ ਸੀ। ਅਸਲ ਪ੍ਰੋਬਲਮ ਉਦੋਂ ਆਈ ਜਦੋਂ ਸੰਤ ਲੌਂਗੋਵਾਲ ਤੇ ਰਾਜੀਵ ਦਰਮਿਆਨ ਸਮਝੌਤਾ ਹੋ ਗਿਆ ਤੇ ਇਸ ਨਹਿਰ ਨੂੰ ਬਣਾਏ ਜਾਣ ਦੀ ਕਾਰਵਾਈ ਇਨ ਪ੍ਰੈਕਟਿਸ ਕਪੂਰੀ ਤੋਂ ਥੋੜੀ ਅੱਗੇ ਨੂੰ ਵਧਾਉਣੀ ਸ਼ੁਰੂ ਕੀਤੀ ਗਈ। ਉਦੋਂ ਦਹਿਸ਼ਤਗਰਦੀ ਪੰਜਾਬ ਦੇ ਵਿੱਚ ਫੈਲ ਚੁੱਕੀ ਸੀ। 84 ਦੀਆਂ ਘਟਨਾਵਾਂ ਈਵਨ ਵਾਪਰ ਚੁੱਕੀਆਂ ਸੀ। ਉਦੋਂ ਦਿੱਲੀ ਦੀਆਂ ਕਤਲੇਆਮ ਵਾਪਰ ਚੁੱਕਾ ਸੀ। ਉਸ ਦੌਰ ਦੇ ਵਿੱਚ ਇਹ ਦੋ ਵੱਡੀਆਂ ਘਟਨਾਵਾਂ ਬਲੂ ਸਟਾਰ ਤੇ ਦਿੱਲੀ ਦਾ ਕਤਲੇਆਮ ਵਾਪਰਨ ਤੋਂ ਬਾਅਦ ਜਦੋਂ ਨਹਿਰ ਦੇ ਉਸਾਰੀ ਸ਼ੁਰੂ ਹੋਈ ਸੀ, ਉਦੋਂ ਜ਼ਰੂਰ ਇੱਥੇ ਇੰਜੀਨੀਅਰ ਮਾਰੇ ਗਏ ਸੀ, ਕਾਰਕੁਨ ਮਾਰੇ ਗਏ ਸੀ, ਜਿਹੜੇ ਵਿਚਾਰੇ ਰੋਟੀ ਰੋਜ਼ੀ ਦੀ ਨਹਿਰ ਦੀ ਉਸਾਰੀ ਦੇ ਵਿੱਚ ਲੱਗੇ ਹੋਏ ਸਨ। ਅਦਰਵਾਈਜ਼ ਇਸ ਮੁੱਦੇ ਦੇ ਉੱਤੇ ਕੋਈ ਪੋਲੀਟੀਕਲ ਲਾਮਬੰਦੀ ਬਣ ਕੇ ਕੋਈ ਸਿਆਸੀ ਹਿੰਸਾ ਇਹਦੇ ਚੋਂ ਪੈਦਾ ਨਹੀਂ ਹੋਈ। ਪਰ ਇੱਕ ਮੁੱਦਾ ਇਹ ਜ਼ਰੂਰ ਰਿਹਾ ਇਸ ਸਾਰੇ ਕੁਝ ਨੂੰ ਵਧਾਉਣ ਦੇ ਵਿੱਚ ਪੰਜਾਬ ਦੇ ਹਾਲਾਤ ਨੂੰ। ਪਰ ਮੈਂ ਸਮਝਦਾ ਇਹਨੂੰ ਤੁਸੀਂ ਦਹਿਸ਼ਤਗਰਦੀ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਹਿੱਤ ਦੀ ਲੜਾਈ ਨਾਲ ਅਸੀਂ ਜੋੜ ਕੇ ਦੇਖੀਏ। ਔਰ ਪੰਜਾਬ ਦੇ ਵਿੱਚ ਇਹ ਧੱਕਾ ਜਿਹੜਾ ਕੀਤਾ ਗਿਆ, ਸੁਪਰੀਮ ਕੋਰਟ ਵੀ ਹੁਣ ਧੱਕਾ ਕਰ ਰਹੀ ਹੈ। ਮੈਂ ਚਾਹਾਂਗਾ ਕਿ ਸੁਪਰੀਮ ਕੋਰਟ ਜੋ ਕਰ ਰਹੀ ਹੈ ਉਹ ਕਿਵੇਂ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ, ਅਸੀਂ ਇਸ ਨੁਕਤੇ ਨੂੰ ਅੱਗੇ ਰੱਖ ਲਈਏ। ਸਾਰੇ ਦੋਸਤ ਦਹਿਸ਼ਤਗਰਦੀ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ ਦਾ ਜਵਾਬ ਦੇ ਲੈਣ। ਬਾਕੀ ਜਿਹੜਾ ਸੁਪਰੀਮ ਕੋਰਟ ਜੋ ਬਿਹੇਵ ਕਰ ਰਹੀ ਹੈ ਉਹ ਮੈਂ ਚਾਹਾਂਗਾ ਅਸੀਂ ਉਸ ਨੂੰ ਇੱਕ ਅਗਲੇ ਸਵਾਲ ਦੇ ਤੌਰ ਤੇ ਵਿਚਾਰ ਲਈਏ। ਜੀ ਸੀਪੀ ਜੀ, ਜਦੋਂ ਕੈਪਟਨ ਸਾਹਿਬ ਕਹਿ ਦਿੰਦੇ ਕਿ ਮਿਲੀਟੈਂਸੀ ਪੰਜਾਬ ਦੇ ਵਿੱਚ ਆ ਜਾਏਗੀ, ਤਾਂ ਕਿਤੇ ਇਸ ਤਰ੍ਹਾਂ ਤਾਂ ਨਹੀਂ ਲੱਗਦਾ ਕਿ ਜਿਹੜੇ ਲੋਕ ਪੰਜਾਬ ਦੇ ਆਪਣੇ ਪਾਣੀਆਂ ਦੇ ਲਈ ਜਿਹੜਾ ਹੈ ਸੰਘਰਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਕੈਪਟਨ ਸਾਹਿਬ ਉਹਨਾਂ ਨੂੰ ਮਿਲੀਟੈਂਟ ਕਹਿਣ ਦੀ ਕੋਸ਼ਿਸ਼ ਕਰ ਰਹੇ ਆ? ਬਿਲਕੁਲ, ਕੈਪਟਨ ਸਾਹਿਬ ਤਾਂ ਬਹੁਤ ਗਲਤ ਸ਼ਬਦਾਂ ਦੇ ਵਿੱਚ ਗੱਲ ਕਰ ਰਹੇ ਨੇ ਕਿ ਖਾਲਿਸਤਾਨੀ ਤੇ ਨਕਸਲੀਆਂ ਦਾ ਗੱਠਜੋੜ ਪੰਜਾਬ ਦੇ ਵਿੱਚ ਹਿੰਸਾ ਪੈਦਾ ਕਰ ਦੇਵੇਗਾ। ਉਹ ਤਾਂ ਵਿੱਚ ਨਕਸਲੀਆਂ ਨੂੰ ਵੀ ਇਨਵੋਲਵ ਕਰ ਲੈਂਦੇ ਨੇ। ਅਸਲ ਦੇ ਵਿੱਚ ਕੈਪਟਨ ਸਾਹਿਬ ਦੀ ਬੜੀ ਪੁਰਾਣੀ ਸਮਝਦਾਰੀ ਹੈਗੀ, ਜਿਹੜੀ ਉਹ ਕਹਿ ਰਹੇ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਖਾਲਿਸਤਾਨੀ ਤੇ ਨਕਸਲੀ ਗੱਠਜੋੜ ਨੇ ਨੁਕਸਾਨ ਕੀਤਾ। ਉਹ ਪੰਜਾਬ ਦੇ ਹਿੱਤਾਂ ਨਾਲੋਂ ਜ਼ਿਆਦਾ ਹਿੰਸਾ ਨੂੰ ਪਹਿਲ ਦੇ ਰਹੇ ਨੇ। ਔਰ ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਬਹੁਤ ਸਾਰੇ ਕਾਂਗਰਸ ਨਾਲ ਜੁੜੇ ਹੋਏ ਸਵਾਲ ਨੇ ਜਿਨ੍ਹਾਂ ਦਾ ਜਵਾਬ ਕੈਪਟਨ ਸਾਹਿਬ ਦੇ ਨਹੀਂ ਸਕਦੇ। ਔਰ ਜਦੋਂ ਉਹ ਦੇ ਵੀ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਸਵਾਲ ਨਹੀਂ ਆ। ਤੁਸੀਂ ਇੱਕ ਵਾਰ ਦੁਬਾਰਾ ਮੈਨੂੰ ਥੋੜਾ ਜਿਹਾ ਸਮਾਂ ਲੈਣਾ ਪਏਗਾ। ਮੈਂ ਬਾਕੀ ਦੋਸਤਾਂ ਤੋਂ ਮਾਫੀ ਮੰਗਾਂਗਾ ਕਿ ਮੈਂ ਇੱਕ ਵਾਰ ਦੁਬਾਰਾ ਜਿਹੜਾ ਸਮਾਂ ਤੁਹਾਡੇ ਕੋਲੋਂ ਲੈ ਰਿਹਾ। ਤੇ ਕੈਪਟਨ ਸਾਹਿਬ ਇੱਕ ਗੱਲ ਹੋਰ ਵਾਰ-ਵਾਰ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਕਿਉਂ ਵਾਰ-ਵਾਰ ਕਹਿ ਰਹੀ ਹੈਗੀ ਕਿ ਨਹਿਰ ਪਹਿਲਾਂ ਬਣਨ ਦਿਓ, ਪਾਣੀਆਂ ਵਾਲੀ ਗੱਲ ਫੇਰ ਸੋਚ ਲਾਂਗੇ, ਜਦੋਂ ਸਾਡੇ ਕੋਲੇ ਪਾਣੀ ਹੀ ਨਹੀਂ, ਨਹਿਰ ਬਣਾਏ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੇਰਾ ਬੇਸਿਕ ਸਵਾਲ ਹੈ ਕਿ ਜੇ ਸਾਡੇ ਕੋਲੇ ਪਾਣੀ ਬਹੁਤ ਜ਼ਿਆਦਾ ਵੀ ਹੋਵੇ, ਸਾਡੇ ਕੋਲੇ 1947 ਤੋਂ ਵੀ ਜ਼ਿਆਦਾ ਪਾਣੀ ਕਿਉਂ ਨਾ ਪੰਜਾਬ ਕੋਲ ਹੋਵੇ, ਬੇਸਿਕ ਗੱਲ ਇਹ ਆ ਕਿ ਪਾਣੀ ਅਸੀਂ ਦੇਣਾ ਕਿ ਨਹੀਂ ਦੇਣਾ ਇਹ ਸਾਡਾ ਹੱਕ ਆ। ਜੇ ਪਾਣੀ ਵੱਧ ਵੀ ਹੋਵੇ, ਕੇਂਦਰ ਨੂੰ ਕੋਈ ਹੱਕ ਨਹੀਂ ਆ ਕਿ ਉਹ ਸਾਡਾ ਪਾਣੀ ਖੋਹ ਕੇ ਹਰਿਆਣੇ ਨੂੰ ਜਾਂ ਰਾਜਸਥਾਨ ਨੂੰ ਦੇ ਦੇਵੇ। ਪਾਣੀ ਵੱਧ ਘੱਟ ਦੀ ਲੜਾਈ ਬਿਲਕੁਲ ਨਹੀਂ ਲੜੀ ਜਾਣੀ ਚਾਹੀਦੀ। ਭਗਵੰਤ ਮਾਨ ਵੀ ਇਹੀ ਕਹਿ ਕੇ ਦਲੀਲ ਦਿੰਦੇ ਨੇ ਕਿ ਸਾਡੇ ਕੋਲੇ ਪਾਣੀ ਨਹੀਂ। ਮੈਂ ਇਸ ਗੱਲ ਨਾਲ ਜੋੜ ਕੇ ਹੀ ਨਹੀਂ ਦੇਖਣਾ ਚਾਹੁੰਦਾ ਕਿ ਪਾਣੀ ਵੱਧ ਆ ਕਿ ਘੱਟ ਆ। ਸਵਾਲ ਇਹ ਆ ਕਿ ਪੰਜਾਬ ਦਾ ਪਾਣੀ ਬਾਹਰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਜੀ ਸੀਪੀ ਜੀ, ਆਪਾਂ ਦੁਬਾਰਾ ਕੈਪਟਨ ਸਾਹਿਬ ਦੇ ਮਿਲੀਟੈਂਸੀ ਵਾਲੇ ਸਵਾਲ ਦੇ ਉੱਪਰ ਆਵਾਂਗੇ। ਪੰਜਾਬ ਦੇ ਲੋਕ ਜਿਹੜੇ ਆਪਣੇ ਪਾਣੀ ਨੂੰ ਬਚਾਉਣ ਖਾਤਰ ਸੰਘਰਸ਼ ਕਰਨਾ ਚਾਹੁੰਦੇ ਨੇ, ਕੈਪਟਨ ਸਾਹਿਬ ਉਹਨਾਂ ਨੂੰ ਤੋੜ ਮਰੋੜ ਕੇ ਮਿਲੀਟੈਂਸੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ। ਹਾਂਜੀ ਕੁਲਵੀਰ ਜੀ, ਔਰ ਇਹਦੇ ਚ ਕੋਈ ਖਾਸ ਮੇਰੇ ਹਿਸਾਬ ਨਾਲ ਕੋਈ ਨਵੀਂ ਗੱਲ ਵੀ ਨਹੀਂ ਹੈ, ਕਿਉਂਕਿ ਪੋਲੀਟੀਕਲ ਲੀਡਰਸ ਜਿਹੜੇ ਹੈਗੇ ਨੇ, ਚਾਹੇ ਉਹ ਅਮਰਿੰਦਰ ਹੋਣ, ਚਾਹੇ ਉਹ ਭਗਵੰਤ ਮਾਨ ਕੱਲ ਸਟੇਟਮੈਂਟ ਦੇ ਕੇ ਗਏ, ਕੱਲ ਉਹ ਚਾਹੇ ਉਹ ਅਕਾਲੀ ਦਲ ਦੇ ਕੋਈ ਵੀ ਲੀਡਰ ਹੋਣ, ਸਾਰੇ ਦੇ ਸਾਰੇ ਆਪਣੀਆਂ ਰੋਟੀਆਂ ਸੇਕ ਰਹੇ ਨੇ। ਪਾਣੀ ਦੇ ਮੁੱਦੇ ਦੇ ਉੱਪਰ ਪੋਲਿਟਿਕਸ ਕੀਤੀ ਜਾ ਰਹੀ ਹੈ, ਹੋਰ ਕੁਝ ਵੀ ਨਹੀਂ ਹੋ ਰਿਹਾ। ਕੁਲਵੀਰ ਜੀ, ਜੇ ਤੁਸੀਂ ਹਰੀ ਕ੍ਰਾਂਤੀ ਲੈ ਕੇ ਵੀ ਆਉਣੀ ਹੈ ਤਾਂ ਹਰੀ ਕ੍ਰਾਂਤੀ ਸਿਰਫ ਨਹਿਰੀ ਪਾਣੀ ਨਾਲ ਨਹੀਂ ਆਉਂਦੀ। ਹਰੀ ਕ੍ਰਾਂਤੀ ਵਾਸਤੇ ਸਾਨੂੰ ਟਿਊਬਵੈਲਸ ਵੀ ਲਾਉਣੇ ਪੈਂਦੇ ਨੇ, ਸਾਨੂੰ ਹੋਰ ਵੀ ਕੁਝ ਇਦਾਂ ਦੀ ਟੈਕਨੀਕਸ ਹੈਗੇ ਜਿਹੜੀਆਂ ਅਡਾਪਟ ਕਰਨੀਆਂ ਪੈਂਦੀਆਂ। ਸੋ ਇਸ ਮੁੱਦੇ ਦੇ ਉੱਪਰ, ਐਸਵਾਈਐਲ ਦੇ ਮੁੱਦੇ ਦੇ ਉੱਪਰ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਆਪਣੇ ਪੋਲਿਟਿਕਸ ਦਾਅ ਖੇਲ ਰਹੀਆਂ ਔਰ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ। ਲੇਕਿਨ ਇੱਕ ਚੀਜ਼ ਉਹਨਾਂ ਨੂੰ ਟੇਕ ਇਟ ਗ੍ਰਾਂਟਡ ਨਹੀਂ ਲੈਣੀ ਚਾਹੀਦੀ ਕਿ ਜਿਨ੍ਹਾਂ ਲੋਕਾਂ ਤੱਕ ਤੁਸੀਂ ਆਪਣੀ ਆਵਾਜ਼ ਪਹੁੰਚਾ ਰਹੇ ਹੋ, ਉਹ ਲੋਕ ਨਹੀਂ ਰਹਿ ਗਏ ਜਿਹੜੇ 84 ਦੇ ਵਿੱਚ ਇਮੋਸ਼ਨਲ ਹੋ ਕੇ ਅਟੈਕਸ ਦੇ ਵਿੱਚ ਸ਼ਾਮਿਲ ਹੋ ਜਾਂਦੇ ਸੀ। ਅੱਜ ਦਾ ਜਿਹੜਾ ਯੂਥ ਹੈ, ਅੱਜ ਦੇ ਜਿਹੜੇ ਲੋਕ ਨੇ, ਉਹਨਾਂ ਦੀ ਸੋਚ ਹੈ ਜਿਹੜੀ ਮੇਰੇ ਹਿਸਾਬ ਨਾਲ ਬਿਲਕੁਲ ਚੇਂਜ ਹੋ ਚੁੱਕੀ ਹੈ। ਔਰ ਇਸ ਹੱਦ ਤੱਕ ਨਹੀਂ ਉਹ ਪਹੁੰਚ ਸਕਦੇ ਕਿ ਦੁਆਰਾ ਮਿਲੀਟੈਂਸੀ ਜਿਹੜੀ ਉਹ ਪੰਜਾਬ ਦੇ ਵਿੱਚ ਆ ਜਾਏ, ਔਰ ਨਾ ਹੀ ਉਹ ਇਸ ਚੀਜ਼ ਨੂੰ ਡਾਈਜੈਸਟ ਕਰਨ ਦੇ ਤੁਸੀਂ ਕਹਿ ਲਓ ਕਿ
ਆਪਣੇ ਆਪ ਨੂੰ ਉਹ ਸક્ષਮ ਨਹੀਂ ਸਮਝਦੇ। ਸੋ ਇਸ ਚੀਜ਼ ਨੂੰ ਪਨਪਾਉਣ ਲਈ, ਇਸ ਚੀਜ਼ ਨੂੰ ਤੁਸੀਂ ਕਹ ਲਓ ਕਿ ਪ੍ਰਵੋਕ ਕਰਨ ਵਾਸਤੇ ਇਦਾਂ ਦੀਆਂ ਸਟੇਟਮੈਂਟ ਦਿੱਤੀਆਂ ਜਾਂਦੀਆਂ। ਹਰ ਇੱਕ ਪਾਰਟੀ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਇੱਕ ਇਦਾਂ ਦੀ ਸਟੇਟਮੈਂਟ ਦੇ ਦਿੰਦੀ ਹੈ ਜਿਹਦੇ ਨਾਲ ਕਿ ਉਹਨੂੰ ਇਹ ਲੱਗਦਾ ਕਿ ਅਸੀਂ ਲੋਕਾਂ ਦੇ ਬਹੁਤ ਨੇੜੇ ਪਹੁੰਚ ਜਾਗੇ, ਅਸੀਂ ਹੀ ਪਾਣੀ ਦੇ ਹਿਤੈਸ਼ੀ ਹਾਂ। ਸੋ ਹਰ ਇੱਕ ਬੰਦਾ ਇਸ ਮੁੱਦੇ ਤੇ ਪੋਲਿਟਿਕਸ ਖੇਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਕੱਲ ਜਦੋਂ ਅਮਰਿੰਦਰ ਸਿੰਘ ਨੇ ਟਵੀਟ ਵੀ ਕੀਤਾ ਸੀ ਇਸ ਮਸਲੇ ਦੇ ਉੱਪਰ ਕਿ ਮਿਲੀਟੈਂਸੀ ਜਿਹੜੀ ਪੰਜਾਬ ਦੇ ਵਿੱਚ ਦੁਬਾਰਾ ਆ ਸਕਦੀ ਹੈ, ਔਰ ਬਿਲਕੁਲ ਸਹੀ ਕਿਹਾ ਤੁਸੀਂ, ਜੇ ਜਦੋਜਹਿਦ ਕਰਨ ਵਾਲਿਆਂ ਨੂੰ ਤੁਸੀਂ ਮਿਲੀਟੈਂਟ ਕਹੋਗੇ ਤਾਂ ਉਸ ਲੋਕਾਂ ਤੱਕ ਤੁਹਾਡਾ ਕਿਸ ਤਰ੍ਹਾਂ ਦਾ ਮੈਸੇਜ ਜਾਂਦਾ ਹੈ, ਕੀ ਲੋਕ ਤੁਹਾਨੂੰ ਉਸ ਤਰ੍ਹਾਂ ਸਮਝਦੇ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਸ਼ਰਮਨਾਕ ਜੀ ਗੱਲ ਹੋ ਜਾਂਦੀ ਹੈ। ਸੋ ਮੈਂ ਤਾਂ ਫਿਰ ਦੁਬਾਰਾ ਕਹੂੰਗਾ ਕਿ ਪੋਲਿਟਿਕਸ ਜਿਹੜੀ ਹੋ ਰਹੀ ਹੈ, ਰੋਟੀਆਂ ਸੇਕਣ ਵਾਸਤੇ ਹੋ ਰਹੀ ਹੈ। ਇਸ ਚੀਜ਼ ਨੂੰ ਯੂਥ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਇਕੱਲੇ ਪਾਣੀਆਂ ਦੇ ਨਾਲ ਹੀ ਸਾਰੇ ਮੁੱਦੇ ਹੱਲ ਨਹੀਂ ਹੁੰਦੇ। ਇੱਕ ਅੱਜ ਜਿਹੜਾ 50 ਸਾਲ ਦਾ ਮੁੱਦਾ ਅੱਜ ਜਿਹੜਾ ਇੰਨਾ ਭੱਕ ਗਿਆ, तो कोई भी ਇਹਦੇ ਤੇ ਕੁਝ ਵੀ ਰਿਜ਼ਲਟ ਆਉਣ ਵਾਲਾ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਵੀ ਇੰਟਰਵੀਨ ਕਰ ਚੁੱਕੀ ਹੈ। ਔਰ ਹਰਿਆਣਾ ਔਰ ਪੰਜਾਬ ਦੇ ਵਿੱਚ ਨੋ ਡਾਊਟ ਥੋੜਾ ਬਹੁਤ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਫ੍ਰਿਕਸ਼ਨ ਜ਼ਰੂਰ ਕ੍ਰੀਏਟ ਹੋ ਸਕਦੀ ਹੈ, ਲੇਕਿਨ ਇਸ ਐਡੇ ਵੱਡੇ ਮੁੱਦੇ ਤੱਕ ਨਹੀਂ ਪਹੁੰਚੇਗੀ ਇਹ ਗੱਲ ਕਿ ਇੱਕ ਤਰ੍ਹਾਂ ਨਾਲ ਪੰਜਾਬ ਦੁਆਰਾ ਫਿਰ ਮਿਲੀਟੈਂਸੀ ਦੇ ਦੌਰ ਤੋਂ ਗੁਜ਼ਰੇ। ਮੇਰੇ ਹਿਸਾਬ ਨਾਲ ਇਹ ਚੀਜ਼ ਨਹੀਂ ਵਾਪਰਨ ਵਾਲਾ। ਔਰ ਤੁਸੀਂ ਦੇਖਣਾ ਜਦੋਂ ਇਹ ਪੂਰੇ ਦਾ ਪੂਰਾ ਇਲੈਕਸ਼ਨ ਦਾ ਦੌਰ 11 ਮਾਰਚ ਤੋਂ ਬਾਅਦ ਸਮਾਪਤ ਹੋ ਗਿਆ, ਇਹ ਪੰਜਾਬ ਮਿਲੀਟੈਂਸੀ ਵੱਲ ਨੂੰ ਨਹੀਂ ਜਾਏਗਾ। ਪਰ ਜਿਹੜੇ ਲੋਕ ਆਪਣੇ ਪਾਣੀ ਦੇ ਲਈ ਸੰਘਰਸ਼ ਕਰਨਗੇ ਜਾਂ ਕੁਝ ਲੋਕ ਜਿਹੜੇ ਜਿਨ੍ਹਾਂ ਦਾ ਜਵਾਬ ਜਿਹੜਾ ਹੈਗਾ ਉਹ ਗਰਮ ਖਿਆਲੀ ਹੋਵੇਗਾ, ਉਹਨਾਂ ਨੂੰ ਇਹ ਮਿਲੀਟੈਂਟ ਫੇਰ ਬਣਾ ਦੇਣਗੇ। ਮੇਰਾ ਸਿੰਪਲ ਇੰਨੀ ਗੱਲ ਸੀ ਕਿ ਕੈਪਟਨ ਸਾਹਿਬ ਪੰਜਾਬ ਦੇ ਲੋਕਾਂ ਨੂੰ, ਆਪਣੇ ਹੱਕਾਂ ਦੇ ਲੜਨ ਵਾਲੇ ਲੋਕ, ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਨੂੰ ਦੁਬਾਰਾ ਮਿਲੀਟੈਂਟ ਕਹਿਣ ਦੀ ਕੋਸ਼ਿਸ਼ ਕਰ ਰਹੇ ਆ। ਬਿਲਕੁਲ ਕਰ ਰਹੇ, ਇਹੀ ਤਾਂ ਮੈਂ ਕਹਿ ਰਿਹਾ। ਉਹ ਸਿਰਫ ਆਪਣੀ ਰੋਟੀਆਂ ਸੇਕ ਰਹੇ ਨੇ ਨਾ ਸਰ। ਉਹ ਆਪਣੀ ਗੱਲ ਕਹਿ ਕੇ ਲੋਕਾਂ ਦੇ, ਜਿਹੜੇ ਲੋਕ ਨਹੀਂ ਚਾਹੁੰਦੇ ਕਿ ਉਹ ਮਿਲੀਟੈਂਟ ਬਣਨ ਜਾਂ ਮਿਲੀਟੈਂਸੀ ਦੁਆਰਾ ਆਵੇ, ਉਹਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੁਝ ਨਹੀਂ ਹੋ ਰਿਹਾ ਹੋਰ। ਇਹ ਸਾਰੀ ਦੀ ਸਾਰੀ ਪੋਲਿਟਿਕਸ ਦੀ ਗੇਮ ਖੇਲੀ ਜਾ ਰਹੀ ਹੈ। ਨਹਿਰੀ ਪਾਣੀਆਂ ਨਾਲ ਹੀ ਕ੍ਰਾਂਤੀ ਨਹੀਂ ਆਉਂਦੀ ਕੁਲਵੀਰ ਜੀ, ਹੋਰ ਬਹੁਤ ਗੱਲਾਂ ਇਦਾਂ ਦੀਆਂ ਹੁੰਦੀਆਂ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਡਿਵੈਲਪਮੈਂਟ ਦਿਖਾ ਕੇ ਲੋਕਾਂ ਨੂੰ ਹੋਰ ਮੁੱਦਿਆਂ ਦੇ ਉੱਪਰ ਵੀ ਭਰਮਾ ਸਕਦੇ ਹੋ। ਕੁਝ ਨਹੀਂ ਹੋ ਰਿਹਾ, ਸਿਰਫ ਪੋਲਿਟਿਕਸ ਹੋ ਰਹੀ ਹੈ। ਪਰਮਜੀਤ ਜੀ, ਕੀ ਲੱਗਦਾ ਤੁਹਾਨੂੰ ਜੀ ਕੈਪਟਨ ਸਾਹਿਬ ਦੇ ਬਿਆਨ ਤੋਂ ਜੀ ਮਿਲੀਟੈਂਸੀ ਪੰਜਾਬ ਵਿੱਚ ਦੁਬਾਰਾ ਆ ਸਕਦੀ ਹੈ ਅਗਰ ਨਹਿਰ ਦਾ ਕੰਮ ਚਾਲੂ ਹੋਇਆ ਤਾਂ? ਮੈਂ ਉਹਨਾਂ ਦੇ ਬਿਆਨ ਨਾਲ ਸਹਿਮਤ ਨਹੀਂ ਹੈਗਾ, ਕਿਉਂਕਿ ਜਿਹੜਾ SYL ਦਾ ਇਸ਼ੂ ਹੈ ਇਹ 1976 ਦੇ ਵਿੱਚ ਸ਼ੁਰੂ ਹੋਇਆ ਸੀਗਾ ਤੇ 1982 ਦੇ ਵਿੱਚ ਕਪੂਰੀ ਦੇ ਵਿੱਚ ਇੰਦਰਾ ਗਾਂਧੀ ਨੇ ਉਹ ਟੱਕ ਲਾਇਆ ਸੀ। ਉਸ ਤੋਂ ਬਾਅਦ 1988 ਦੇ ਵਿੱਚ 30 ਮਜ਼ਦੂਰਾਂ ਦੀ ਹੱਤਿਆ ਮੋਹਾਲੀ ਦੇ ਵਿੱਚ ਪਿੰਡ ਮਜਾਰ ਦੇ ਵਿੱਚ ਕਰ ਦਿੱਤੀ ਗਈ ਸੀ ਤੇ 1990 ਦੇ ਵਿੱਚ 3 ਜੁਲਾਈ ਨੂੰ ਜਿਹੜੇ 2 ਇੰਜੀਨੀਅਰ ਹੈ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਤਾਂ ਜੀ ਇੱਕ ਚੀਜ਼ ਇਹ ਸਮਝਣੀ ਹੋਏਗੀ ਕਿ ਪੋਲੀਟੀਕਲ ਪਾਰਟੀਆਂ ਇੱਕ ਬੇਸਿਕ ਏਜੰਡੇ ਤੇ ਚੱਲਦੀਆਂ ਨੇ ਕਿ ਹਊਆ ਖੜਾ ਕਰੋ ਤੇ ਵੋਟਾਂ ਲਓ। ਇਸ ਚੀਜ਼ ਨੂੰ ਸਮਝਣਾ ਹੋਏਗਾ। ਪੰਜਾਬ ਦੇ ਵਿੱਚ ਅਗਰ ਕੈਪਟਨ ਸਾਹਿਬ ਦਾ ਜਿਹੜਾ ਬਿਆਨ ਹੈ ਕਿ ਮਿਲੀਟੈਂਸੀ ਸ਼ੁਰੂ ਹੋ ਜਾਏਗੀ, ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ। ਮਿਲੀਟੈਂਸੀ ਸ਼ੁਰੂ ਹੋਣ ਦਾ ਇੱਕ ਰੀਜ਼ਨ ਇੱਕ ਛੋਟਾ ਜਿਹਾ ਕਾਰਨ ਹੋ ਸਕਦਾ, ਪਰ ਮਿਲੀਟੈਂਸੀ ਸ਼ੁਰੂ ਹੋਣ ਦੇ ਹੋਰ ਬਹੁਤ ਵੱਡੇ ਕਾਰਨ ਨੇ। ਨਸ਼ਿਆਂ ਦਾ ਮੁੱਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਹਰਿਆਣਾ ਦੇ ਵਿੱਚੋਂ ਇੱਕ ਕੱਲ ਅਬੇ ਚੌਟਾਲਾ ਸਾਹਿਬ ਦੀ ਇੱਕ ਸਟੇਟਮੈਂਟ ਆਈ ਸੀ ਜਿਹੜੀ ਕਿ ਉਹਨਾਂ ਨੇ ਟੀਵੀ ਦੇ ਉੱਪਰ ਇੱਕ ਬਾਈਟ ਦਿੱਤੀ ਸੀ ਕਿ ਜੇ ਪੰਜਾਬ ਹਰਿਆਣਾ ਨੂੰ ਪਾਣੀ ਨਹੀਂ ਦੇਗਾ ਤਾਂ ਅਸੀਂ ਹਰਿਆਣਾ ਦੇ ਵਿੱਚੋਂ ਪੰਜਾਬੀਆਂ ਨੂੰ ਨਿਕਲਣ ਨਹੀਂ ਦੇਵਾਂਗੇ, ਅਸੀਂ ਨੈਸ਼ਨਲ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਪੰਜਾਬ ਦੇ ਜਿਹੜੇ ਵੱਡੇ ਲੀਡਰ ਆ ਜਿਹੜੇ ਅਪੋਜ਼ ਕਰਨਗੇ ਅਸੀਂ ਉਹਨਾਂ ਨੂੰ ਵੀ ਲੰਘਣ ਨਹੀਂ ਦੇਵਾਂਗੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਹੋ ਜਿਹੇ ਜਿਹੜੇ ਬਿਆਨ ਹੁੰਦੇ ਨੇ ਇਹ ਭੜਕਾਊ ਬਿਆਨ ਨੇ, ਔਰ ਮੈਂ ਕਿਤੇ ਨਾ ਕਿਤੇ ਸਮਝਦਾ ਕਿ ਚੌਟਾਲਾ ਸਾਹਿਬ ਬਹੁਤ ਗਲਤ ਰਾਜਨੀਤੀ ਕਰ ਰਹੇ ਨੇ। ਉਹ ਆਪਣੇ ਆਪ ਨੂੰ ਦੁਬਾਰਾ ਰੀਸਟੈਬਲਿਸ਼ ਕਰਨ ਵਾਸਤੇ ਲੋਕਾਂ ਨੂੰ ਜਿਹੜਾ ਇਸਤੇਮਾਲ ਕਰ ਰਹੇ ਨੇ, ਪਾਰਟੀ ਵਰਕਰਾਂ ਨੂੰ ਇਸਤੇਮਾਲ ਕਰਨਗੇ। ਆਮ ਲੋਕਾਂ ਦਾ ਜਿਹੜੇ ਇੱਕ ਪੀਸਫੁਲ ਮਾਹੌਲ ਜਿਹੜਾ ਲੋਕਾਂ 'ਚ ਬਣਿਆ ਹੋਇਆ, ਇੱਕ ਭਾਈਚਾਰਕ ਸਾਂਝ ਜਿਹੜੀ ਪੰਜਾਬ ਹਰਿਆਣਾ ਦੇ ਲੋਕਾਂ 'ਚ ਬਣੀ ਹੈ ਉਹਨੂੰ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ। ਔਰ ਜਿੱਥੋਂ ਤੱਕ ਰਹੀ ਕੈਪਟਨ ਸਾਹਿਬ ਦੇ ਇਸ ਬਿਆਨ ਦੀ ਗੱਲ ਕਿ ਮਿਲੀਟੈਂਸੀ ਜਿਹੜੀ ਹੈ ਉਹ SYL ਦੇ ਇਸ਼ੂ ਤੋਂ ਸ਼ੁਰੂ ਹੋਏਗੀ, ਮੈਂ ਇਹਦੇ ਨਾਲ ਇਤਫਾਕ ਨਹੀਂ ਰੱਖਦਾ। ਮਿਲੀਟੈਂਸੀ ਸ਼ੁਰੂ ਹੋਣ ਦੇ ਕਾਰਨ ਬਹੁਤ ਸਾਰੇ ਪਹਿਲਾਂ ਵੀ ਹੋ ਸੀਗੇ, ਔਰ ਮਿਲੀਟੈਂਸੀ ਤੋਂ ਬੜੀ ਦੇਰ ਪਹਿਲਾਂ ਇਹ ਸਾਰਾ ਇਸ਼ੂ ਜਿਹੜਾ ਸ਼ੁਰੂ ਹੋ ਚੁੱਕਾ ਸੀ। ਇਹਦੇ ਨਾਲ ਇੱਕ ਚੀਜ਼ ਜਿਹੜੀ ਮੈਂ ਹੋਰ ਐਡ ਆਨ ਕਰਨੀ ਚਾਹਾਂਗਾ ਕਿ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਸੀ ਕਿ SYL ਕਨਾਲ ਦਾ ਮਤਲਬ ਹੀ ਹੈ ਜੇ ਸਾਡੇ ਕੋਲ ਪਾਣੀ ਨਹੀਂ ਹੈ। ਉਹ ਦੇਖੋ, ਮੈਂ ਜੋ ਉਹਨਾਂ ਨੇ ਕਿਹਾ ਮੈਂ ਉਹਦੇ ਬਿਆਨ ਤੇ ਪ੍ਰਤੀਕਰਮ ਕਰਾਂਗਾ। ਮੈਂ ਕਿਉਂਕਿ ਮਾਮਲਾ ਸੁਪਰੀਮ ਕੋਰਟ 'ਚ ਹੈ, ਮੈਂ ਸੁਪਰੀਮ ਕੋਰਟ ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਮੇਰੇ ਹਿਸਾਬ ਨਾਲ ਇਸ ਟਾਈਮ ਜੋ ਵੀ ਸਿਆਸੀ ਪਾਰਟੀਆਂ ਦਾ ਜਿਹੜਾ ਇੱਕ ਰੁਖ ਹੈ ਉਹ ਇੱਕ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਬਿਆਨਬਾਜ਼ੀ ਤੋਂ ਅੱਗੇ ਨਹੀਂ ਵੱਧ ਰਿਹਾ, ਕਿਸੇ ਵੀ ਕਿਸਮ ਦੀ ਬਿਆਨਬਾਜ਼ੀ ਤੋਂ ਅੱਗੇ ਨਹੀਂ ਵੱਧ ਰਿਹਾ। ਤੁਸੀਂ ਇਹ ਦੇਖੋ ਕਿ ਭਗਵੰਤ ਮਾਨ ਦੀ ਸਟੇਟਮੈਂਟ ਕੱਲ ਆਈ ਹੈ, ਇਸ ਤੋਂ ਪਹਿਲਾਂ ਭਗਵੰਤ ਮਾਨ ਕਿੱਥੇ ਸੀ, ਆਮ ਆਦਮੀ ਪਾਰਟੀ ਕਿੱਥੇ ਸੀ? ਜਦੋਂ ਇਹ ਸਾਰਾ ਐਪੀਸੋਡ ਹੋ ਗਿਆ ਉਸ ਤੋਂ ਬਾਅਦ ਉਹ ਬਿਆਨ ਦੇ ਰਹੇ ਨੇ। ਕੈਪਟਨ ਸਾਹਿਬ ਜਦੋਂ ਇਹ ਸਾਰਾ ਐਪੀਸੋਡ ਹੋ ਗਿਆ ਉਸ ਤੋਂ ਬਾਅਦ ਇਹ ਬਿਆਨ ਦੇ ਰਹੇ ਨੇ।
ਇੱਕ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਉਹਦੇ ਸਾਰੇ ਲੀਡਰ ਜਿਹੜੇ ਰਾਸ਼ਟਰਪਤੀ ਨੂੰ ਮਿਲਦੇ ਨੇ SYL ਇਸ਼ੂ ਤੇ, ਅਕਾਲੀ ਦਲ ਕਹਿੰਦਾ ਜੀ ਅਸੀਂ ਪੰਜਾਬ ਦੀ ਹਿੱਤਾਂ ਦੀ ਰੱਖਿਆ ਕਰਾਂਗੇ। ਕੱਲ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚੋਂ ਔਰ ਬਕਾਇਦਾ ਆਮ ਆਦਮੀ ਪਾਰਟੀ ਦੇ ਵਿੱਚੋਂ ਕੋਈ ਵੀ ਵਰਕਰ, ਕੋਈ ਵਲੰਟੀਅਰ ਉੱਥੇ ਬਾਰਡਰ ਤੇ ਨਹੀਂ ਗਿਆ। ਸੋ ਇਹ ਲੋਕਾਂ ਨੂੰ ਇੱਕ ਚੀਜ਼ ਸਮਝ ਨਹੀਂ ਹੋਏਗੀ ਕਿ ਪੋਲੀਟੀਕਲ ਪਾਰਟੀਆਂ ਇੱਕ ਹਊਆ ਖੜਾ ਕਰਦੀਆਂ ਨੇ ਤੇ ਉਸੇ ਨੂੰ ਉਹਨਾਂ ਨੇ ਇਨਕੈਸ਼ ਕਰਨਾ ਹੁੰਦਾ। ਲੋਕਾਂ ਨੂੰ, ਆਮ ਲੋਕਾਂ ਨੂੰ ਵੀ ਮੈਂ ਇਹੀ ਅਪੀਲ ਕਰਾਂਗਾ ਕਿ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਮਿਲੀਟੈਂਸੀ ਇਦਾਂ ਨਹੀਂ ਸ਼ੁਰੂ ਹੋਏਗੀ ਤੇ ਕਿਸੇ ਵੀ ਹਾਲ ਦੇ ਵਿੱਚ ਮਿਲੀਟੈਂਸੀ ਸ਼ੁਰੂ ਕਰਨਾ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਦੇ ਹੱਕ ਦੇ ਵਿੱਚ ਇਹ ਗੱਲ ਨਹੀਂ ਹੈਗੀ। ਪੰਜਾਬ ਮੁੜ ਤੋਂ ਉਸੇ ਜਗ੍ਹਾ ਤੇ ਖੜਾ ਹੋ ਜਾਏਗਾ। ਅੱਜ ਜਿਹਨਾਂ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਅਸੀਂ ਉਹਨਾਂ ਨੂੰ ਪੜ੍ਹਾਉਂਦੇ ਆ, ਲਿਖਾਉਂਦੇ ਆ, ਉਹਨਾਂ ਵਾਸਤੇ ਅਸੀਂ ਹਰ ਦਿਨ ਤੋਂ ਲੈ ਕੇ ਰਾਤ ਤੱਕ ਅਸੀਂ ਮਿਹਨਤ ਕਰਦੇ ਹਾਂ, ਉਹਨੂੰ ਅਸੀਂ ਸਿਰਫ ਕਿਸੇ ਇੱਕ ਲੀਡਰ ਦੇ ਕਹਿਣ ਤੇ, ਕਿਸੇ ਇੱਕ ਪਾਰਟੀ ਦੇ ਕਹਿਣ ਤੇ ਦੁਬਾਰਾ ਅਸੀਂ ਉਸ ਮਿਲੀਟੈਂਸੀ ਵਾਲੇ ਪਾਸੇ ਨਹੀਂ ਜਿਹੜਾ ਉਹ ਚੱਲ ਸਕਦੇ ਹੈਗੇ। ਜੀ ਸ਼ਬਦੀਪ ਜੀ, ਤੁਸੀਂ ਗੱਲ ਕੀਤੀ ਸੀ, ਆਪਾਂ ਅਗਲੇ ਸਵਾਲ ਵੱਲ ਚੱਲੀਏ ਕਿ ਚਟਾਲਿਆਂ ਦਾ ਤੇ ਬਾਦਲਾਂ ਦਾ ਜਿਹੜਾ ਸਬੰਧ ਹੈ, ਜਿਹੜਾ ਉਹਨਾਂ ਦਾ ਪਿਆਰ ਹੈ, ਉਹਦੇ ਉੱਪਰ ਜਿਹੜੀਆਂ ਵਿਰੋਧੀ ਪਾਰਟੀਆਂ ਹੈਗੀਆਂ ਕਾਫੀ ਬਿਆਨਬਾਜ਼ੀ ਕਰ ਰਹੀਆਂ ਕਿ ਉਹ ਜਿਹੜਾ ਹੈ ਬਾਦਲਾਂ ਵੱਲੋਂ ਜਾਣਬੁੱਝ ਕੇ ਆਉਣ ਵਾਲੀ ਸਰਕਾਰ ਦੇ ਵਾਸਤੇ ਜਿਹੜੇ ਟੋਏ ਪੁੱਟੇ ਜਾ ਰਹੇ ਆ ਤਾਂ ਕਿ ਉਹ ਸਹੀ ਤਰੀਕੇ ਨਾਲ ਕੰਮ ਨਾ ਕਰ ਸਕੇ ਔਰ ਚਟਾਲਿਆਂ ਨੂੰ ਹਰਿਆਣੇ ਦੇ ਵਿੱਚ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਜਿਹੜਾ ਸੁਪਰੀਮ ਕੋਰਟ ਦੇ ਇੰਨੇ ਸਖਤ ਆਰਡਰ ਆ ਰਹੇ ਨੇ, ਪੰਜਾਬ ਅਸੈਂਬਲੀ ਦੇ ਵਿੱਚੋਂ ਰੈਜ਼ੋਲੂਸ਼ਨ ਪਾਸ ਵੀ ਹੋ ਚੁੱਕਿਆ, ਉਸ ਤੋਂ ਬਾਅਦ ਵੀ ਸੁਪਰੀਮ ਕੋਰਟ ਕਹਿੰਦਾ ਕਿ ਪੰਜਾਬ ਨੂੰ ਇਹ ਕੰਮ ਸ਼ੁਰੂ ਕਰਾਉਣਾ ਹੀ ਪਵੇਗਾ ਔਰ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਕਰਾਉਣਾ ਪਵੇਗਾ। ਕੀ ਲੱਗਦਾ ਤੁਹਾਨੂੰ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਵੱਲੋਂ ਆਪਣਾ ਪੱਖ ਸਹੀ ਪੇਸ਼ ਨਹੀਂ ਕੀਤਾ ਗਿਆ, ਜਾਂ ਸੁਪਰੀਮ ਕੋਰਟ ਜੋ ਜਿਹੜੀਆਂ ਇੱਕ ਕਾਨੂੰਨ ਦੇ ਕਾਨੂੰਨ ਬਣਾ ਕੇ ਜਿਹੜਾ ਇੱਕ ਪੰਜਾਬ ਦਾ ਪਾਣੀ ਖੋਇਆ ਗਿਆ ਸੀਗਾ, ਸੁਪਰੀਮ ਕੋਰਟ ਸਿਰਫ ਉਹਨੂੰ ਦੇਖ ਰਿਹਾ, ਉਹ ਅੱਜ ਦੇ ਹਾਲਾਤ ਨੂੰ ਵੀ ਨਹੀਂ ਦੇਖ ਰਿਹਾ ਔਰ ਪੰਜਾਬ ਦੇ ਹੱਕ ਦੀ ਗੱਲ ਵੀ ਨਹੀਂ ਦੇਖ ਰਿਹਾ? ਕੁਲਬੀਰ ਜੀ, ਮੈਂ ਇਸ ਤਰ੍ਹਾਂ ਦੀ ਕਿਸੇ ਧਾਰਨਾ ਦਾ ਕਾਇਲ ਨਹੀਂ ਹਾਂ ਕਿ ਜੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਤੇ ਸੁਪਰੀਮ ਕੋਰਟ ਨੇ ਸਟੇਟਸ ਕੋ ਦੀ ਗੱਲ ਕਰ ਦਿੱਤੀ ਹੈ ਤੇ ਅਸੀਂ ਸੁਪਰੀਮ ਕੋਰਟ ਤੇ ਟਿੱਪਣੀ ਨਹੀਂ ਕਰ ਸਕਦੇ, ਇਹਦੇ ਨਾਲ ਕੋਈ ਅਦਾਲਤ ਦੀ ਤੋਹੀਨ ਹੋ ਜਾਏਗੀ। ਜੇ ਸੁਪਰੀਮ ਕੋਰਟ ਵੀ ਕੋਈ ਗਲਤ ਫੈਸਲਾ ਕਰਦੀ ਹੈ ਤਾਂ ਸਾਨੂੰ ਇਸ ਗੱਲ ਦਾ ਬਿਲਕੁਲ ਹੱਕ ਹੈ ਕਿ ਅਸੀਂ ਉਸ ਫੈਸਲੇ ਬਾਰੇ ਕਮੈਂਟ ਕਰ ਸਕੀਏ ਔਰ ਉਹਦੇ ਉੱਤੇ ਕਮੈਂਟ ਕਰਨਾ ਕਿਸੇ ਵੀ ਤਰੀਕੇ ਦੇ ਨਾਲ ਅਦਾਲਤ ਦੀ ਤੋਹੀਨ ਨਹੀਂ ਹੈ, ਨਾ ਉਹ ਅਦਾਲਤ ਦੀ ਕਾਨੂੰਨ ਦੀ ਕੋਈ ਉਲੰਘਣਾ ਵਾ, ਬਿਲਕੁਲ ਵੀ ਏਦਾਂ ਦੀ ਕੋਈ ਗੱਲ ਨਹੀਂ ਹੈ। ਸਵਾਲ ਬਹੁਤ ਹੀ ਕਲੀਅਰ ਹੈ ਕਿ ਪੰਜਾਬ ਦੇ ਨਾਲ ਜੋ ਬੇਸਿਕ ਧੱਕਾ ਹੋਇਆ, ਮੈਂ ਇਹ ਗੱਲ ਵਾਰ-ਵਾਰ ਉਠਾ ਰਿਹਾ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਨਾਲ ਜਿਸ ਨੁਕਤੇ ਤੋਂ ਲੜਾਈ ਲੜੀ ਜਾਣੀ ਚਾਹੀਦੀ ਹੈ ਉਸ ਨੁਕਤੇ ਤੋਂ ਲੜਾਈ ਜਾਣ-ਬੁੱਝ ਕੇ ਨਹੀਂ ਲੜੀ ਜਾ ਰਹੀ ਸਿਆਸੀ ਪਾਰਟੀਆਂ ਵੱਲੋਂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਨਹਿਰ ਦੀ ਪੁਟਾਈ ਦਾ ਕੰਮ ਟੱਕ ਲਾਉਣ ਆਉਣਾ ਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ, ਬੇਸ਼ੱਕ ਮੈਂ ਉਦੋਂ ਹੁਣ ਵਾਂਗ ਸਿਆਸੀ ਤੌਰ ਤੇ ਬਹੁਤ ਜ਼ਿਆਦਾ ਚੇਤਨ ਨਾ ਵੀ ਹੋਵਾਂ, ਪਰ ਮੈਨੂੰ ਇੱਕ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਹੈ ਉਹਨਾਂ ਦਿਨਾਂ ਦੇ ਵਿੱਚ ਵੀ ਕਿ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ ਕੋਲੋਂ ਸੁਪਰੀਮ ਕੋਰਟ ਦੇ ਵਿੱਚ ਕੀਤਾ ਗਿਆ ਕੇਸ ਵਾਪਸ ਕਰਵਾਇਆ ਗਿਆ ਸੀ ਔਰ ਉਸ ਕੇਸ ਦੇ ਵਿੱਚ ਬਹੁਤ ਕਲੀਅਰ ਇਹ ਕਿਹਾ ਗਿਆ ਸੀ ਕਿ ਜਿਹੜਾ ਪਾਣੀ ਵੰਡ ਹੋ ਚੁੱਕੀ ਆ ਹਰਿਆਣਾ ਦੀ, ਜਿਹੜੇ ਦਰਿਆ ਪੰਜਾਬ ਦੇ ਹਿੱਸੇ ਦੇ ਵਿੱਚ ਆ ਗਏ ਨੇ ਉਹਨਾਂ ਦਾ ਪਾਣੀ ਹਰਿਆਣੇ ਨੂੰ ਨਹੀਂ ਦਿੱਤਾ ਜਾ ਸਕਦਾ। ਜਿਹੜੇ ਦਰਿਆ ਉਹਦੇ 'ਚ ਯਮੁਨਾ ਵੀ ਸ਼ਾਮਲ ਹੈ ਉਹ ਹਰਿਆਣਾ ਦੇ ਵਿੱਚ ਆ ਗਏ ਨੇ, ਉਹਦਾ ਪਾਣੀ ਪੰਜਾਬ ਵੱਲ ਨੂੰ ਸ਼ਿਫਟ ਨਹੀਂ ਕੀਤਾ ਜਾ ਸਕਦਾ। ਇਹ ਗੱਲ ਬਹੁਤ ਕਲੀਅਰ ਉਸ ਕਾਨੂੰਨ ਦੇ ਤਹਿਤ ਮੰਨੀ ਗਈ ਸੀ ਔਰ ਸਾਡੇ ਦੇਸ਼ ਦੇ ਵਿੱਚ ਈਵਨ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਜਦੋਂ ਵੀ ਕੋਈ ਏਦਾਂ ਦਾ ਮਸਲਾ ਆਇਆ, ਕਦੇ ਵੀ ਏਦਾਂ ਨਹੀਂ ਵਾਪਰਿਆ ਕਿ ਪਾਣੀਆਂ ਦੇ ਸਵਾਲ ਦੇ ਉੱਤੇ ਜਿਹੜਾ ਰਿਪੇਰੀਅਨ ਲਾ ਨੂੰ ਲਾਗੂ ਨਾ ਕੀਤਾ ਗਿਆ ਹੋਵੇ। 1874 ਦੇ ਵਿੱਚ ਅਸਾਮ ਤੇ ਬੰਗਾਲ ਨੂੰ ਅਲੱਗ ਕੀਤਾ ਜਾਂਦਾ ਪਰ ਪਾਣੀਆਂ ਦੇ ਸਵਾਲ ਨੂੰ ਰਿਪੇਰੀਅਨ ਲਾ ਦੇ ਤਹਿਤ ਹੱਲ ਕੀਤਾ ਜਾਂਦਾ, ਉਹਦੀ ਕੋਈ ਪਾਣੀਆਂ ਦੀ ਵੰਡ ਨਹੀਂ ਕੀਤੀ ਜਾਂਦੀ। 1901 ਦੇ ਵਿੱਚ ਸੂਬਾ ਸਰਹਿੰਦ ਨੂੰ ਪੰਜਾਬ ਨਾਲੋਂ ਵੱਖ ਕੀਤਾ ਜਾਂਦਾ, ਜਿਹਨੂੰ ਅੱਜ ਕੱਲ੍ਹ ਫਰੰਟੀਅਰ ਸੂਬਾ ਪਾਕਿਸਤਾਨ ਦਾ ਕਹਿੰਦੇ ਆ। ਉਦੋਂ ਪ੍ਰਦੇਸ਼ ਵੱਖਰਾ ਬਣਾਏ ਜਾਣ ਦੇ ਉੱਤੇ ਪਾਣੀਆਂ ਦਾ ਸਵਾਲ ਰਿਪੇਰੀਅਨ ਲਾ ਦੇ ਤਹਿਤ ਹੱਲ ਕੀਤਾ ਜਾਂਦਾ। ਨੈਚੁਰਲ ਜਿੱਥੇ ਹੱਕ ਬਣ ਜਾਂਦਾ, ਕੁਦਰਤੀ ਜਿੱਥੇ ਦਰਿਆ ਵਗਦੇ ਨੇ ਉਹਨਾਂ ਦਾ ਹੱਕ ਮਿਲ ਜਾਂਦਾ ਉਹਨਾਂ ਨੂੰ। ਬਿਹਾਰ, ਉੜੀਸਾ, ਬੰਗਾਲ ਜਦੋਂ ਵੱਖਰੇ ਹੁੰਦੇ ਨੇ ਉਦੋਂ ਪਾਣੀਆਂ ਦੇ ਸਵਾਲ ਦੇ ਉੱਤੇ ਕੋਈ ਲੜਾਈ ਨਹੀਂ ਕੀਤੀ ਜਾਂਦੀ। 1936 ਦੇ ਵਿੱਚ ਅੰਗਰੇਜ਼ਾਂ ਦੇ ਰਾਜ ਵੇਲੇ ਜਦੋਂ ਉੜੀਸਾ ਤੇ ਬਿਹਾਰ ਵੱਖੋ ਵੱਖਰੇ ਹੁੰਦੇ ਨੇ ਉਦੋਂ ਕੋਈ ਇਸ ਕਿਸਮ ਦਾ ਝਗੜਾ ਨਹੀਂ ਬਣਾਇਆ ਜਾਂਦਾ। ਇਸੇ ਤਰ੍ਹਾਂ ਜਦੋਂ 1953 ਦੇ ਵਿੱਚ ਆਂਧਰਾ ਪ੍ਰਦੇਸ਼ ਬਣਦਾ ਵਾ
ਉਦੋਂ ਵੀ ਗੋਦਾਵਰੀ ਤੇ ਕ੍ਰਿਸ਼ਨਾ ਦੇ ਪਾਣੀਆਂ ਦੇ ਸਵਾਲ ਦੇ ਉੱਤੇ ਰਿਪੇਰੀਅਨ ਲਾ ਨੂੰ ਮੰਨ ਲਿਆ ਜਾਂਦਾ, ਔਰ ਮਦਰਾਸ ਦਾ ਕਿਉਂਕਿ ਹੱਕ ਸੀ ਪੁਰਾਣੀ ਮਦਰਾਸ ਸਟੇਟ ਦਾ, ਇਸ ਕਰਕੇ ਉਹਦੇ ਚੋਂ ਬਿਲਕੁਲ ਵੀ ਆਂਧਰਾ ਪ੍ਰਦੇਸ਼ ਨੂੰ ਪਾਣੀ ਨਹੀਂ ਦਿੱਤਾ ਜਾਂਦਾ। ਤੇ ਜੇ ਅਸੀਂ ਦੇਸ਼ ਤੋਂ ਆਜ਼ਾਦੀ ਤੋਂ ਬਾਅਦ ਦੀਆਂ ਕੁਝ ਗੱਲਾਂ ਬਾਰੇ ਵੀ ਚਰਚਾ ਕਰ ਲਈਏ, ਜਿਹੜੀ ਮੈਂ ਪਹਿਲਾਂ ਕੀਤੀ ਹੈਗੀ 1953 ਵਾਲੀ, ਉਹ ਆਜ਼ਾਦੀ ਤੋਂ ਬਾਅਦ ਦੀ ਹੈਗੀ। ਕ੍ਰਿਸ਼ਨਾ ਤੇ ਗੋਦਾਵਰੀ ਨਦੀ ਦੇ ਕੇਸ ਦੇ ਵਿੱਚ 60 ਦੇ ਵਿੱਚ ਗੁਜਰਾਤ ਤੇ ਮਹਾਰਾਸ਼ਟਰ ਬਣਦੇ ਨੇ, ਉਦੋਂ ਪਾਣੀਆਂ ਦਾ ਸਵਾਲ ਇਸ ਤਰੀਕੇ ਨਾਲ ਹੱਲ ਨਹੀਂ ਕੀਤਾ ਜਾਂਦਾ ਜਿਸ ਤਰੀਕੇ ਨਾਲ ਪੰਜਾਬ 'ਚ ਕੀਤਾ ਗਿਆ। ਪਰ ਸਿਰਫ ਤੇ ਸਿਰਫ ਪੰਜਾਬ ਐਸਾ ਬਦਕਿਸਮਤ ਸੂਬਾ ਜਿੱਥੇ ਪਾਣੀਆਂ ਦੇ ਸਵਾਲ ਨੂੰ ਰਿਪੇਰੀਅਨ ਲਾ ਨੂੰ ਤੋੜ ਕੇ ਔਰ ਰਿਪੇਰੀਅਨ ਲਾ ਨੂੰ ਪਿਛਵਾੜੇ ਸੁੱਟ ਕੇ ਸਾਰੀ ਦੀ ਸਾਰੀ ਲੜਾਈ ਲੜੀ ਜਾ ਰਹੀ ਹੈ। ਇਹਦੇ ਵਿੱਚ ਪੰਜਾਬ ਦੀਆਂ ਕਾਂਗਰਸੀ ਸਰਕਾਰਾਂ, ਪੰਜਾਬ ਦੀਆਂ ਅਕਾਲੀ ਸਰਕਾਰਾਂ ਬਿਲਕੁਲ ਜ਼ਿੰਮੇਵਾਰ ਨੇ। ਹਰਿਆਣਾ ਜਦੋਂ ਦਾਅਵਾ ਕਰਦਾ ਕਿ ਅਸੀਂ ਵੰਡੇ ਗਏ ਹਾਂ, ਸਾਡਾ ਹੱਕ ਬਣਦਾ, ਛੋਟੇ ਭਰਾ ਨੂੰ ਉਹਦਾ ਛੋਟੇ ਭਰਾ ਦੇ ਨਾਤੇ ਜਿੰਨਾ ਸਾਨੂੰ ਖੇਤਰ ਮਿਲਿਆ ਪੰਜਾਬ ਦੇ ਵਿੱਚੋਂ ਉਹਨਾਂ ਪਾਣੀ ਦੇ ਦਿਓ। ਜਦੋਂ ਪੰਜਾਬ ਯਮੁਨਾ ਦਾ ਪਾਣੀ ਨਹੀਂ ਮੰਗ ਰਿਹਾ ਤਾਂ ਇਸੇ ਤਰ੍ਹਾਂ ਪੰਜਾਬ ਕੋਲੋਂ ਹਰਿਆਣੇ ਦਾ ਪਾਣੀ ਮੰਗੇ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕੁਦਰਤੀ ਹੱਕ ਸਾਡੇ ਕੋਲ ਆ। ਜੇ ਸੁਪਰੀਮ ਕੋਰਟ ਸਾਡੇ ਇਸ ਹੱਕ ਨੂੰ ਮਾਰ ਕੇ ਲੜਾਈ ਲੜ ਰਹੀ ਹੈ, ਸਿਰਫ ਰਾਜੀਵ ਲੌਂਗੋਵਾਲ ਸਮਝੌਤੇ ਦੇ ਤਹਿਤ ਸਤਲੁਜ ਯਮੁਨਾ ਲਿੰਕ ਨੂੰ ਆਧਾਰ ਬਣਾ ਕੇ ਕੇਸ ਕੀਤਾ ਜਾਂਦਾ ਹਰਿਆਣਾ ਵੱਲੋਂ, ਤੇ ਮੈਂ ਨਹੀਂ ਸਮਝਦਾ ਕਿ ਸਾਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਮੰਨਣ ਦੇ ਪਾਬੰਦ ਹੋਣਾ ਚਾਹੀਦਾ। ਸਾਡੀਆਂ ਪੰਜਾਬ ਦੀਆਂ ਸਰਕਾਰਾਂ ਨੂੰ ਜੇ ਹੁਣ ਤੱਕ ਨਲਾਇਕੀ ਹੋਈ ਹੈ ਤਾਂ ਜਿਹੜੀ ਵੀ ਨਵੀਂ ਸਰਕਾਰ ਬਣਦੀ ਆ ਉਹਨੂੰ ਕੇਸ ਆਪਣੇ ਕੁਦਰਤੀ ਹੱਕਾਂ ਦੇ ਆਧਾਰ ਦੇ ਉੱਤੇ ਕਰਨਾ ਚਾਹੀਦਾ। ਪਾਣੀ ਘਟਿਆ ਵਧਿਆ ਇਹ ਦਲੀਲਾਂ ਬੇਕਾਰ ਨੇ, ਇਹਨਾਂ ਦਲੀਲਾਂ ਨੂੰ ਬਿਲਕੁਲ ਨਹੀਂ ਦਿੱਤਾ ਜਾਣਾ ਚਾਹੀਦਾ। ਚਾਹੇ ਉਹ ਪਾਣੀ ਹਰਿਆਣੇ ਨੂੰ ਦੇਣ ਦਾ ਸਵਾਲ ਹੋਵੇ, ਚਾਹੇ ਉਹ ਪਾਣੀ ਦਿੱਲੀ ਨੂੰ ਦੇਣ ਦਾ ਸਵਾਲ ਹੋਵੇ, ਚਾਹੇ ਉਹ ਪਾਣੀ ਰਾਜਸਥਾਨ ਨੂੰ ਦੇਣ ਦਾ ਸਵਾਲ ਹੋਵੇ, ਸਭ ਨੂੰ ਪਾਣੀ ਦੀ ਲੋੜ ਹੈ ਜੀ, ਸਭ ਦਾ ਜੀਵਨ ਪਾਣੀ ਹੈ। ਇਸ ਆਧਾਰ ਦੇ ਉੱਤੇ ਅਸੀਂ ਪਾਣੀ ਕਿਸੇ ਨੂੰ ਮੁਫਤ ਨਹੀਂ ਦੇ ਸਕਦੇ, ਕਿਉਂਕਿ ਸਭ ਦਾ ਹੱਕ ਹੈ ਕਿ ਉਹਨਾਂ ਨੂੰ ਬਿਜਲੀ ਮਿਲੇ, ਪਰ ਸਾਨੂੰ ਕੋਇਲਾ ਮੁਫਤ ਨਹੀਂ ਮਿਲਦਾ। ਸਭ ਦਾ ਹੱਕ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਮਾਰਬਲ ਲੱਗੇ, ਪਰ ਸਾਨੂੰ ਮਾਰਬਲ ਰਾਜਸਥਾਨ ਤੋਂ ਮੁਫਤ ਨਹੀਂ ਮਿਲਦਾ। ਔਰ ਜੇ ਸਾਨੂੰ ਮੁਫਤ ਨਹੀਂ ਮਿਲ ਸਕਦਾ ਤੇ ਕੁਦਰਤੀ ਅਧਿਕਾਰ ਦੇ ਤੌਰ ਦੇ ਉੱਤੇ ਅਸੀਂ ਵੀ ਪਾਣੀ ਦਾ ਅਧਿਕਾਰ ਨਹੀਂ ਦੇ ਸਕਦੇ। ਤੇ ਘੱਟ ਵੱਧ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਅਸਲ ਨੁਕਤਾ ਇਹ ਹੈ ਕਿ ਪਹਿਲਾਂ ਸਾਡਾ ਹੱਕ ਮੰਨਿਆ ਜਾਵੇ। ਜੇ ਸਾਡੇ ਕੋਲੇ ਪਾਣੀ ਹੈ ਤਾਂ ਅਸੀਂ ਕਿਸੇ ਨੂੰ ਵੀ ਆਪਣੀ ਮਰਜ਼ੀ ਨਾਲ ਦੇ ਸਕਦੇ ਹਾਂ, ਔਰ ਆਪਣੀ ਮਰਜ਼ੀ ਦੇ ਤੈਅ ਕੀਤੇ ਰੇਟ ਦੇ ਆਧਾਰ ਦੇ ਉੱਤੇ ਦੇ ਸਕਦੇ ਹਾਂ। ਵੱਧ ਤੋਂ ਵੱਧ ਮਾਨਵੀ ਆਧਾਰ ਦੇ ਉੱਤੇ ਤੁਸੀਂ ਇੰਨੀ ਗੱਲ ਕਰ ਸਕਦੇ ਹੋ ਕਿ ਹੁਣ ਤੱਕ ਦਿੱਲੀ ਤੇ ਗਏ ਪਾਣੀ ਦੇ ਜਿਹੜੇ ਬਕਾਏ ਦੇ ਤੌਰ ਤੇ ਪੰਜਾਬ ਰਕਮ ਨਾ ਮੰਗੇ, ਰਾਜਸਥਾਨ ਨੂੰ ਗਏ ਪਾਣੀ ਦੇ ਬਕਾਏ ਦੇ ਤੌਰ ਤੇ ਰਕਮ ਨਾ ਮੰਗੇ। ਐਦਾਂ ਦੀ ਤੁਸੀਂ ਗੱਲ ਇੱਕ ਸਿੰਪਲੀ ਕਰ ਸਕਦੇ ਹੋ, ਪਰ ਫਰਦਰ ਪਾਣੀ ਜਾਵੇ ਵੀ ਤੇ ਮੁਫਤ ਜਾਵੇ, ਇਹਦੇ ਤੇ ਅਸੀਂ ਬਿਲਕੁਲ ਵੀ ਕਿਸੇ ਵੀ ਕਿਸਮ ਦੇ ਫੈਸਲੇ ਨੂੰ ਮੰਨਣ ਲਈ ਪਾਬੰਦ ਨਹੀਂ ਆ। ਸੁਪਰੀਮ ਕੋਰਟ ਜੇ ਗਲਤ ਫੈਸਲਾ ਕਰਦੀ ਆ, ਪੰਜਾਬ ਦੇ ਲੋਕਾਂ ਨੂੰ ਡਟ ਕੇ ਉਹਦਾ ਵਿਰੋਧ ਕਰਨਾ ਚਾਹੀਦਾ। ਮੈਂ ਇਸ ਗੱਲ ਦੇ 100% ਦੀ ਹੱਕ ਵਿੱਚ। ਸੀਪੀ ਜੀ, ਤੁਸੀਂ ਗੱਲ ਕੀਤੀ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਮਾਮਲਾ, ਇਸ ਕਰਕੇ ਆਪਾਂ ਉਹਦੇ ਤੇ ਟਿੱਪਣੀ ਨਹੀਂ ਕਰ ਸਕਦੇ। ਪਰ ਸ਼ਬਦੀਪ ਜੀ ਕੋਲੋਂ ਮੈਂ ਇਸੇ ਕਰਕੇ ਪਹਿਲਾਂ ਇਹਦੇ ਉੱਪਰ ਜਿਹੜਾ ਉਹਨਾਂ ਦਾ ਕਮੈਂਟ ਲਿਆ, ਕਿਉਂਕਿ ਮੈਂ ਸ਼ਬਦੀਪ ਜੀ ਦੇ ਨਾਲ 100% ਸਹਿਮਤ ਹਾਂ। ਜਦ ਪੂਰੇ ਭਾਰਤ ਦੇ ਵਿੱਚ ਰਿਪੇਰੀਅਨ ਲਾ ਦੇ ਅਧੀਨ ਪਾਣੀਆਂ ਦੀ ਵੰਡ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਜਿਹੜੇ ਧੱਕੇ ਦੇ ਨਾਲ ਪਾਣੀ ਦੀ ਵੰਡ ਹੋਈ ਆ ਉਹਦੇ ਉੱਪਰ ਸੁਪਰੀਮ ਕੋਰਟ ਇਸ ਤਰੀਕੇ ਦਾ ਫੈਸਲਾ ਕਿੱਦਾਂ ਦੇ ਸਕਦਾ? ਇਹਦੇ ਵਿੱਚ ਤੁਸੀਂ ਸੁਪਰੀਮ ਕੋਰਟ ਨੂੰ ਦੋਸ਼ੀ ਮੰਨਦੇ ਹੋ ਜਾਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨੇ ਆਪਣੇ ਕੇਸ ਨੂੰ ਰਿਪੇਰੀਅਨ ਲਾ ਦੇ ਅਧੀਨ ਰੱਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹਨਾਂ ਨੂੰ ਦੋਸ਼ੀ ਮੰਨਦੇ ਹੋ? ਜੀ ਬਿਲਕੁਲ, ਮੈਂ ਪੋਲੀਟੀਕਲ ਪਾਰਟੀਆਂ ਨੂੰ ਦੋਸ਼ੀ ਮੰਨਦਾ ਬੋਬੀ ਜੀ, ਕਿਉਂਕਿ ਦੇਖੋ ਕਿਸੇ ਵੀ ਪਾਰਟੀ ਨੇ ਹਾਲੇ ਤੱਕ ਇਸ ਮੁੱਦੇ ਨੂੰ ਪ੍ਰੋਪਰ ਤਰੀਕੇ ਨਾਲ ਸੁਪਰੀਮ ਕੋਰਟ ਦੇ ਵਿੱਚ ਰੱਖਿਆ ਨਹੀਂ। ਔਰ ਦੇਖੋ ਸੁਪਰੀਮ ਕੋਰਟ ਨੇ ਵੀ ਪਰਸੋਂ 3 ਤਰੀਕ ਦਿੱਤੀ ਹੈ ਪੰਜਾਬ ਨੂੰ ਆਪਣਾ ਮੁੱਦਾ ਉੱਥੇ ਰੱਖਣ ਦੀ, ਆਪਣਾ ਪੱਖ ਰੱਖਣ ਦੀ। ਸੋ ਇਹ ਚੀਜ਼ਾਂ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਕਹਿ ਲਓ ਜਾਂ ਪ੍ਰੋਪਰ ਤਰੀਕੇ ਨਾਲ ਫੋਲੋ ਹੀ ਨਹੀਂ ਕੀਤੀਆਂ ਗਈਆਂ ਕੁਲਵੀਰ ਜੀ। ਇਸੇ ਕਰਕੇ ਸ਼ਾਇਦ ਅਸੀਂ ਇਸ ਹਾਲਾਤ ਤੇ ਪਹੁੰਚ ਗਏ ਹਾਂ। ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ, ਅਸੀਂ ਖੁਦ ਇਸ ਚੀਜ਼ ਦੇ ਜ਼ਿੰਮੇਵਾਰ ਹੈ, ਕਿਉਂਕਿ ਰਾਜਸਥਾਨ ਜਿਹੜਾ ਕਿ ਨਾ ਤਾਂ ਰਾਈਪੇਰੀਅਨ ਹੈ ਨਾ ਹੀ ਕੋ ਰਾਈਪੇਰੀਅਨ ਸਟੇਟ ਹੈ, ਉਸ ਨੂੰ ਜਿਹੜਾ ਫਿਰੋਜ਼ਪੁਰ ਫੀਡਰ ਔਰ ਭਾਖੜਾ ਫੀਡਰ ਤੋਂ ਕਿੰਨੀ ਦੇਰ ਪਹਿਲਾਂ ਤੋਂ ਪਾਣੀ ਜਿਹੜਾ ਅਸੀਂ ਫੀਡ ਕਰ ਰਹੇ ਹਾਂ, ਔਰ ਮੈਨੂੰ ਲੱਗਦਾ ਅੱਧੇ ਤੋਂ ਜ਼ਿਆਦਾ ਪਾਣੀ ਤਾਂ ਉਹ ਲੈ ਹੀ ਗਿਆ ਹੋਣਾ। ਸੋ ਇਸ ਤਰ੍ਹਾਂ ਦੇ ਜਿਹੜੇ ਡਿਸੀਜਨ ਸੀਗੇ ਉਹ ਡਿਸੀਜਨ ਨੂੰ ਪਹਿਲਾਂ ਚੁੱਕਣ ਤੋਂ ਪਹਿਲਾਂ ਹੀ ਐਨਾਲਾਈਜ਼ ਕਰਨਾ ਚਾਹੀਦਾ ਹੈ। ਇਸੇ ਕਰਕੇ ਸ਼ਾਇਦ ਅੱਜ ਅਸੀਂ SYL ਦੇ ਮੁੱਦੇ ਤੇ ਇੱਥੇ ਆ ਕੇ ਖੜੇ ਹੋ ਗਏ ਹਾਂ।
ਸੋ ਮੈਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਗਲਤ ਤਾਂ ਨਹੀਂ ਮੰਨਦਾ, ਲੇਕਿਨ ਹਾਂ ਕਿਤੇ ਕਿਤੇ ਜਦੋਂ ਫੈਸਲਾ ਕਿਸੇ ਦੇ ਹੱਕ ਦੇ ਵਿੱਚ ਨਹੀਂ ਆਉਂਦਾ ਤਾਂ ਉਸ ਨੂੰ ਅਪੀਲ ਕਰਨ ਪਰ ਦਾ ਜ਼ਰੂਰ ਹੱਕ ਹੁੰਦਾ ਹੈ, ਸੀਪੀ ਜਿਹੜਾ ਜੀ ਕਿ ਸੁਪਰੀਮ ਕੋਰਟ ਵੀ ਤਾਂ ਆਪਾਂ ਗਲਤ ਕਹਿ ਸਕਦੇ ਹਾਂ, ਕਿਉਂਕਿ ਸੁਪਰੀਮ ਕੋਰਟ ਸਿਰਫ ਤੇ ਸਿਰਫ ਕੀ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਆਧਾਰ ਤੇ ਫੈਸਲਾ ਜਿਹੜਾ ਹੈ ਨਹੀਂ ਕਰ ਸਕਦਾ। ਸੁਪਰੀਮ ਕੋਰਟ ਨੇ ਜਦੋਂ ਰੈਫਰੈਂਸ ਲੈਂਦੇ ਆ ਪੂਰੇ ਇੰਡੀਆ ਦੇ ਵਿੱਚ ਪਾਣੀ ਕਿੱਦਾਂ ਵੰਡਿਆ ਗਿਆ, ਉਹ ਰੈਫਰੈਂਸ ਵੀ ਸੁਪਰੀਮ ਕੋਰਟ ਲੈ ਸਕਦਾ ਕਿ ਨਹੀਂ ਲੈ ਸਕਦਾ? ਕੁਲਵੀਰ ਜੀ ਬਿਲਕੁਲ ਰੈਫਰੈਂਸ ਲੈ ਸਕਦਾ ਹੈ, ਉਹਨੇ ਤੱਥਾਂ ਦੇ ਆਧਾਰ ਤੇ ਫੈਸਲੇ ਕਰਨੇ ਹੁੰਦੇ ਆ। ਜਦੋਂ ਦੂਸਰੀ ਧਿਰ ਦੋ ਧਿਰਾਂ ਦੇ ਉੱਪਰ ਇਹ ਕੇਸ ਚੱਲ ਰਿਹਾ ਹੈ ਔਰ ਦੋਨਾਂ ਧਿਰਾਂ ਦੇ ਵਿੱਚੋਂ ਜਦੋਂ ਇੱਕ ਧਿਰ ਆਪਣਾ ਪੱਖ ਰੱਖ ਰਹੀ ਹੈ ਤਾਂ ਦੂਸਰੀ ਧਿਰ ਨੂੰ ਪੱਖ ਰੱਖਣ ਦਾ ਵੀ ਹੱਕ ਹੁੰਦਾ ਹੈ, ਔਰ ਉਹ ਹੱਕ ਕਿਉਂ ਨਹੀਂ ਰੱਖ ਰਹੀ ਉਸ ਹੱਕ ਨੂੰ ਲੇਟ ਕਰਨ ਦੇ ਮੱਦੇਨਜ਼ਰ ਸ਼ਾਇਦ ਸੁਪਰੀਮ ਕੋਰਟ ਨੇ ਇਦਾਂ ਦਾ ਡਿਸੀਜਨ ਲਿਆ, ਔਰ ਇਸ ਡਿਸੀਜਨ ਨੂੰ ਪੰਜਾਬ ਨੇ ਬਿਲਕੁਲ ਕਿ ਹੁਣ ਕਹਿ ਦਿੱਤਾ ਹੈ ਕਿ ਅਸੀਂ ਆਪਣਾ ਪੱਖ ਰੱਖਾਂਗੇ ਔਰ ਆਪਣੀ ਗੱਲ ਕਰਾਂਗੇ। ਲੇਕਿਨ ਦੇਖੋ ਸੁਪਰੀਮ ਕੋਰਟ ਨੂੰ ਠੀਕ ਹੈ, ਜਿਵੇਂ ਸ਼ਬਦੀਪ ਜੀ ਕਹਿ ਰਹੇ ਸੀ ਕਿ ਹਰ ਇੱਕ ਫੈਸਲੇ ਉਹਨਾਂ ਦੇ ਸਹੀ ਨਹੀਂ ਹੁੰਦੇ, ਜਾਂ ਉਹ ਕਿਤੇ ਨਾ ਕਿਤੇ, ਮੈਂ ਇਹ ਵੀ ਇੱਥੇ ਜੀ ਗੱਲ ਕਰਨਾ ਚਾਹੂੰਗਾ ਕਿ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਕੁਝ ਪੱਖੋਂ ਇਨਫਲੂਐਂਸ ਹੋ ਜਾਂਦੀ ਹੈ ਰੂਲਿੰਗ ਗਵਰਨਮੈਂਟ ਕਹਿ ਲਓ ਜਾਂ ਕਿਸੇ ਵੀ ਪ੍ਰੈਸ਼ਰਾਈਜ਼ ਦੇ ਥਰੂ, ਲੇਕਿਨ ਜਦੋਂ ਉਹ ਉਸਨੇ ਡਿਸੀਜਨ ਲੋਕਾਂ ਦੇ ਸਾਹਮਣੇ ਰੱਖਣਾ ਹੁੰਦਾ ਹੈ ਤਾਂ ਉਹ ਦੋਨੋਂ ਤੱਥਾਂ ਨੂੰ ਪ੍ਰੂਵ ਕਰਕੇ ਹੀ ਉਹ ਰੱਖਦੀ ਹੈ। ਸ਼ਾਇਦ ਪੰਜਾਬ ਵੱਲੋਂ ਇਹ ਜਿਹੜੇ ਤੱਥ ਨੇ ਸੋਲਿਡਲੀ ਨਹੀਂ ਰੱਖੇ ਗਏ ਔਰ ਇਸੇ ਕਰਕੇ ਸ਼ਾਇਦ ਜਿਹੜਾ ਡਿਸੀਜਨ ਹੈ ਸਾਡੇ ਉਲਟ ਆਇਆ। ਔਰ ਤੁਸੀਂ ਦੇਖੋ ਹੁਣ ਅਭੈ ਚੌਟਾਲਾ ਨੇ ਕੱਲ ਜਿਹੜੀ ਹੋਰ ਇੱਕ ਬੜੀ ਭੱਦੀ ਜੀ ਸਟੇਟਮੈਂਟ ਦਿੱਤੀ ਹੈ, ਇਸ ਤੋਂ ਬਾਅਦ ਅਸੀਂ ਚੰਡੀਗੜ੍ਹ ਦੀ ਲੜਾਈ ਲੜਾਂਗੇ, ਔਰ ਚੰਡੀਗੜ੍ਹ ਦੀ ਲੜਾਈ ਦੇ ਵਿੱਚ ਵੀ ਪੰਜਾਬ ਹੈ ਜਿਹੜਾ ਉਹ ਕਾਫੀ ਬੈਕ ਫੁੱਟ ਤੇ ਹੈ। ਇਹ ਹਲੇ ਵੀ ਜੇ ਸਰਕਾਰਾਂ ਸਮਝਣ, ਸੋਚਣ ਔਰ ਆਪਣਾ ਪੱਖ ਰੱਖਣ ਤਾਂ ਸ਼ਾਇਦ ਇਹ ਲੜਾਈ ਮੁੱਦੇ ਦੀ ਬਣ ਜੇ, ਨਹੀਂ ਤਾਂ ਫਿਰ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਆਏਗਾ ਚੰਡੀਗੜ੍ਹ ਦੇ ਵੱਲ ਵੀ, ਉਹ ਵੀ ਹਰਿਆਣੇ ਦੇ ਵੱਲ ਭੁਗਤਣ ਦੇ ਕਾਫੀ ਜ਼ਿਆਦਾ ਆਸਾਰ ਨੇ। ਸੋ ਇਸੇ ਕਰਕੇ ਮੈਂ ਤੁਹਾਡੀ ਸੈਕੰਡ ਗੱਲ ਤੇ ਬਿਲਕੁਲ ਐਗਰੀ ਕਰਦਾ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਦੀਆਂ ਸਰਕਾਰਾਂ ਵੱਲੋਂ ਇਹ ਚੀਜ਼ ਨੂੰ ਨਹੀਂ ਫੋਲੋ ਕੀਤਾ ਗਿਆ, ਨਾ ਹੀ ਕੋਈ ਆਪਣੇ ਤੱਥ ਪੇਸ਼ ਕੀਤੇ ਗਏ, ਇਸੇ ਕਰਕੇ ਸ਼ਾਇਦ ਅਸੀਂ ਅੱਜ ਬੈਕਫੁੱਟ ਤੇ ਆ। ਪਰਮਜੀਤ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਸਰਕਾਰਾਂ ਜਾਂ ਪੰਜਾਬ ਦੇ ਸਿਆਸਤਦਾਨ ਆਪਣਾ ਕੇਸ ਲੈ ਕੇ ਜਾਂਦੇ ਰਹੇ ਨੇ, ਬੜਾ ਹੀ ਕਮਜ਼ੋਰ ਤਰੀਕਾ, ਜਿਹੜੇ ਲਾਅ ਦੇ ਅਧੀਨ ਪਾਣੀ ਦੀ ਵੰਡ ਹੋਣੀ ਚਾਹੀਦੀ ਆ ਉਸ ਲਾਅ ਦੀ ਗੱਲ ਹੀ ਨਹੀਂ ਕੀਤੀ ਜਾਂਦੀ। ਅੱਜ ਵੀ ਜਿਹੜੀ ਹੈਗੀ ਹੈ ਜ਼ਿਆਦਾਤਰ ਸਿਆਸੀ ਪਾਰਟੀਆਂ, ਕਿ ਸਾਰੀਆਂ ਸਿਆਸੀ ਪਾਰਟੀਆਂ ਮੈਂ ਕਹਾਂਗਾ ਕਿ ਇੱਕੋ ਗੱਲ ਦੀ ਦੁਹਾਈ ਦੇ ਰਹੀਆਂ ਕਿ ਪੰਜਾਬ ਦੇ ਕੋਲ ਪੀਣ ਨੂੰ ਪਾਣੀ ਨਹੀਂ ਹੈ, ਪੰਜਾਬ ਦੇ ਕੋਲ ਆਪਣੇ ਕੋਲ ਪਾਣੀ ਨਹੀਂ ਹੈ, ਇਸ ਕਰਕੇ ਅਸੀਂ ਪਾਣੀ ਨਹੀਂ ਦੱਸ ਸਕਦੇ। ਜਿਸ ਤਰੀਕੇ ਨਾਲ ਸਬਦੀਪ ਜੀ ਨੇ ਗੱਲ ਕੀਤੀ ਕਿ ਆਪਣੇ ਬੁਨਿਆਦੀ ਹੱਕਾਂ ਦੀ ਗੱਲ ਨਾ ਪਹਿਲਾਂ ਕੀਤੀ ਗਈ ਆ, ਨਾ ਕੋਈ ਪਿਛਲੇ ਸਮੇਂ ਦੌਰਾਨ ਕਰਦਾ ਸੀ, ਨਾ ਹੀ ਅੱਜ ਕਰਦਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਹੱਕ ਦੇ ਵਿੱਚ ਸੁਪਰੀਮ ਕੋਰਟ ਕਦੀ ਵੀ ਕੋਈ ਫੈਸਲਾ ਦੇਵੇਗਾ, ਕਿਉਂਕਿ ਪੰਜਾਬ ਆਪਣੇ ਹੱਕਾਂ ਦੀ ਗੱਲ ਹੀ ਨਹੀਂ ਕਰ ਰਿਹਾ। ਔਰ ਜਿਹੜੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਬਾਰ-ਬਾਰ ਸਰਕਾਰਾਂ ਦੇ ਵਿੱਚ ਭੇਜਿਆ, ਉਹ ਲੋਕ ਵੀ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੇ, ਸਗੋਂ ਪੰਜਾਬ ਨੂੰ ਨਿਮਾਣਾ ਤੇ ਪੰਜਾਬ ਨੂੰ ਦੁਖੀ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਨਾ ਕਿ ਇਹ ਨਹੀਂ ਗੱਲ ਕਰ ਰਿਹਾ ਕਿ ਪੰਜਾਬ ਦਾ ਇਹਦੇ ਤੇ ਹੱਕ ਬਣਦਾ ਔਰ ਪੰਜਾਬ ਆਪਣੇ ਹੱਕਾਂ ਦੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਪਾਣੀਆਂ ਦੀ ਗੱਲ ਕਰਦਾ। ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਜਾਣ ਬੁੱਝ ਕੇ ਜਿਹੜਾ ਹੈ ਉਹ ਰਿਪੇਰੀਅਨ ਲਾ ਦੀ ਗੱਲ ਨਹੀਂ ਕਰਦੀਆਂ, ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦੀਆਂ, ਤਾਂ ਕਿ ਇਸ ਮੁੱਦੇ ਨੂੰ ਲੰਬਾ ਖਿੱਚਿਆ ਜਾ ਸਕੇ ਤੇ ਇਹਦੇ ਉੱਪਰ ਸਿਆਸੀ ਰੋਟੀਆਂ ਸਿੱਕੀਆਂ ਜਾ ਸਕਣ? ਮੇਰਾ ਖਿਆਲ ਹੈ ਇਦਾਂ ਤਾਂ ਹੋ ਨਹੀਂ ਸਕਦਾ ਕਿ ਪੰਜਾਬ ਦੇ ਵਿੱਚ, ਪੰਜਾਬ ਸਰਕਾਰ ਦੇ ਵਿੱਚ ਐਡੇ ਵੱਡੇ ਵੱਡੇ ਪੜ੍ਹੇ ਲਿਖੇ ਲੋਕ ਹੋਣ ਔਰ ਵੱਡੇ ਵੱਡੇ ਵਕੀਲ ਹੋਣ, ਉਹਨਾਂ ਨੂੰ ਰਿਪੇਰੀਅਨ ਲਾ ਦਾ ਨਾ ਪਤਾ ਹੋਵੇ। ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ। ਜੇ ਆਪਾਂ ਕੱਲ ਦੇ ਐਪੀਸੋਡ ਦੀ ਗੱਲ ਕਰੀਏ ਤਾਂ ਇੱਕ ਇੰਟਰਸਟਿੰਗ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਕਿ ਰੂਲਿੰਗ ਪਾਰਟੀ, ਅੱਜ ਤੱਕ ਦੀ ਡੇਟ ਤੱਕ ਦੀ ਰੂਲਿੰਗ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਬਿਆਨ ਇਨੈਲੋ ਪਾਰਟੀ ਦੇ ਕਿਸੇ ਲੀਡਰ ਜਾਂ ਇਨੈਲੋ ਦੀ ਇਸ ਕਾਰਵਾਈ ਦੇ ਖਿਲਾਫ ਨਹੀਂ ਆਇਆ ਜੀ। ਇਸ ਚੀਜ਼ ਨੂੰ ਤੁਸੀਂ ਇਸ ਤਰ੍ਹਾਂ ਸਮਝੋ ਕਿ ਇਹਨਾਂ ਪਾਰਟੀਆਂ ਨੇ, ਇਹਨਾਂ ਲੀਡਰਾਂ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਨਾ ਕਰਕੇ ਆਪਣੇ ਨਿੱਜੀ ਜਿਹੜੇ ਸੰਬੰਧ ਨੇ, ਨਿੱਜੀ ਹਿੱਤ ਨੇ, ਨਿੱਜੀ ਰਿਲੇਸ਼ਨ ਨੇ ਉਹਨਾਂ ਲੋਕਾਂ ਨਾਲ, ਜੋ ਉਹਨਾਂ ਦੇ ਪਰਿਵਾਰਕ ਸੰਬੰਧ ਵੀ ਨੇ, ਉਹਨਾਂ ਦੀ ਰਾਖੀ ਉਹਨਾਂ ਨੇ ਜ਼ਿਆਦਾ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਹਰ ਇੱਕ ਇਲੈਕਸ਼ਨ ਰੈਲੀ ਦੇ ਵਿੱਚ SYL ਦੇ ਮੁੱਦੇ ਤੇ ਬੋਲਦੇ ਸੀ, ਸੁਖਬੀਰ ਸਿੰਘ ਬਾਦਲ ਡਿਪਟੀ CM ਨੇ ਹਰ ਇਲੈਕਸ਼ਨ ਰੈਲੀ ਦੇ ਵਿੱਚ ਉਹ SYL ਦੇ ਮੁੱਦੇ ਨੂੰ ਟੱਚ ਕਰਦੇ ਸੀ। ਉਹਨਾਂ ਵੱਲੋਂ ਕੋਈ ਵੀ ਬਿਆਨ ਨਹੀਂ ਆਇਆ, ਬਲਕਿ ਸਿਰਫ ਇੱਕ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ, ਉਹਨਾਂ ਦਾ ਇੱਕ ਬਿਆਨ ਸਿਰਫ ਇਹ ਆਇਆ ਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਗਲਤ ਹੈ ਤੇ ਕੇਂਦਰ ਸਰਕਾਰ ਨੂੰ ਇਹਦੇ ਬਾਰੇ ਕੋਈ ਠੋਸ ਨੀਤੀ ਬਣਾਉਣ ਦੀ ਲੋੜ ਹੈ। ਇੱਕ ਬੜੀ ਟੈਂਪਲੇਟ ਦੀ ਸਟੇਟਮੈਂਟ ਹੈ, ਮੈਂ ਇਹਨੂੰ ਬਹੁਤ ਟੈਂਪਲੇਟ ਸਟੇਟਮੈਂਟ ਮੰਨਦਾ ਕਿ ਇੱਕ ਟੈਂਪਲੇਟ ਸਟੇਟਮੈਂਟ ਹੈ। ਇਸ ਤੋਂ ਇਲਾਵਾ ਕਿਸੇ ਵੀ ਪਾਰਟੀ ਨੇ ਇਨੈਲੋ ਦੇ ਕਿਸੇ ਲੀਡਰ ਜਾਂ ਇਨੈਲੋ ਦੇ ਬਾਰੇ ਕੋਈ ਗੱਲ ਨਹੀਂ ਕੀਤੀ। ਇਹੀ ਹਾਲ ਜਿਹੜਾ ਉਹ ਕਾਂਗਰਸ ਪਾਰਟੀ ਦਾ ਰਿਹਾ, ਕਿਉਂਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਦਿੱਲੀ ਬੈਠੀ ਹਾਈ ਕਮਾਂਡ ਦੇ ਵਿੱਚ ਦੇ ਇਨਫਲੂਐਂਸ ਦੇ ਵਿੱਚ ਹੈਗੀ ਆ, ਔਰ ਕਿਉਂਕਿ ਉਹਨਾਂ ਨੇ
ਸਾਰੀਆਂ ਸਟੇਟਾਂ ਦੇ ਵਿੱਚ ਆਪਣਾ ਇੱਕ ਪੋਲੀਟੀਕਲ ਜਿਹੜਾ ਸਿਨੈਰੀਓ ਦੇਖਣਾ ਹੁੰਦਾ ਹੈ, ਉਸ ਚੀਜ਼ ਕਰਕੇ ਹੈ। ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੈ। ਜਿੱਥੋਂ ਤੱਕ ਰਹੀ ਤੁਸੀਂ ਇਹ ਗੱਲ ਕੀਤੀ ਕਿ ਸੁਪਰੀਮ ਕੋਰਟ ਦੇ ਵਿੱਚ ਪਾਰਟੀਆਂ ਜਿਹੜੀਆਂ ਨੇ ਉਹ ਰਿਪੇਰੀਅਨ ਲਾਅ ਨੂੰ ਲੈ ਕੇ ਅੱਗੇ ਨਹੀਂ ਜਾ ਰਹੀਆਂ, ਉਹ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਪ੍ਰੋਪਰ ਨਹੀਂ ਹੈਗੀ। ਮੈਂ 100% ਤੁਹਾਡੇ ਇਸ ਗੱਲ ਨਾਲ ਸਹਿਮਤ ਹਾਂ ਕਿ ਪੰਜਾਬ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ, ਖਾਸ ਕਰ ਜਿਹੜੇ ਲੀਡਰ ਹੈਗੇ ਨੇ, ਲੋਕ ਨਹੀਂ ਸੌਰੀ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਇੰਨੇ ਕੁ ਕਮਜ਼ੋਰ ਪੈ ਜਾਂਦੇ ਨੇ ਜਦੋਂ ਪੰਜਾਬ ਤੋਂ ਬਾਹਰ ਜਾ ਕੇ ਦਿੱਲੀ ਦੇ ਵਿੱਚ ਲੜਾਈ ਕਰਨੀ ਹੁੰਦੀ ਹੈ ਕਿ ਉਹ ਪੰਜਾਬੀਆਂ ਨੂੰ ਤਾਂ ਪੂਰਾ ਦਿਖਾਉਂਦੇ ਨੇ ਕਿ ਹਾਂਜੀ ਅਸੀਂ ਬਹੁਤ ਕੁਝ ਕਰ ਰਹੇ ਹਾਂ, ਤਾਂ ਉੱਥੇ ਜਾ ਕੇ ਉਹ ਇੱਕ ਤਰ੍ਹਾਂ ਨਾਲ ਤਰਲੇ ਮਿੰਟਾਂ ਵਾਲੀ ਹਾਲਾਤ ਤੇ ਆ ਜਾਂਦੇ ਨੇ। ਔਰ ਮੈਂ ਇਹ ਸਮਝਦਾ ਕਿ ਇੱਛਾ ਸ਼ਕਤੀ ਜਿਹੜੀ ਹੈ ਉਹਦੇ ਤੋਂ ਬਿਨਾਂ ਇਹ ਕੰਮ ਕੀਤਾ ਗਿਆ ਪੰਜਾਬ ਦੇ ਪੋਲੀਟੀਕਲ ਪਾਰਟੀਆਂ ਵੱਲੋਂ। ਪੰਜਾਬ ਦੀ ਜਿਹੜੀ ਬਿਊਰੋਕ੍ਰੇਸੀ ਹੈ, ਜਿਹੜੇ ਜੋ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਜਿਹੜਾ ਸਿਸਟਮ ਹੈ, ਉਹਨਾਂ ਵੱਲੋਂ ਇੱਛਾ ਸ਼ਕਤੀ ਨਹੀਂ ਦਿਖਾਈ ਗਈ, ਸਿਰਫ ਇਹ ਦਿਖਾਵਾ ਕੀਤਾ ਗਿਆ ਕਿ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਨਹੀਂ ਇੱਦਾਂ ਹੋਵੇ। ਸੋ ਕਿਤੇ ਨਾ ਕਿਤੇ ਜਿਹੜੀ ਜੋ ਇਸ ਕੱਲ ਦੇ ਜੋ ਸਾਰਾ ਇੱਕ ਐਪੀਸੋਡ ਹੋਇਆ, ਮੈਂ ਇਹਨੂੰ ਡਰਾਮੇ ਦਾ ਨਾਂ ਹੀ ਦਊਂਗਾ। ਇੱਕ ਪੂਰਾ ਇੱਕ 8-9 ਘੰਟੇ ਦੀ ਫਿਲਮ ਚੱਲੀ ਹੈ ਜਿਹੜੀ ਕੱਲ ਟੀਵੀ ਦੇ ਉੱਪਰ ਵੀ ਔਰ ਬਾਕੀ ਸਾਰੀ ਇੱਥੇ ਅਖਬਾਰਾਂ ਦੇ ਵਿੱਚ ਵੀ ਹੋਰ ਜਗ੍ਹਾ ਤੇ ਵੀ। ਉਹਦੇ ਵਿੱਚ ਤੁਸੀਂ ਇਹ ਚੀਜ਼ ਇੱਕ ਬੜੇ ਧਿਆਨ ਨਾਲ ਦੇਖੋ ਕਿ ਅਕਾਲੀ ਦਲ ਨੇ ਕੋਈ ਵੀ ਸਟੇਟਮੈਂਟ, ਕੋਈ ਵੀ ਇਸ ਤਰ੍ਹਾਂ ਦਾ ਕੋਈ ਰਿਐਕਸ਼ਨ ਦਿੱਤਾ ਹੀ ਨਹੀਂ ਹੈ ਕੱਲ ਦੇ ਐਪੀਸੋਡ ਦੇ ਉੱਪਰ, ਜਿਹੜੇ ਕਿ 4 ਫਰਵਰੀ ਤੋਂ ਪਹਿਲਾਂ ਹਰ ਰੋਜ਼ ਸਵੇਰੇ ਸ਼ਾਮ ਉਹਨਾਂ ਦੇ ਬਿਆਨ ਆਉਂਦੇ ਸੀ, ਹਰ ਪੋਲੀਟੀਕਲ ਰੈਲੀ ਦੇ ਵਿੱਚ ਉਹਨਾਂ ਦੇ ਬਿਆਨ ਆਉਂਦੇ ਸੀ। ਮਤਲਬ ਕਿਤੇ ਨਾ ਕਿਤੇ ਮੈਂ ਅਕਾਲੀ ਦਲ ਨੂੰ ਇਸ ਮਾਮਲੇ ਦੇ ਵਿੱਚ ਕਟਘਰੇ 'ਚ ਖੜਾ ਕਰਦਾ, ਕਿਉਂਕਿ ਪਿਛਲੇ 10 ਸਾਲ ਤੋਂ ਉਹਨਾਂ ਦੀ ਸਰਕਾਰ ਸੀਗੀ। 2002 'ਚ ਇਸ਼ੂ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਗਿਆ, 1996 'ਚ ਹਾਈ ਕੋਰਟ, ਪੰਜਾਬ ਹਰਿਆਣਾ ਹਾਈ ਕੋਰਟ 'ਚ ਗਿਆ ਸੀ। ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ, ਕਿਉਂਕਿ ਸਮਹਾਉ ਉਹਨਾਂ ਦੇ ਹੱਥ 'ਚ ਚੀਜ਼ਾਂ ਜ਼ਿਆਦਾ ਸੀਗੀਆਂ ਔਰ ਉਹ ਇਸ ਮਾਮਲੇ ਨੂੰ ਲੈ ਕੇ ਕੁਝ ਵੀ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਰਹੇ ਨੇ, ਫਲॉप ਰਹੇ ਨੇ। ਜੀ ਜੀ, ਆਪਾਂ ਸੀਪੀ ਜੀ ਤੇ ਸ਼ਬਦੀਪ ਜੀ ਆਪਾਂ ਥੋੜੀ ਜਿਹੀ ਗੱਲ ਜਿਹੜੀ ਹੈਗੀ ਆ ਇਹ ਵੀ ਕਰ ਲਈਏ ਕਿ ਜਿਹੜਾ ਪੁਆਇੰਟ ਮੈਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਕਿ ਆਪਾਂ ਜ਼ਰੂਰ ਡਿਸਕਸ ਕਰਾਂਗੇ ਕਿ ਚੌਟਾਲਿਆਂ ਦੇ ਨਾਲ ਜਿਹੜੀ ਬਾਦਲਾਂ ਦੀ ਦੋਸਤੀ ਹੈਗੀ ਆ, ਕਿ ਇਹ ਹੀ ਇੱਕ ਕਾਰਨ ਤੇ ਨਹੀਂ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਕੋਈ ਨਵੀਂ ਸਰਕਾਰ ਆ ਰਹੀ ਆ ਉਹਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਜਾਂ ਪੰਜਾਬ ਨੂੰ ਦੇ ਲੋਕਾਂ ਨੂੰ ਜਿਹੜਾ ਹੈ ਉਹ ਦੁਬਾਰਾ ਪਰੇਸ਼ਾਨੀ ਦੇ ਮਾਹੌਲ ਦੇ ਵਿੱਚ ਰੱਖਣ ਵਾਸਤੇ, ਇਹ ਦਿਖਾਉਣ ਵਾਸਤੇ ਕਿ ਕੋਈ ਵੀ ਸਰਕਾਰ ਪੰਜਾਬ ਦੀ ਤਰੱਕੀ ਨਹੀਂ ਕਰ ਸਕਦੀ ਅਕਾਲੀਆਂ ਤੋਂ ਬਗੈਰ, ਇਹ ਜਿਹੜੀ ਹੈਗੀ ਕੋਝੀ ਚਾਲ ਚੱਲੀ ਗਈ ਆ ਬਾਦਲਾਂ ਤੇ ਚੌਟਾਲਿਆਂ ਵੱਲੋਂ ਰਲ ਕੇ। ਸ਼ਬਦੀਪ ਜੀ। ਕੁਲਵੀਰ ਜੀ ਦੇਖੋ, ਇਸ ਤਰ੍ਹਾਂ ਦਾ ਜਿਹੜਾ ਸੀਨ ਕ੍ਰੀਏਟ ਹੁੰਦਾ ਹੈ ਪੋਲੀਟੀਕਲ ਸਫੀਅਰ ਦੇ ਵਿੱਚ, ਇਹ ਸੁਭਾਵਿਕ ਜਿਹਾ ਹੋ ਜਾਂਦਾ ਹੈ ਜਦੋਂ ਇੱਕ ਪਾਰਟੀ ਨੂੰ ਇਹ ਚੀਜ਼ ਕਲੀਅਰ ਹੋਣ ਲੱਗ ਜਾਂਦੀ ਹੈ ਹੌਲੀ ਹੌਲੀ ਕਿ ਸਾਡੀ ਜਿਹੜੀ ਸਾਖ ਹੈ ਜਾਂ ਸਾਡਾ ਜਿਹੜਾ ਲੈਵਲ ਹੈ ਜਾਂ ਸਾਡੀ ਜਿਹੜੀ ਇੱਕ ਹੋਂਦ ਹੈ ਕਿਸੇ ਪ੍ਰੋਪਰ ਸਟੇਟ ਦੇ ਵਿੱਚ ਉਹ ਜਿਹੜੀ ਖਤਮ ਹੋਣ ਜਾ ਰਹੀ ਹੈ ਜਾਂ ਘਟ ਰਹੀ ਹੈ, ਤਾਂ ਉਦੋਂ ਇਦਾਂ ਦੇ ਜਿਹੜੇ ਨੁਕਤੇ ਹੈ ਸ਼ੁਰੂ ਹੋ ਜਾਂਦੇ ਨੇ। ਬਿਲਕੁਲ ਸਹੀ ਕਿਹਾ ਤੁਸੀਂ, ਆਈ ਐਮ 100% ਐਗਰੀ ਵਿਦ ਦਿਸ, ਕਿਉਂਕਿ ਇਦਾਂ ਦੀਆਂ ਸਟੇਟਮੈਂਟਾਂ ਉਦੋਂ ਹੀ ਆਉਂਦੀਆਂ। ਤੁਸੀਂ ਦੇਖੋ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਆਈ ਸੀ ਉਦੋਂ ਉਹਨਾਂ ਨੇ ਪਹਿਲਾਂ ਹੀ ਇਦਾਂ ਦੀਆਂ ਸਟੇਟਮੈਂਟ ਦੇਣੀਆਂ ਸ਼ੁਰੂ ਕਰਤੀਆਂ ਸੀ, ਚਾਹੇ ਕਿ ਉਹ ਉਹਨਾਂ ਦੀ ਵੇਵ ਬਹੁਤ ਸੋਲਿਡ ਬਣੀ ਹੋਈ ਸੀ ਪੰਜਾਬ ਦੇ ਵਿੱਚ, ਪਰ ਕਿਤੇ ਨਾ ਕਿਤੇ ਇੱਕ ਪ੍ਰੋਟੈਕਟਿਵ, ਕਿਤੇ ਨਾ ਕਿਤੇ ਇੱਕ ਡਿਫੈਂਸਿਵ ਸਟੇਟਮੈਂਟ ਲੈ ਕੇ ਉਹ ਪਾਰਟੀਆਂ ਚੱਲਦੀਆਂ। ਔਰ ਇਸ ਵੇਲੇ ਜਿਹੜਾ ਅਕਾਲੀ ਦਲ ਔਰ ਇਨੈਲੋ ਦਾ ਜਿਹੜਾ ਰਿਲੇਸ਼ਨ ਹੈਗਾ ਉਹ ਇੱਥੇ ਡਿਫੈਂਸਿਵ ਨਹੀਂ ਖੇਲ ਰਹੇ, ਹੋ ਇੱਥੇ ਉਹ ਪ੍ਰੋਟੈਕਟਿਵ ਗੇਮ ਖੇਲ ਰਹੇ ਨੇ, ਆਪਣੇ ਆਪ ਨੂੰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਦੱਸਣ ਲਈ ਕਿ ਅਸੀਂ ਸਹੀ ਕਿਹਾ ਸੀ, ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਏਦਾਂ ਹੋ ਜਾਏਗਾ। ਉਹ ਗੇਮ ਜਿਹੜੀ ਹੈ ਇਹ ਰਿਐਕਟਿਵ ਪੋਲਿਟਿਕਸ ਜਿਹਨੂੰ ਕਹਿੰਦੇ ਅਸੀਂ, ਉਹ ਚੀਜ਼ ਚੱਲ ਰਹੀ ਹੈ। ਔਰ ਸ਼ਾਇਦ ਇਸੇ ਕਰਕੇ ਤੁਸੀਂ ਦੇਖੋ ਹਾਈ ਕਮਾਨ ਵੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਹਾਈ ਕਮਾਨ ਵੱਲੋਂ ਕੋਈ ਵੀ ਸਟੇਟਮੈਂਟ ਹਾਲੇ ਤੱਕ ਨਹੀਂ ਆਈ, ਈਵਨ ਕਿ ਕੁਝ ਉਹਨਾਂ ਦੇ ਸਪੋਕਸਮੈਨ ਮਾੜੀ ਮੋਟੀ ਗੱਲ ਕਰਕੇ ਚਲੇ ਜਾਂਦੇ ਨੇ। ਪਰ ਇਹ ਚੀਜ਼ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕੁਲਵੀਰ ਜੀ ਕਿ ਐਡਾ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਚੱਲਦਾ ਹੋਵੇ, ਇੰਨੀਆਂ ਉੱਥੇ ਪੁਲਿਸ ਫੋਰਸ ਜਿਹੜੀ ਤੈਨਾਤ ਹੋਵੇ ਔਰ ਰੂਲਿੰਗ ਗਵਰਨਮੈਂਟ ਜਿਹੜੀ ਹਾਲੇ 11 ਮਾਰਚ ਤੱਕ ਹੈਗੀ ਹੈ ਉਹਦੇ ਵੱਲੋਂ ਕੋਈ ਵੀ ਸਟੇਟਮੈਂਟ, ਸੋਲਿਡ ਸਟੇਟਮੈਂਟ ਨਾ ਆਵੇ, ਇੱਥੋਂ ਇਹ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਇੰਟਰਨਲ ਰਿਲੇਸ਼ਨ ਸੀਗਾ ਉਹਦੇ ਵਿੱਚ ਇਹ ਪੋਲਿਟਿਕਸ ਖੇਲਣ ਦਾ ਯਤਨ ਕਰ ਰਹੇ ਨੇ। ਔਰ ਉਹਨਾਂ ਨੂੰ ਇਹ ਲੱਗ ਰਿਹਾ ਕਿ ਜਿਹੜੀ ਵੀ ਕੋਈ ਪਾਰਟੀ ਆਏਗੀ ਪੰਜਾਬ ਦੇ ਵਿੱਚ, ਖੈਰ ਇਹ ਤਾਂ 11 ਮਾਰਚ ਤੋਂ ਬਾਅਦ ਹੀ ਪਤਾ ਲੱਗੇਗਾ, ਲੇਕਿਨ ਉਹਨਾਂ ਨੂੰ ਇਸ ਚੀਜ਼ ਦਾ ਖਦਸ਼ਾ ਹੋ ਜਾਂਦਾ ਹੈ ਕਿ ਜਦੋਂ ਕੋਈ ਦੂਸਰੀ ਪਾਰਟੀ ਆਏਗੀ ਤਾਂ ਉਹਨਾਂ ਲਈ ਅਸੀਂ ਇੱਕ ਐਦਾਂ ਦੀ ਗਰਾਊਂਡ ਤਿਆਰ ਕਰਕੇ ਜਾਈਏ ਕਿ ਲੋਕ ਵੀ ਇਹ ਸੋਚਣ ਬਾਅਦ ਦੇ ਵਿੱਚ ਯਾਰ ਉਹ ਤਾਂ ਸਹੀ ਗੱਲ ਕਰਕੇ ਗਏ ਸੀ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਾਇਦ ਉਹ ਇੱਕ ਸੇਫ ਗੇਮ ਕਹਿ ਲਓ, ਫ੍ਰੈਂਡਲੀ ਮੈਚ ਕਹਿ ਲਓ, ਐਦਾਂ ਦਾ ਚੀਜ਼ ਚੱਲ ਰਹੀ ਹੈ। ਸੇਫ ਤਾਂ ਨਹੀਂ ਹੈ ਸੀਪੀ ਜੀ, ਅਗਰ ਅਕਾਲੀ ਦਲ ਇਹ ਕੁਝ ਕਰ ਰਿਹਾ ਤਾਂ ਪੰਜਾਬ ਲਈ ਬਹੁਤ ਮੰਦਭਾਗੀ ਗੱਲ ਆ। ਬਹੁਤ ਮੰਦਭਾਗਾ ਜੀ, ਬਹੁਤ ਮੰਦਭਾਗਾ, ਇਹ ਸੋਚਣ ਦਾ ਵਿਸ਼ਾ ਹੈ। ਇਸੇ ਕਰਕੇ ਹੀ ਤਾਂ ਲੋਕਾਂ ਨੇ ਸ਼ਾਇਦ ਇਸ ਵਾਰ ਜਿਹੜਾ ਡਿਸੀਜਨ ਦੇਣਾ ਹੈ ਉਹ 11 ਮਾਰਚ ਨੂੰ ਕਲੀਅਰ ਹੋ ਜਾਊਗਾ। ਮੈਂ ਟੈਲੀਕਾਸਟ ਦੇ ਟਾਈਮ ਇਹ ਚੀਜ਼ ਕਹਿਣਾ ਬੜਾ ਗੁਰੇਜ਼ ਕਰੂੰਗਾ, ਲੇਕਿਨ ਇਸ ਚੀਜ਼ ਤੋਂ ਸਮਝ ਲੋਕਾਂ ਨੂੰ ਲੈ ਲੈਣੀ ਚਾਹੀਦੀ ਹੈ ਕਿ ਪੋਲੀਟੀਕਲ ਪਾਰਟੀਆਂ ਆਪਣੇ ਹਿੱਤਾਂ ਲਈ, ਆਪਣੇ ਵੋਟ ਬੈਂਕ ਲਈ ਲੜਾਈ ਲੜਦੀਆਂ, ਨਾ ਕਿ ਤੁਹਾਡੇ ਪਾਣੀ ਵਾਸਤੇ ਉਹ ਅੱਜ ਕੱਲ ਫੀਲਡ ਦੇ ਵਿੱਚ ਉਤਰੇ ਹੋਏ ਨੇ। ਸ਼ਬਦੀਪ ਜੀ,
ਕੀ ਲੱਗਦਾ ਤੁਹਾਨੂੰ ਕਿ ਬਾਦਲ ਦੀ ਇਨਵੋਲਵਮੈਂਟ ਆਪਾਂ ਦੇਖ ਸਕਦੇ ਹਾਂ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਨ ਵਾਸਤੇ, ਔਰ ਚੌਟਾਲਿਆਂ ਨੂੰ ਹਰਿਆਣੇ ਦੇ ਵਿੱਚ ਜਿਹੜੀ ਹੈਗੀ ਆ ਉਹ ਉਹਨਾਂ ਦੀ ਜਿਹੜੇ ਹਾਲਾਤ ਸੁਧਾਰਨ ਵਾਸਤੇ? ਕੁਲਵੀਰ ਜੀ, ਮੈਂ ਇੱਕ ਗੱਲ ਤਾਂ ਸਮਝ ਸਕਦਾ, ਬਹੁਤ ਆਸਾਨੀ ਨਾਲ ਮੇਰੀ ਸਮਝ ਆਉਂਦੀ ਹੈ ਕਿ ਜਦੋਂ ਪੰਜਾਬ ਦੇ ਵਿੱਚ VOTING ਹੋ ਚੁੱਕੀ ਆ, ਸ਼੍ਰੋਮਣੀ ਅਕਾਲੀ ਦਲ ਨੂੰ ਤੋਰ ਅੰਦਰ ਤੱਕ ਇਹ ਅਹਿਸਾਸ ਹੋ ਚੁੱਕਾ ਕਿ ਵਾਪਸ ਉਹਨਾਂ ਦੀ ਸਰਕਾਰ ਨਹੀਂ ਆ ਰਹੀ, ਤਾਂ ਹੋ ਸਕਦਾ ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਐਦਾਂ ਦੀ ਇਹ ਗੱਲ ਰਹਿ ਗਈ ਹੋਵੇ ਕਿ ਜੇ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਆਉਂਦੀ ਹੈ ਤਾਂ ਉਹਨੂੰ ਪਾਣੀਆਂ ਦੇ ਸਵਾਲ ਦੇ ਉੱਤੇ ਗਹਿਰੇ ਸੰਕਟ ਦੇ ਵਿੱਚ ਸੁੱਟ ਕੇ ਅਗਾਂਹ ਨਿਕਲ ਜਾਵੇ, ਕਿਉਂਕਿ ਜਿਹੜੀ ਵੀ ਸਰਕਾਰ ਬਣੇ ਉਹਨੂੰ ਪਾਣੀਆਂ ਦਾ ਸਵਾਲ ਤਾਂ ਹੁਣ ਨਜਿੱਠਣਾ ਪਵੇਗਾ। ਇੱਕ ਗੱਲ ਬਹੁਤ ਕਲੀਅਰ ਹੋ ਚੁੱਕੀ ਆ ਕਿ ਪੰਜਾਬ ਦੇ ਵਿੱਚ ਸਰਕਾਰ ਕਿਸੇ ਦੀ ਵੀ ਬਣੇ, ਹੁਣ ਪਾਣੀਆਂ ਦੇ ਸਵਾਲ ਨੂੰ ਤੁਸੀਂ ਪ੍ਰਾਇਮਰੀ ਇਸ਼ੂ ਸਮਝੋ ਆਉਣ ਵਾਲੀ ਸਰਕਾਰ ਦੇ ਲਈ। ਜੇ ਸਰਕਾਰ ਕਾਂਗਰਸ ਦੀ ਅਗਵਾਈ 'ਚ ਬਣਦੀ ਹੈ ਪਰ ਉਹਨੂੰ ਸਪੋਰਟ ਆਮ ਆਦਮੀ ਪਾਰਟੀ ਦੀ ਮਿਲਦੀ ਹੈ, ਤਾਂ ਉਦੋਂ ਅਕਾਲੀ ਦਲ ਕੋਲੇ ਇੱਕ ਸਵਾਲ ਹੋਏਗਾ ਕਿ ਕਾਂਗਰਸ ਪਾਰਟੀ ਪਾਣੀਆਂ ਦੀ ਵਿਰੋਧੀ ਪਾਰਟੀ ਦੀ ਸਪੋਰਟ ਕਿਉਂ ਲੈ ਰਹੀ ਆ। ਹੋ ਸਕਦਾ ਕਿਤੇ ਨਾ ਕਿਤੇ ਇਹਦੀ ਇੱਕ ਵਜ੍ਹਾ ਇਹ ਵੀ ਬਣਾਈ ਗਈ ਹੋਵੇ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਰਲ ਕੇ ਸਰਕਾਰ ਬਣਾ ਲੈਣ, ਕੇਜਰੀਵਾਲ ਨੂੰ ਪੰਜਾਬ ਦੇ ਪਾਣੀਆਂ ਦਾ ਵਿਰੋਧੀ ਸਾਬਤ ਕਰਦੇ ਹੋਏ। ਕਿਤੇ ਨਾ ਕਿਤੇ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਹੋ ਸਕਦੀ ਹੈ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਚੌਟਾਲੇ ਬਾਦਲਾਂ ਨਾਲ ਪੋਲੀਟੀਕਲੀ ਰਲੇ ਹੋਣ ਨਾ ਰਲੇ ਹੋਣ, ਵਿਅਕਤੀਗਤ ਉਹਨਾਂ ਦੇ ਸੰਬੰਧ ਹੋਣ ਜਾਂ ਨਾ ਹੋਣ, ਇੱਕ ਗੱਲ ਬਹੁਤ ਕਲੀਅਰ ਹੈ ਕਿ ਹਰਿਆਣਾ ਦੀਆਂ ਸਾਰੀਆਂ ਪਾਰਟੀਆਂ ਪਾਣੀਆਂ ਦੇ ਸਵਾਲ ਦੇ ਉੱਤੇ ਬਿਲਕੁਲ ਇੱਕ ਸੁਰ ਨੇ, ਔਰ ਇੱਕੋ ਗੱਲ ਉਹਨਾਂ ਸਾਰਿਆਂ ਕੋਲੋਂ ਸੁਣੀ ਜਾ ਸਕਦੀ ਹੈ ਕਿ ਅਸੀਂ ਵੰਡ ਹੋਣ ਤੋਂ ਬਾਅਦ ਪਾਣੀਆਂ ਦਾ ਹੱਕ ਸਾਡਾ ਵੀ ਬਣਦਾ ਵਾ ਤੇ ਅਸੀਂ ਉਹ ਹੱਕ ਲੈਣਾ ਚਾਹੁੰਦੇ ਹਾਂ। ਇਹ ਗੱਲ ਤੁਸੀਂ ਖੱਟੜ ਦੇ ਮੂੰਹੋਂ ਵੀ ਸੁਣ ਸਕਦੇ ਹੋ। ਮੁੱਖ ਮੰਤਰੀ ਹੋਣ ਦੇ ਨਾਤੇ, ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝ ਹੋਣ ਦੇ ਨਾਤੇ ਉਹ ਥੋੜੀ ਜੀ ਗੱਲ ਘੁਮਾ ਫਿਰਾ ਕੇ ਕਰ ਲੈਣਗੇ ਕਿ ਸੁਪਰੀਮ ਕੋਰਟ ਜੋ ਕਹੇਗੀ ਅਸੀਂ ਉਹ ਮੰਨ ਲਵਾਂਗੇ। ਕਾਂਗਰਸ ਓਪਨਲੀ ਕਹਿੰਦੀ ਹੈ ਕਿ ਸਾਡਾ ਪਾਣੀਆਂ ਉੱਤੇ ਬਰਾਬਰ ਦਾ ਹੱਕ ਹੈ, ਜਿਸ ਤਰੀਕੇ ਦੇ ਨਾਲ ਸਾਨੂੰ ਰਕਬਾ ਮਿਲਿਆ ਹੋਇਆ ਵਾ ਵੰਡ ਤੋਂ ਬਾਅਦ ਓਨਾ ਹਿੱਸਾ ਅਸੀਂ ਪਾਣੀਆਂ ਦਾ ਵੀ ਚਾਹਾਂਗੇ। ਇਸ ਕਰਕੇ ਉਹ ਪਾਰਟੀਆਂ ਬਿਲਕੁਲ ਕਲੀਅਰਲੀ ਪਾਣੀਆਂ ਦੇ ਸਵਾਲ ਦੇ ਉੱਤੇ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਇੱਕ ਸੁਰ ਨੇ। ਬਦਕਿਸਮਤ ਸਿਰਫ ਪੰਜਾਬ ਹੈ ਜਿਹਨੂੰ ਪਹਿਲਾਂ ਇਹ ਪੋਜੀਸ਼ਨ ਬਣੀ ਰਹੀ ਕਿ ਪਾਣੀਆਂ ਦੇ ਹੱਕ ਦੇ ਵਿੱਚ ਸਿਧਾਂਤਕ ਤੌਰ ਤੇ ਸਹਿਮਤ ਹੁੰਦੇ ਹੋਏ ਅਕਾਲੀ ਦਲ ਪਾਣੀਆਂ ਦੀ ਲੜਾਈ ਨਹੀਂ ਲੜ ਸਕਿਆ। ਕਾਂਗਰਸ ਸਿਧਾਂਤਕ ਤੌਰ ਤੇ ਵੀ ਪਾਣੀਆਂ ਦੇ ਸਵਾਲ ਦੇ ਉੱਤੇ ਪੰਜਾਬ ਦੇ ਵਿਰੁੱਧ ਸਟੈਂਡ ਲੈਂਦੀ ਰਹੀ। ਪੰਜਾਬ ਦੀ ਇਹ ਬਦਕਿਸਮਤੀ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਤੇ ਅਕਾਲੀ ਦਲ ਦੇ ਬਦਲ ਦੀ ਤਲਾਸ਼ ਕੀਤੀ ਤਾਂ ਜਿਹੜੀ ਪਾਰਟੀ ਉਹਨਾਂ ਕੋਲੇ ਬਦਲ ਵਜੋਂ ਆ ਰਹੀ ਹੈ ਪਾਣੀਆਂ ਦੇ ਸਵਾਲ ਦੇ ਉੱਤੇ, ਉਹ ਬੀਤੇ ਦੀ ਕਾਂਗਰਸ ਨਾਲੋਂ ਕੋਈ ਬਹੁਤੀ ਵੱਖਰਾ ਸਟੈਂਡ ਨਹੀਂ ਲੈ ਰਹੀ। ਬਿਲਕੁਲ ਉਦਾਂ ਦਾ ਗੋਲ-ਮੋਲ ਸਟੈਂਡ, ਉਦਾਂ ਦਾ ਇਮੋਸ਼ਨਲ ਸਟੈਂਡ, ਉਦਾਂ ਦਾ ਦੇਸ਼ ਦੀ ਸਾਰੇ ਲੋਕਾਂ ਦੇ ਹੱਕ ਵਰਗਾ ਸਟੈਂਡ ਕੇਜਰੀਵਾਲ ਸਾਹਿਬ ਲੈ ਰਹੇ ਨੇ, ਜਿੱਦਾਂ ਦਾ ਸਟੈਂਡ ਅੱਜ ਤੋਂ 30-40 ਸਾਲ ਪਹਿਲਾਂ ਕਾਂਗਰਸ ਲਿਆ ਕਰਦੀ ਸੀ। ਇਹ ਬਿਲਕੁਲ ਐਦਾਂ ਦੀ ਪੋਜੀਸ਼ਨ ਹੈ। ਮੈਂ ਇਹਨੂੰ ਰਲੇ ਹੋਣ ਜਾਂ ਨਾ ਰਲੇ ਹੋਣ ਤੱਕ ਸੀਮਿਤ ਕਰਕੇ ਨਹੀਂ ਦੇਖਣਾ ਚਾਹੁੰਦਾ। ਮੈਂ ਬਿਲਕੁਲ ਐਦਾਂ ਹੀ ਸਮਝਦਾ ਕਿ ਚਟਾਲੇ ਜੋ ਮਰਜ਼ੀ ਬਾਦਲਾਂ ਨਾਲ ਉਹਨਾਂ ਦਾ ਸੰਬੰਧ ਹੋਵੇ, ਪਾਣੀਆਂ ਦੇ ਸਵਾਲ ਦੇ ਉੱਤੇ ਹਰਿਆਣੇ ਦੇ ਹੱਕ ਦੀ ਗੱਲ ਕਰਦੇ ਰਹਿਣਗੇ, ਔਰ ਬਾਦਲਾਂ ਦਾ ਉਹਨਾਂ ਨਾਲ ਜਿੱਦਾਂ ਦਾ ਮਰਜ਼ੀ ਸਵਾਲ ਹੋਵੇ, ਹੱਕ ਪਰਸਨਲ ਹੋਵੇ, ਪੋਲੀਟੀਕਲ ਹੋਵੇ, ਪਾਣੀਆਂ ਦੇ ਸਵਾਲ ਦੇ ਉੱਤੇ ਬਾਦਲ ਵੀ ਕਿਸੇ ਤਰੀਕੇ ਨਾਲ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਲਈ ਇਸ ਕਰਕੇ ਐਗਰੀ ਨਹੀਂ ਕਰ ਜਾਣਗੇ ਕਿ ਉਹਨਾਂ ਦੀ ਚਟਾਲਿਆਂ ਨਾਲ ਸਾਂਝ ਹੈ। ਇਸ ਕਰਕੇ ਇਹਨੂੰ ਤੁਸੀਂ ਪੋਲੀਟੀਕਲੀ ਇੱਕ ਮੁੱਦਾ ਜ਼ਰੂਰ ਸਮਝ ਸਕਦੇ ਹੋ। ਚਟਾਲੇ ਆਪਣੀ ਜ਼ਮੀਨ ਖੁੱਸੀ ਹੋਈ ਵਾਪਸ ਲੈਣਾ ਚਾਹੁੰਦੇ ਨੇ, ਔਰ ਆਖਿਰਕਾਰ ਜੇ ਸੱਚਮੁੱਚ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਪਛੜ ਜਾਂਦਾ ਤਾਂ ਖੁੱਸੀ ਹੋਈ ਜ਼ਮੀਨ ਲੈਣ ਦੇ ਲਈ ਉਹਦੇ ਕੋਲੇ ਵੀ ਕੋਈ ਇੱਕ ਅਹਿਮ ਮੁੱਦਾ ਚਾਹੀਦਾ ਵਾ ਜਦੋਂ ਉਹਨੇ ਵਾਪਸ ਲੜਾਈ ਲੜਨੀ ਆ ਆਪੋਜੀਸ਼ਨ ਦੇ ਤੌਰ ਦੇ ਉੱਤੇ, ਜਾਂ ਆਪੋਜੀਸ਼ਨ ਦੀ ਵੀ ਤੀਜੇ ਨੰਬਰ ਦੀ ਪਾਰਟੀ ਦੇ ਤੌਰ ਦੇ ਉੱਤੇ ਉਹਨੂੰ ਵੀ ਹੁਣ ਮੁੱਦਾ ਚਾਹੀਦਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਅਪੀਲ ਦੇ ਆਧਾਰ ਦੇ ਉੱਤੇ ਬਹੁਤ ਲੰਮਾ ਸਮਾਂ ਸਿਆਸਤ ਕਰਦਾ ਰਿਹਾ, ਹੁਣ ਦਾ ਸ਼੍ਰੋਮਣੀ ਅਕਾਲੀ ਦਲ ਘੱਟੋ ਘੱਟ ਬਾਦਲ ਅਕਾਲੀ ਦਲ ਉਸ ਕਿਸਮ ਦੀ ਅਪੀਲ ਤੋਂ ਕਾਫੀ ਹੱਦ ਤੱਕ ਦੂਰੀ ਬਣਾ ਚੁੱਕਾ। ਇਸੇ ਕਰਕੇ ਉਹ ਖਾਲਿਸਤਾਨੀਆਂ ਨੂੰ, ਮਿਲੀਟੈਂਟਾਂ ਨੂੰ, ਗਰਮਦਲੀਆਂ ਨੂੰ, ਸੁਕਾਲਡ ਪੰਥਕ ਜਥੇਬੰਦੀਆਂ ਨੂੰ ਬਹੁਤ ਖੁੱਲ੍ਹ ਕੇ ਨਿੰਦਦਾ, ਜਿਸ ਤਰ੍ਹਾਂ ਦੀ ਗੱਲ ਅੱਜ ਤੋਂ 20 ਸਾਲ ਪਹਿਲਾਂ ਅਸੀਂ ਸੋਚ ਵੀ ਨਹੀਂ ਸੀ ਸਕਦੇ।
ਬਿਲਕੁਲ ਉਹ ਉਸ ਪੋਜੀਸ਼ਨ ਦੇ ਉੱਤੇ ਆ ਗਿਆ। ਇਸ ਕਰਕੇ ਉਹਨਾਂ ਕੋਲੇ ਪਾਣੀ ਤੋਂ ਸਵਾਲ ਕੋਈ ਸ਼ਬਦੀਪ ਜੀ, ਸਵਾਲ ਬਹੁਤ ਕੋਈ ਥੋੜਾ ਮੁੱਦਾ ਹੀ ਸਮਾਂ ਹੋ ਨਹੀਂ ਹੈ, ਚੱਲਿਆ ਪਰ ਇਸੇ ਕਰਕੇ ਉਹ ਇਸ ਮੁੱਦੇ ਨੂੰ ਹੀ ਰੱਖਣਾ ਚਾਹੁੰਗੇ। ਮੇਰੀ ਸਮਝਦਾਰੀ ਇਹ ਹੈ, ਬਾਕੀ ਹੋ ਸਕਦਾ ਬਾਕੀਆਂ ਦੀ ਰਾਏ ਇਸ ਤੋਂ ਅਲੱਗ ਵੀ ਹੋਵੇ। ਇਹਦੇ ਵਿੱਚ ਇੱਕ ਚੀਜ਼ ਕਹਿਣਾ ਚਾਹੂੰਗਾ। ਇੱਕ ਮਿੰਟ, ਆਪਣੇ ਨਾਲ ਇੱਕ ਕਾਲਰ ਜੁੜ ਗਏ ਨੇ ਪਰਮਜੀਤ ਜੀ, ਆਪਾਂ 2 ਮਿੰਟ ਸਮਾਂ ਬਤਾ ਲਾਂਗੇ, ਪਰ ਇੱਕ ਕਾਲਰ ਸਾਡੇ ਨਾਲ ਨੇ, ਆਪਾਂ ਉਹਨਾਂ ਦੀ ਰਾਏ ਜ਼ਰੂਰ ਲੈ ਲਈਏ। 2074 ਹੈਲੋ। ਕੁਲਵੀਰ ਸਿੰਘ ਜੀ, ਬਹੁਤ ਬਹੁਤ ਤੁਹਾਡਾ ਥੈਂਕ ਯੂ। ਮੈਂ ਮਾਫ ਕਰਨਾ, ਮੈਂ ਉਸ ਮੇਰੇ ਟਾਈਮ ਤੇ ਲੱਗਿਆ, ਮੈਂ ਉਹਦੀ ਵੀ ਟਾਈਮ ਲਿਖਿਆ, ਪਰ ਮੈਂ ਵੀ ਲੱਗਣਾ ਨਹੀਂ ਕਰਦਾ ਹੁੰਦਾ, ਮਾਫ ਕਰਨਾ। ਨਹੀਂ ਕੋਈ ਨਹੀਂ, ਗੱਲ ਕਹੋ ਤੁਸੀਂ ਆਪਣੀ। ਇੰਡੀਆ ਤੋਂ ਜੁੜੇ ਨੇ, ਮੇਰੇ ਖਿਆਲ ਪੱਤਰਕਾਰ ਨੇ, ਤੁਸੀਂ ਹੋਸਟ ਆ, ਮੈਂ ਬਹੁਤ ਥੈਂਕ ਯੂ ਆਪਣਾ ਦੁਨੀਆ ਜੁੜ ਕੇ। ਸਤਿ ਸ਼੍ਰੀ ਅਕਾਲ ਬੁਲਾਉਣਾ ਪਹਿਲਾਂ ਤਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਮੈਂ ਥੋੜਾ ਜਿਹਾ ਨਿੱਕਾ ਜਿਹਾ ਕੁਐਸਚਨ ਮੇਰਾ ਹੈਗਾ। ਖੈਰ ਮੈਂ ਟਾਈਮ ਹੁਣ ਦੇਖਿਆ, ਖੈਰ ਮੈਂ ਉਸੇ ਟਾਈਮ ਕਾਲ ਕਰਨੀ ਸੀ। ਮੈਂ ਵੀ ਤੁਹਾਡੇ ਕਿੰਨਾ ਦਾ ਯਾਦ ਜੀ, ਸੌਰੀ ਮੰਗਦਾ ਪਹਿਲਾਂ ਤਾਂ ਜੀ। ਕੋਈ ਗੱਲ ਨਹੀਂ, ਤੁਸੀਂ ਆਪਣਾ ਕੁਐਸਚਨ ਰੱਖੋ ਜੀ। ਤੁਸੀਂ ਕਿਹਾ ਵੀ ਥੋੜਾ ਟਾਈਮ ਹੋ ਗਿਆ, ਮਾਫ ਕਰਨਾ ਜੀ। ਇਹ ਜਿਹੜੇ ਆਪਣੇ ਨਾ ਅਕਾਲੀ ਦਲ ਤੇ ਬਾਦਲ ਹੋਣੀ ਆ ਜੀ, ਇਹ ਆਉਣ ਵਾਲੀ ਸਰਕਾਰ ਜਿਹੜੀ, ਇਹਨਾਂ ਨੂੰ ਤਾਂ ਪਤਾ ਲੱਗ ਗਿਆ। ਖੈਰ ਮੈਂ ਕਈ ਟੀਵੀਆਂ ਤੇ ਰੇਡੀਓਆਂ ਤੇ ਪਹਿਲਾਂ ਦੱਸਦਾ ਸੀ ਵੀ ਇਹਨਾਂ ਦੀ ਹਾਰ ਪੱਕੀ ਆ, ਔਰ ਮੇਰੇ ਆਪਣੇ ਇਹ ਜਿਹੜੀ ਆਉਣ ਵਾਲੀ ਸਰਕਾਰ ਆਊ ਨਾ, ਉਹਦੇ ਵਾਸਤੇ ਕੰਡੇ ਬੀਜ ਰਹੇ ਆ। ਇੱਕ ਖਾਲਸਾ ਮੈਂ ਜ਼ਾਹਰ ਹੋਰ ਕਰ ਰਿਹਾ, ਉਹ ਮੇਰੇ ਵੀਰ ਆਪਣੇ ਇੰਡੀਆ ਜੁੜਿਆ ਉਹ ਤੇ ਮੇਰੇ ਕੋਲ ਥੋੜਾ ਦੱਸਣਗੇ ਜਾਂ ਦੂਜੀ ਡਿਬੇਟ ਚ ਆਇਆ ਇਹਦੇ ਵਿੱਚ ਹੀ। ਮੇਰੇ ਖਿਆਲ ਜਿਹੜੀ ਇਹਨਾਂ ਨੇ ਪੈਰਾਮਿਲਟਰੀ ਫੋਰਸ ਮੰਗਾਈ ਆ, ਉਹਦਾ ਹੋ ਸਕਦਾ ਵੀ ਤਕੜਾ ਵੱਡਾ ਬਿੱਲ ਕਰੋੜਾਂ ਦੇ ਨਾਲ ਇਹਨਾਂ ਦੀ ਆਉਣ ਵਾਲੀ ਸਰਕਾਰ ਨੂੰ ਸੈਂਟਰ ਗਵਰਨਮੈਂਟ ਭੇਜ ਦੇਵੇ। ਮੇਰੇ ਇੰਨੇ ਕੁਐਸਚਨ ਸੀ। ਇਹ ਆਉਣ ਵਾਲੀ ਸਰਕਾਰ ਇਹ ਤਾਂ ਪੱਕੇ ਮਤਲਬ ਆ ਕੇ ਅਮਰੀਕਾ 'ਚ ਬਹਿ ਕੇ, ਹੋ ਸਕਦਾ ਪੱਕਾ ਡੇਰਾ ਇੱਥੇ ਲਾ ਲੈਣ, ਮਾਫ ਕਰਨਾ, ਜਿੱਥੇ ਜਗ੍ਹਾ ਲੋਕ ਗੈਸ ਰਾਈਆਂ ਲਾ ਰਹੇ ਨੇ ਤੇ ਬਹੁਤ ਬਹੁਤ ਇਸ ਤਰ੍ਹਾਂ ਸੇਵਾ ਕਰਦੇ। ਮੈਨੂੰ ਇਹ ਸ਼ੱਕ ਪੈਦਾ ਹੋ ਰਿਹਾ ਵੀ ਇਹ ਵੱਡਾ ਬਿੱਲ ਜਿਹੜੀ ਇਹਨਾਂ ਨੇ ਫੋਰਸ ਮੰਗਾਈ ਹੈ ਨਾ, ਉਹਦਾ ਵੱਡਾ ਬਿੱਲ ਜਿਹੜੀ ਸਰਕਾਰ ਆਊਗੀ, ਬੜੇ ਕੰਡੇ ਵਿਜੇ ਨਾ ਉੱਥੇ ਪਾਣੀ ਜਾਣਾ ਨਾ ਜਾਣ ਦੇਣਾ। ਮੈਂ ਬੁੜਾ ਹੋ ਗਿਆ ਜਦੋਂ ਉੱਥੇ ਇਹਨਾਂ ਨੇ ਟੱਕ ਲਾਇਆ ਸੀ, ਮੈਂ ਉੱਥੇ ਉਸ ਟਾਈਮ ਸੀਗਾ। ਤੇ ਬਹੁਤ ਬਹੁਤ ਥੈਂਕ ਯੂ, ਮਿਹਰਬਾਨੀ ਜੀ, ਬਸ ਫਿਰ ਇਧਰ ਸੇਵਾ ਕਰਦੇ ਜੀ ਜੀ ਬਿਲਕੁਲ। ਜਿਹੜੇ ਜਦੋਂ ਆਪਾਂ ਸੈਂਟਰ ਦੇ ਕੋਲੋਂ ਫੋਰਸਿਸ ਮੰਗਾਉਂਦੇ ਆ, ਬਿੱਲ ਤੇ ਸਰਕਾਰ ਨੂੰ ਆਉਂਦਾ, ਪਰ ਬਹੁਤ ਵੱਡਾ ਬਿੱਲ ਆਵੇਗਾ। ਇਦਾਂ ਨਹੀਂ ਆ, ਜਿੰਨੀ ਕੁ ਫੋਰਸ ਆਈ ਆ ਉਹਦਾ ਬਿੱਲ ਤੇ ਜ਼ਰੂਰ ਆਵੇਗਾ ਪੰਜਾਬ ਸਰਕਾਰ ਨੂੰ। ਹਾਂਜੀ ਪਰਮਜੀਤ ਜੀ, ਸਾਡੇ ਕੋਲ ਸਮਾਂ ਤਾਂ ਹੋ ਚੱਲਿਆ, ਪਰ ਚਲਦੇ ਚਲਦੇ ਜੇ ਕੁਝ ਕਹਿਣਾ ਚਾਹੋ ਜੀ ਤੁਸੀਂ। ਮੈਂ ਬਿਲਕੁਲ ਇੱਕ ਚੀਜ਼ ਕਹਿਣਾ ਚਾਹਾਂਗਾ ਜੀ। ਇੱਕ ਬੜੀ ਇੰਟਰਸਟਿੰਗ ਇੱਕ ਕੱਲ ਸਟੇਟਮੈਂਟ ਦਿੱਤੀ ਹੈ ਹੁੱਡਾ ਸਾਹਿਬ ਨੇ, ਹਰਿਆਣਾ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਕਾਂਗਰਸ ਦੀ ਪਾਰਟੀ ਵੱਲੋਂ ਮੁੱਖ ਮੰਤਰੀ ਸੀਗੇ ਜੀ। ਉਹਨਾਂ ਨੇ ਕਿਹਾ ਕਿ ਇਨੈਲੋ ਦੀ ਇਸ ਹਰਕਤ ਨੂੰ ਮੈਂ ਇਦਾਂ ਦੇਖਦਾ ਕਿ ਪਹਾੜ ਤੇ ਚੜ੍ਹ ਕੇ ਖੂਹ ਖੋਦਣਾ। ਤੋ ਇਹ ਇੱਕ ਬੜਾ ਇੰਟਰਸਟਿੰਗ ਹੈ, ਔਰ ਵਾਕਈ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਨੈਲੋ ਨੇ ਕੱਲ ਸਿਵਾਏ ਉਸ ਇੱਕ ਸਿਆਸੀ ਡਰਾਮੇ ਤੋਂ, ਪਹਾੜ ਤੇ ਚੜ੍ਹ ਕੇ ਖੂਹ ਖੋਦਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਔਰ ਜੀ ਜੀ ਪਰਮਜੀਤ ਜੀ, ਮੇਰਾ ਖਿਆਲ ਆ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਮੈਂ ਨਹੀਂ ਸੁਣ ਪਾ ਰਿਹਾ। ਪਰਮਜੀਤ ਜੀ, ਮੇਰੇ ਕੋਲ ਟੈਕਨੀਕਲ ਪ੍ਰੋਬਲਮ ਆ ਗਈ। ਹਾਂਜੀ ਪਰਮਜੀਤ ਜੀ, ਤੁਸੀਂ ਕੰਟੀਨਿਊ ਕਰੋ ਜੀ। ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਪਰਮਜੀਤ ਜੀ ਨੂੰ ਦੁਬਾਰਾ ਆਪਣੇ ਨਾਲ ਜੋੜਿਆ ਜਾਵੇ। ਸਮਾਂ ਹੋ ਗਿਆ ਕਿ ਅਸੀਂ ਜਿਹੜੀ ਸਾਡਾ ਪਹਿਲਾ ਸੈਗਮੈਂਟ ਆ ਪੱਖ ਦੀਆਂ ਖਬਰਾਂ ਦਾ, ਉਹਨੂੰ ਇੱਥੇ ਹੀ ਸਮਾਪਤ ਕਰੀਏ। ਇਹ ਤਾਂ ਸਮਾਂ ਹੀ ਦੱਸੇਗਾ ਕਿ ਆਉਣ ਵਾਲੀ ਜਿਹੜੀ ਵੀ ਸਰਕਾਰ ਹੋਵੇਗੀ ਉਹ ਪਾਣੀਆਂ ਦੇ ਮਸਲੇ ਨੂੰ ਲੈ ਕੇ ਕਿਸ ਤਰੀਕੇ ਦਾ ਕੇਸ ਜਿਹੜਾ ਹੈ ਸੁਪਰੀਮ ਕੋਰਟ ਕੋਲ ਲੈ ਕੇ ਜਾਂਦੀ ਹੈ। ਪਰ ਜੋ ਫਿਲਹਾਲ ਸਿਚੁਏਸ਼ਨ ਬਣੀ ਹੋਈ ਹੈ, ਇਹਦਾ ਹੱਲ ਸਾਨੂੰ ਤੇ ਨੇੜੇ ਤੇੜੇ ਨਹੀਂ ਦਿਖਦਾ। ਹਾਂ, ਜੇ ਕੋਈ ਪੰਜਾਬ ਦੇ ਵਿੱਚ ਗੰਭੀਰ ਸਰਕਾਰ ਆਉਂਦੀ ਆ ਔਰ ਇਸ ਮਸਲੇ ਨੂੰ ਸੱਚਮੁੱਚ ਹੱਲ ਕਰਨਾ ਚਾਹੁੰਦੀ ਹੈ, ਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਪਾਣੀਆਂ ਦੇ ਜਿਹੜੀ ਸਹੀ ਵੰਡ ਹੈ, ਜਿਹੜਾ ਸਹੀ ਲਾਅ ਹੈ, ਰਿਪੇਰੀਅਨ ਲਾਅ, ਉਹਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਾਵੇਗੀ। ਸ਼ਾਇਦ ਜਿਹੜਾ ਹੈ ਪੰਜਾਬ ਜਿਹੜਾ ਹੈ ਆਪਣੇ ਪਾਣੀਆਂ ਨੂੰ ਬਾਹਰ ਜਾਣ ਤੋਂ ਰੋਕ ਸਕੇ। ਪਰ ਜੇ ਜਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਵੱਲੋਂ ਬਿਆਨਬਾਜ਼ੀ ਇਹ ਕੀਤੀ ਜਾ ਰਹੀ ਹੈ ਕਿ ਪੰਜਾਬ ਕੋਲ ਪਾਣੀ ਨਹੀਂ ਆ, ਅਸੀਂ ਪਾਣੀ ਨਹੀਂ ਦੇਣਾ, ਔਰ ਬੜੇ ਹਲਕੇ ਫੁਲਕੇ ਢੰਗ ਦੇ ਨਾਲ ਇਹਨੂੰ ਲਿਆ ਜਾ ਰਿਹਾ, ਉਮੀਦ ਤੇ ਮੈਨੂੰ ਇਹੀ ਆ ਕਿ ਆਉਣ ਵਾਲੀਆਂ ਸਰਕਾਰਾਂ ਵੀ ਇਹਦੇ ਉੱਪਰ ਸਿਰਫ ਸਿਆਸਤ ਕਰਨਗੀਆਂ ਤੇ ਪੰਜਾਬ ਦੇ ਲੋਕ ਤੇ ਹਰਿਆਣੇ ਦੇ ਲੋਕ ਇਹਦੇ ਵਿੱਚ ਉਲਝ ਕੇ ਬੈਠੇ ਰਹਿਣਗੇ। ਤੇ ਸਮੇਂ-ਸਮੇਂ ਸਿਰ ਪੰਜਾਬ ਦੇ ਲੋਕਾਂ ਨੂੰ ਤੇ ਹਰਿਆਣੇ ਦੇ ਲੋਕਾਂ ਨੂੰ ਹਾਲਾਤ ਖਰਾਬ ਹੋਣ ਦੇ ਜਿਹੜੀਆਂ ਧਮਕੀਆਂ ਹੈਗੀਆਂ ਸਿਆਸੀ ਪਾਰਟੀਆਂ ਦਿੰਦੀਆਂ ਰਹਿਣਗੀਆਂ ਤੇ ਇਸੇ ਤਰੀਕੇ ਨਾਲ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਨਗੀਆਂ। ਹਾਲਾਂਕਿ ਇਸ ਵਾਰ ਦੀ ਇਲੈਕਸ਼ਨ ਜਿਹੜੀ ਪੰਜਾਬ ਦੇ ਵਿੱਚ ਹੋਈ ਆ, ਉਹਦੇ ਵਿੱਚ ਇੱਕ ਗੱਲ ਦੇਖਣ ਨੂੰ ਮਿਲੀ ਸੀ ਕਿ SOL ਦੇ ਮੁੱਦੇ ਦੇ ਉੱਪਰ ਲੋਕਾਂ ਨੇ ਜਿਹੜੀ ਹੈਗੀ ਹੈ ਸਰਕਾਰ ਚੁਣਨ ਤੋਂ ਜਿਹੜੀ ਹੈਗੀ ਗੁਰੇਜ਼ ਕੀਤਾ ਸੀ। ਪੰਜਾਬ ਦੇ ਹੋਰ ਮੁੱਦਿਆਂ ਦੇ ਉੱਪਰ ਜਿਹੜੀ ਸੀ ਉਹ ਲੋਕਾਂ ਨੇ ਵੋਟਿੰਗ ਕੀਤੀ ਹੈ, ਜਿਹਦੇ ਵਿੱਚ ਸਭ ਤੋਂ ਅਹਿਮ ਜਿਹੜਾ ਮੁੱਦਾ ਸੀਗਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਦੂਸਰਾ ਮੁੱਦਾ ਨਸ਼ਾ ਸੀ, ਜਿਹਦੇ ਉੱਪਰ ਲੋਕਾਂ ਨੇ ਜਿਹੜੀ ਹੈ ਵੋਟਿੰਗ ਕੀਤੀ ਆ। ਹੋ ਸਕਦਾ ਕਿ SOL ਦੇ ਮੁੱਦੇ ਨੂੰ ਪੰਜਾਬ ਦੇ ਲੋਕ ਦਿਲਾਂ ਤੋਂ ਨਕਾਰ ਦੇਣ, ਪਰ
ਪੰਜਾਬ ਦੇ ਪਾਣੀ ਨੂੰ ਦਿਲਾਂ ਤੋਂ ਨਹੀਂ ਨਕਾਰਿਆ ਜਾ ਸਕਦਾ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੂਸਰੀਆਂ ਸਟੇਟਾਂ ਵਿੱਚ ਜਾਣ ਤੋਂ ਰੋਕਣਾ ਹੀ ਪਵੇਗਾ। ਉਮੀਦ ਕਰਦੇ ਹਾਂ ਆਉਣ ਵਾਲੀਆਂ ਸਰਕਾਰਾਂ ਇਹਦੇ ਵੱਲ ਗੰਭੀਰ ਹੋਣਗੀਆਂ ਜੀ। ਮੇਰੇ ਨਾਲ ਜੁੜਨ ਵਾਸਤੇ ਸੀਪੀ ਜੀ, ਸ਼ਬਦੀਸ਼ ਜੀ ਤੇ ਪ੍ਰਮੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।